ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਪੀ ਚਲਣਾ, ਦੂਰ ਗਵਨ ਸਿਰ ਉਪਰ ਮਰਨਾ। ਦਿਨ ਤੇ ਪਹਿਰ ਪਹਿਰ ਤੇ ਕਰੀਆਂ, ਆਪ ਕਟੈ ਤਨ ਸੀਜੈ। ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਣ ਵਿਦ ਕੀਜੈ। ਸੋ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤ ਬਨਤਾ। ਕਹੋ ਕੋਊ ਹੈ ਕਾਕਾ, ਜੋ ਦਿਨ ਆਵੈ ਸੋ ਦਿਨ ਜਾਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਆਵੈ ਸੋ ਦਿਨ ਜਾਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਆਵੈ ਸੋ ਦਿਨ ਜਾਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਆਵੈ ਸੋ ਦਿਨ ਜਾਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਆਵੈ ਸੋ ਦਿਨ ਜਾਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਆਵੈ ਸੋ ਦਿਨ ਜਾਹੀ। ਆਵੈ ਸੋ ਦਿਨ ਜਾਹੀ, ਆਵੈ ਸੋ ਦਿਨ ਜਾਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਆਵੈ ਸੋ ਦਿਨ ਜਾਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਜੋ ਦਿਨ ਆਵੈ ਸੋ ਦਿਨ ਜਾਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਆਵੈ ਸੋ ਦਿਨ ਜਾਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਆਵੈ ਸੋ ਦਿਨ ਜਾਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਆਵੈ ਸੋ ਦਿਨ ਜਾਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਆਵੈ ਸੋ ਦਿਨ ਜਾਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਆਵੈ ਸੋ ਦਿਨ ਜਾਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਓ ਆਵੈ ਸੋ ਦਿਨ ਜਾਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਆਵੈ ਸੋ ਦਿਨ ਜਾਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਆਵੈ ਸੋ ਦਿਨ ਜਾਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਆਵੈ ਸੋ ਦਿਨ ਜਾਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ। ਹੀਰ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਪਰਮ ਸਨਮਾਨਯੋਗ ਪਰਮ ਸਤਿਕਾਰਯੋਗ ਬਾਲੀ ਏਕ ਕੁਲ ਆਲਮ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ
ਮਾਣਯੋਗ ਸਤਿਕਾਰਯੋਗ ਸ਼ਖਸੀਅਤ ਸ੍ਰੀ ਪ੍ਰਿਥੀ ਚੰਦ ਜੀ, ਜੋ ਵਾਹਿਗੁਰੂ ਪਰਮੇਸ਼ਰ ਦੁਆਰਾ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਅਕਾਲ ਚਲਾਣਾ ਕਰ ਗਏ ਨੇ। ਪੰਜ ਭੂਤਕ ਸਰੀਰ ਦਾ ਤਿਆਗ ਕਰ ਗਏ ਆ। ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸਮੂਹ ਮਾਈ ਭਾਈ ਰਿਸ਼ਤੇਦਾਰ ਸਕੇ ਸੰਬੰਧੀ ਸਾਰੇ ਗੁਰਮੁਖ ਪਿਆਰਿਓ ਪਹੁੰਚ ਰਹੇ ਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਵਿਛੋੜੇ ਦਾ ਦੁੱਖ ਵੱਡਾ ਦੱਸਿਆ ਗੁਰਮੁਖ ਪਿਆਰਿਓ, ਔਰ ਨਾਲ ਹੀ ਇੱਕ ਇਹ ਬਚਨ ਵੀ ਦੱਸਿਆ। ਮਹਾਰਾਜ ਕਹਿੰਦੇ ਜ਼ਿੰਦਗੀ ਵਿੱਚ ਦੋ ਚੀਜ਼ਾਂ ਕਰਮ ਕਰਦੀਆਂ, ਇੱਕ ਸੰਜੋਗ ਤੇ ਇੱਕ ਵਿਯੋਗ। ਜਦੋਂ ਸੰਜੋਗ ਬਣਦਾ ਹੈ ਤੇ ਗੁਰਮੁਖ ਪਿਆਰਿਓ ਫਿਰ ਮਿਲਾਪ ਹੋ ਜਾਂਦਾ, ਕਿਸੇ ਦਾ ਕਿਸੇ ਵਸਤੂ ਦਾ ਮਿਲਾਪ ਹੁੰਦਾ ਹੈ, ਕਿਸੇ ਸਰੀਰ ਦਾ ਮਿਲਾਪ ਹੋ ਜਾਂਦਾ ਹੈ। ਪਰ ਜਦੋਂ ਵਿਯੋਗ ਆਉਂਦਾ ਹੈ ਉਸ ਸਮੇਂ ਸਾਡੇ ਨਾਲੋਂ ਸਾਡਾ ਸੰਗੀ ਕੋਈ ਚਲਿਆ ਜਾਂਦਾ ਹੈ, ਦੂਰ ਹੋ ਜਾਂਦਾ ਹੈ, ਜਿਹਦੇ ਨਾਲ ਸਨੇਹ ਹੋਵੇ, ਇਹ ਵਿਯੋਗ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਵਿਛੋੜੇ ਦੇ ਦੁੱਖ ਨੂੰ ਪਹਿਲੇ ਨੰਬਰ ਤੇ ਕਿਹਾ। ਵੱਡਾ ਦੁੱਖ ਹੁੰਦਾ ਵਿਛੋੜੇ ਦਾ, ਕਿਉਂਕਿ ਜਿਨ੍ਹਾਂ ਨਾਲ ਰਹੇ ਹੈ, ਜਿਨ੍ਹਾਂ ਕੋਲ ਉਹਨਾਂ ਦੇ ਬੱਚੇ ਖੇਡੇ ਪਲੇ ਵੱਡੇ ਹੋਏ, ਰਿਸ਼ਤੇਦਾਰ ਸਕੇ ਸੰਬੰਧੀ ਜਿਨ੍ਹਾਂ ਨਾਲ ਜੀਵਨ ਬਤੀਤ ਕੀਤਾ, ਜਦੋਂ ਛੱਡ ਕੇ ਜਾਂਦਾ ਹੈ, ਕੋਈ ਮਹੀਨਾ 2 ਮਹੀਨਾ ਸਾਲ ਨਹੀਂ, ਸਾਰੀ ਉਮਰ ਲਈ ਬਾਅਦ ਜਦੋਂ ਵਿਛੋੜਾ ਪੈ ਗਿਆ ਗੁਰਮੁਖ ਪਿਆਰਿਓ ਫਿਰ ਮੁੜ ਕੇ ਮਿਲਾਪ ਨਾ ਹੋਇਆ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਕਿਹਾ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਬਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ। ਦੁੱਖ ਵਿਛੋੜੇ ਦਾ ਵੱਡਾ ਮੌਤ ਇੱਕ ਅਟਲ ਸਚਾਈ ਹੈ। ਇੱਕ ਜਿਹੜੀ ਸ੍ਰਿਸ਼ਟੀ ਦੀ ਰਚਨਾ ਗੁਰਮੁਖ ਪਿਆਰਿਓ ਜੀ ਦੀ ਬਾਬਤ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਦੱਸਿਆ, ਕਹਿੰਦੇ ਜਗ ਰਚਨਾ ਸਭ ਝੂਠ ਹੈ, ਫਿਰ ਸੱਚ ਕੀ ਹੈ ਗੁਰਮੁਖ ਪਿਆਰਿਓ? ਸੰਸਾਰ ਦੀ ਰਚਨਾ ਮਾਲਕ ਕਹਿੰਦਾ ਝੂਠ ਹੈ। ਝੂਠੀ ਕਿਵੇਂ? ਸਤਿਗੁਰੂ ਪਾਤਸ਼ਾਹ ਕਹਿੰਦੇ ਜੋ ਦਿਸਦਾ ਇਹਦੇ ਵਿੱਚ ਉਹ ਅਸਲ ਵਿੱਚ ਹੈ ਨਹੀਂ, ਉਹ ਸੱਚਾਈ ਨਹੀਂ, ਉਹ ਰਿਐਲਿਟੀ ਨਹੀਂ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਮਹਾਰਾਜ ਕਹਿੰਦੇ ਜਿਹੜਾ ਪੈਦਾ ਹੋਇਆ, ਉਪਜ ਦਾ ਅਰਥ ਹੁੰਦਾ ਉਪਜਣਾ, ਪੈਦਾ ਹੋ ਜਾਣਾ। ਬਿਨਸ ਦਾ ਅਰਥ ਹੈ ਵਿਨਾਸ਼ ਹੋ ਜਾਣਾ, ਖਤਮ ਹੋ ਜਾਣਾ। ਮਹਾਰਾਜ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ, ਜੋ ਉਪਜਿਓ ਜਿਹੜੀ ਵਸਤੂ ਪੈਦਾ ਹੋਈ, ਜਿਹਦਾ ਜਨਮ ਹੋਇਆ ਉਹਦੀ ਮੌਤ ਵੀ ਹੋਏਗੀ, ਜਿਹਦਾ ਆਦ ਹੈ ਉਹਦਾ ਅੰਤ ਵੀ ਹੋਏਗਾ। ਹੋਣਾ ਕਦੋਂ ਹੈ? ਪਰੋ ਆਜ ਕੈ ਕਾਲ, ਭਾਵੇਂ ਅੱਜ ਹੋ ਜਾਏ ਭਾਵੇਂ ਕੱਲ ਹੋ ਜਾਏ, ਇਹਦਾ ਕੋਈ ਪਤਾ ਨਹੀਂ, ਪਰ ਹੋਣਾ ਜ਼ਰੂਰ ਹੈ। ਸਤਿਗੁਰੂ ਪਾਤਸ਼ਾਹ ਸਾਨੂੰ ਦੱਸਦੇ ਆ, ਜਿਵੇਂ ਅਸੀਂ ਇੱਕ ਦੂਜੇ ਨਾਲ ਦੁੱਖ ਸਾਂਝਾ ਕਰਨ ਆਈਦਾ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਕਿਤੇ ਅਸੀਂ ਸੁਣਨ ਲੱਗ ਜਾਈਏ ਗੁਰਮੁਖ ਪਿਆਰਿਓ, ਗਰੀਬ ਨਵਾਜ ਸਾਡੇ ਨਾਲ ਦੁੱਖ ਵੀ ਸਾਂਝਾ ਕਰਦੇ ਆ, ਸਾਨੂੰ ਸੁੱਖ ਵਿੱਚ ਵੀ ਦੁੱਖ ਵਿੱਚ ਵੀ ਸਮਝ ਦਿੰਦੇ ਆ। ਸੁੱਖ ਵਿੱਚ ਸਤਿਗੁਰੂ ਪਾਤਸ਼ਾਹ ਦੱਸਦੇ ਜੀਵਨ ਕਿਵੇਂ ਗੁਜ਼ਾਰਨਾ ਹੈ, ਦੁੱਖ ਵਿੱਚ ਦੱਸਦੇ ਕਿਵੇਂ ਹਿੰਮਤ ਹੌਸਲੇ ਤੋਂ ਕੰਮ ਲੈਣਾ ਹੈ। ਵਿਛੋੜਾ ਹੋਇਆ, ਦੁੱਖ ਹੋਇਆ, ਪਰਿਵਾਰ ਨੂੰ ਦੁੱਖ ਹੋਇਆ, ਰਿਸ਼ਤੇਦਾਰਾਂ ਨੂੰ ਦੁੱਖ ਹੋਇਆ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਪ੍ਰਕਾਸ਼ ਘਰ ਵਿੱਚ ਕੀਤਾ ਕਾਹਦੀ ਖਾਤਰ? ਸੱਚੇ ਪਾਤਸ਼ਾਹ ਨੂੰ ਸੁਣੀਏ। ਮਹਾਰਾਜ ਸਾਨੂੰ ਸਮਝਾਉਂਦੇ ਆ, ਸਤਿਗੁਰੂ ਸਾਨੂੰ ਸਮਝਾਉਂਦੇ, ਭਾਈ ਇਹ ਤਾਂ ਨਿਯਮ ਹੈ ਦੁਨੀਆ ਦਾ ਇੱਕ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ। ਨਿਯਮ ਹੈ ਦੁਨੀਆ ਦਾ,
ਇਹ ਤਾਂ ਮਹਾਰਾਜ ਕਹਿੰਦੇ ਵੇਖ ਭਾਈ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਉਸ ਗੱਲ ਦੀ ਫਿਕਰ ਕਰ, ਉਸ ਗੱਲ ਦੀ ਚਿੰਤਾ ਕਰ, ਫਿਕਰ ਕਰ ਗੁਰਮੁਖ ਪਿਆਰਿਆ, ਜਿਹੜੀ ਤੇਰੇ ਇਕੱਲੇ ਨਾਲ ਹੋਈ ਹੋਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਜੋ ਅਨਹੋਣੀ ਹੋਏ, ਤੂੰ ਕਵੇਂ ਮੇਰੇ ਇਕੱਲੇ ਨਾਲ ਹੋਈ, ਦੁਨੀਆ ਨਾਲ ਹੋਈ ਨਹੀਂ। ਪਰ ਪਾਤਸ਼ਾਹ ਕਹਿੰਦੇ ਇਹ ਮਾਰਗ ਸੰਸਾਰ ਕੋ, ਇਹ ਜਿਹੜਾ ਰਸਤਾ, ਜਿਹੜੇ ਰਾਹੇ ਅੱਜ ਸ੍ਰੀ ਪਿਰਥੀ ਚੰਦ ਜੀ ਚੱਲ ਗਏ, ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਮਾਰਗ ਸੰਸਾਰ ਕੋ, ਦੁਨੀਆ ਦਾ ਹੀ ਰਾਹ ਹੈ, ਨਾਨਕ ਥਿਰ ਨਹੀਂ ਕੋਏ। ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਸਾਰਿਆਂ ਨਹੀਂ, ਉਹ ਜਿਹੜੇ ਰਾਹੇ ਰਾਹੀ ਤੁਰ ਗਏ, ਇੱਕ ਦਿਨ ਤੈਂ ਵੀ ਤੁਰ ਜਾਣਾ। ਜਿਹੜੇ ਰਾਹੇ ਰਾਹੀ ਤੁਰ ਗਏ, ਇੱਕ ਦਿਨ ਤੈਂ ਵੀ ਤੁਰ ਜਾਣਾ। ਜਿਹੜੇ ਰਾਹੇ ਰਾਹੀ ਤੁਰ ਗਏ, ਇੱਕ ਦਿਨ ਤੈਂ ਵੀ ਤੁਰ ਜਾਣਾ। ਜਿਹੜੇ ਰਾਹੇ ਰਾਹੀ ਤੁਰ ਗਏ, ਇੱਕ ਦਿਨ ਤੈਂ ਵੀ ਤੁਰ ਜਾਣਾ। ਜਿਹੜੇ ਰਾਹੇ ਰਾਹੀ ਤੁਰ ਗਏ, ਇੱਕ ਦਿਨ ਤੈਂ ਵੀ ਤੁਰ ਜਾਣਾ। ਜਿਹੜੇ ਰਾਹੇ ਰਾਹੀ ਤੁਰ ਗਏ, ਇੱਕ ਦਿਨ ਤੈਂ ਵੀ ਤੁਰ ਜਾਣਾ। ਜਿਹੜੇ ਰਾਹੇ ਰਾਹੀ ਤੁਰ ਗਏ, ਇੱਕ ਦਿਨ ਤੈਂ ਵੀ ਤੁਰ ਜਾਣਾ। ਜਿਹੜੇ ਰਾਹੇ ਰਾਹੀ ਤੁਰ ਗਏ, ਇੱਕ ਦਿਨ ਤੈਂ ਵੀ ਤੁਰ ਜਾਣਾ। ਜਿਹੜੇ ਰਾਹੇ ਰਾਹੀ ਤੁਰ ਗਏ, ਇੱਕ ਦਿਨ ਤੈਂ ਵੀ ਤੁਰ ਜਾਣਾ। ਜਿਹੜੇ ਰਾਹੇ ਰਾਹੀ ਤੁਰ ਗਏ, ਇੱਕ ਦਿਨ ਤੈਂ ਵੀ ਤੁਰ ਜਾਣਾ। ਉਹ ਰਾਹੇ ਰਾਹੀ ਤੁਰ ਗਏ, ਇੱਕ ਦਿਨ ਤੈਂ ਵੀ ਤੁਰ ਜਾਣਾ। ਜਿਹੜੇ ਰਾਹੇ ਰਾਹੀ ਤੁਰ ਗਏ, ਇੱਕ ਦਿਨ ਤੈਂ ਵੀ ਤੁਰ ਜਾਣਾ। ਹਾਂਜੀ ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਕਹਿ ਨਾਨਕ ਥਿਰ ਨਾ ਰਹੈ, ਜਿਉ ਬਾਲੂ ਕੀ ਪੀਤ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਜਗ ਰਚਨਾ ਸਭ ਝੂਠ ਹੈ। ਜਿਵੇਂ ਰੇਤ ਦੀ ਕੰਧ ਹੁੰਦੀ ਹੈ ਨਾ ਗੁਰਮੁਖ ਪਿਆਰਿਓ, ਰੇਤ ਦੀ ਕੰਧ ਦੀ ਬੁਨਿਆਦ ਬਹੁਤਾ ਸਮਾਂ ਨਹੀਂ ਹੋਇਆ ਕਰਦੀ। ਮੀਂਹ ਪੈਂਦਾ ਉਹ ਖੁਰਦੀ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਮਨੁੱਖੀ ਜਾਮੇ ਵਿੱਚ ਆਏ ਹੋਏ ਜੀਵ, ਇੱਕ ਰੇਤ ਦੀਆਂ ਕੰਧਾਂ ਦੀ ਨਿਆਈ ਤੇਰਾ ਜੀਵਨ ਹੈ। ਰੇਤ ਦੀ ਕੰਧ ਵਰਗਾ ਜੀਵਨ ਹੈ। ਕਿਉਂ? ਸੱਚੇ ਪਾਤਸ਼ਾਹ ਕਹਿੰਦੇ ਜੋ ਬਣ ਗਿਆ ਬਤੀਤ, ਜਰ ਮਲ ਬੈਠੀਆਂ। ਜਰ ਆਈ ਜੋ ਬਣ ਹਾਰਿਆ। ਜਾਂਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਖੁਰਦਾ ਸਰੀਰ, ਨਿਗਾਹ ਮਾਰ ਆਪਣੇ ਆਪ ਵੱਲ। ਬਚਪਨ ਵਿੱਚ ਕੀ ਸੀ, ਜਵਾਨੀ ਵਿੱਚ ਕੀ ਸੀ, ਤੇ ਬੁਢੇਪੇ ਵਿੱਚ ਕੀ ਹੋ ਗਿਆ। ਸਰੀਰ ਉਹੀ ਹੈ ਨਾ ਗੁਰਮੁਖ ਪਿਆਰਿਓ। ਬੁੱਢਾ ਹੋ ਜਾਂਦਾ, ਬਲ ਖਤਮ ਹੋ ਜਾਂਦਾ। ਜਵਾਨੀ ਵਿੱਚ ਤਾਕਤ ਹੁੰਦੀ ਹੈ, ਬਚਪਨ ਵਿੱਚ ਚੜ੍ਹਦੀ ਉਮਰ ਜਦੋਂ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿੱਦਣ ਜਰ ਲੱਗ ਗਈ, ਇਹਨੇ ਖੁਰਨਾ ਸ਼ੁਰੂ ਹੋ ਜਾਣਾ। ਸਰੀਰ ਨੇ ਖੁਰਦਾ ਜਾਂਦਾ ਗੁਰਮੁਖ ਪਿਆਰਿਓ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਚਿੰਤਾ ਉਸ ਗੱਲ ਦੀ ਕਰ ਜਿਹੜੀ ਤੇਰੇ ਇਕੱਲੇ ਨਾਲ ਹੋਈ ਹੋਵੇ। ਤਾਂ ਦੁਨੀਆ ਨਾਲ ਹੀ ਹੁੰਦਾ ਭਾਈ। ਇਹ ਤਾਂ ਜੋ ਆਇਆ ਸੋ ਚੱਲ ਸੀ, ਜਿਹੜਾ ਆਇਆ ਉਹਨੇ ਜਾਣਾ ਹੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨਿਯਮ ਹੈ ਜੈਸੇ ਜਲ ਤੇ ਬੁੱਧ ਬੁਦਾ, ਉਪਜੈ ਬਿਨਸੈ ਨੀਤ। ਬੁਲਬੁਲਾ ਪਾਣੀ ਦੇ ਉੱਪਰ ਪੈਦਾ ਹੁੰਦਾ ਹੈ। ਇੱਕ ਪੈਦਾ ਹੋ ਜਾਂਦਾ ਤੇ ਇੱਕ ਫੁੱਟ ਜਾਂਦਾ ਹੈ। ਇੱਕ ਪੈਦਾ ਹੋਇਆ ਤੇ ਇੱਕ ਫੁੱਟ ਗਿਆ।
ਸਤਿਗੁਰੂ ਪਾਤਸ਼ਾਹ ਕਹਿੰਦੇ ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਨਸੈ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤੋ। ਮਿੱਤਰ ਪਿਆਰਿਆ ਸੁਣ, ਪਾਣੀ ਦੇ ਬੁਲਬੁਲੇ ਦੀ ਤਰ੍ਹਾਂ ਜਗਤ ਦੀ ਰਚਨਾ ਹੈ। ਜੇ ਪੋਤੇ ਨੇ ਘਰ ਵਿੱਚ ਜਨਮ ਲੈ ਲਿਆ ਤੇ ਦਾਦਾ ਚੜ੍ਹਾਈ ਕਰ ਜਾਂਦਾ। ਛੋਟੇ ਘਰ ਵਿੱਚ ਆਈ ਜਾਂਦੇ ਆ, ਨਵੇਂ ਜੀਵ ਆਉਂਦੇ ਆ, ਪੁਰਾਣੇ ਜਾਈ ਜਾਂਦੇ ਆ, ਜਰ ਲੱਗੀ ਜਾਂਦੀ ਜਾਈ ਜਾਂਦੇ ਆ। ਤਾਂ ਹੀ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਵੇਖ ਨਿਗਾਹ ਮਾਰ ਕੇ, ਇਹ ਤੇਰੇ ਕੱਲੇ ਨਾਲ ਥੋੜੇ ਹੋਈ ਐ। ਸਤਿਗੁਰੂ ਕਹਿੰਦੇ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ, ਤੈ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੀਣੋ ਹੈ। ਕਹਿੰਦੇ ਅਜੇ ਤੱਕ ਨਹੀਂ ਸਮਝਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ, ਹੰਪੀ ਵੰਜਾਂ ਡੂਮਣੀ ਰੋਵਾਂ ਝੀਣੀ ਬਾਣ, ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ, ਲੱਗੀ ਆਵੇ ਸਹੁਰੈ ਨਿਤ ਨਾ ਪਈਐ ਹੋਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਸਹੁਰੇ ਘਰ ਜਾਣਾ ਪੈਂਦਾ, ਪੇਕੇ ਘਰ ਬਹੁਤਾ ਸਮਾਂ ਨਹੀਂ ਰਿਹਾ ਕਰਦੇ। ਧੀ ਥੋੜਾ ਸਮਾਂ 18-20 ਸਾਲ ਪੇਕੇ ਘਰ ਰਹਿੰਦੀ, ਬਾਕੀ ਦੀ ਸਾਰੀ ਉਮਰ ਫਿਰ ਸਹੁਰੇ ਘਰ ਜਾ ਕੇ ਗੁਜ਼ਾਰਦੀ। ਐਸੇ ਤਰ੍ਹਾਂ ਹੀ ਸੰਸਾਰ ਇੱਕ ਸਾਡਾ ਪੇਕਾ ਘਰ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਜਾਣਾ ਤੇ ਉੱਥੇ ਪੈਣਾ ਹੈ, ਹੁਕਮ ਹੈ ਜਿੱਥੇ। ਇੱਥੇ ਸਦਾ ਨਹੀਂ ਨਾ, ਸਦੀਵ ਰਹਿਣ ਵਾਲਾ ਨਹੀਂ। ਵੇਖ ਜਾਂਦੇ ਆ ਨਾ, ਤੁਰੇ ਜਾਂਦੇ ਆ, ਕਿੰਨੇ ਹੀ ਗਏ। ਵੱਡੇ ਪੁਰਖੇ ਦਾਦੇ ਪੜਦਾਦਿਆਂ ਤੋਂ ਲਾ ਸਾਰੇ ਜਾਂਦੇ ਆ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿੱਧਰ ਗਏ ਸਾਰੇ ਭਾਈ? ਵਿਛੋੜਾ ਹੋਇਆ, ਦੁੱਖ ਲੱਗਿਆ। ਪਾਤਸ਼ਾਹ ਕਹਿੰਦੇ ਦੱਸ ਕਿੱਧਰ ਗਏ? ਗੁਰਮੁਖ ਪਿਆਰਿਓ, ਜਿਹੜੀ ਸੰਗਤ ਆ ਰਹੀ ਹੈ, ਬੇਨਤੀ ਹੈ ਲੰਗਰ ਪ੍ਰਸ਼ਾਦਾ ਛਕ ਕੇ ਗੁਰੂ ਚਰਨਾਂ 'ਚ ਦਰਬਾਰ ਸਾਹਿਬ ਵਿੱਚ ਪਹੁੰਚ ਜਿਓ, ਕਿਉਂਕਿ ਜਿੰਨਾ ਸਮਾਂ ਆਪਾਂ ਵਿਚਾਰ ਕਰਾਂਗੇ ਸਤਿਗੁਰੂ ਦੀ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਗੁਰੂ ਸਾਹਿਬ ਦੀ ਬਾਣੀ ਗਿਆਨ ਦਾ ਸਾਗਰ ਹੈ। ਸਮਝ ਲਈਏ ਸਤਿਗੁਰੂ ਪਾਤਸ਼ਾਹ ਦੇ ਬਚਨਾਂ ਨੂੰ, ਅਸੀਂ ਜੀਵਨ ਨੂੰ ਸੰਭਾਲ ਸਕਦੇ ਹਾਂ, ਸਾਨੂੰ ਸੋਝੀ ਆ ਜਾਏਗੀ। ਦੱਸਦੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਿੱਥੇ ਗਏ? ਤੂੰ ਇੱਕ ਦੀ ਗੱਲ ਕਰਦਾ ਹੈ, ਇਹ ਤਾਂ ਦੁਨੀਆ ਚੱਲੋ ਚੱਲੀ ਦਾ ਮੇਲਾ, ਇੱਥੇ ਸਾਰੇ ਹੀ ਜਾ ਰਹੇ ਆ। ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲਡਾਉਂਦੇ ਸੀ, 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 ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲਡਾਉਂਦੇ ਸੀ। ਉਹ ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲਡਾਉਂਦੇ ਸੀ, ਜਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲਡਾਉਂਦੇ ਸੀ, ਜਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲਡਾਉਂਦੇ ਸੀ, ਜਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲਡਾਉਂਦੇ ਸੀ। ਕਿੱਥੇ ਤੁਰ ਕੇ ਮਾਪੇ ਤੇਰੇ, ਕਿੱਥੇ ਤੁਰ ਕੇ ਮਾਪੇ, ਕਿੱਥੇ ਤੁਰ ਕੇ ਮਾਪੇ ਤੇਰੇ, ਕਿੱਥੇ ਤੁਰ ਗਏ ਮਾਪੇ। ਉਹ ਕਿੱਥੇ ਤੁਰ ਗਏ ਮਾਪੇ ਤੇਰੇ, ਕਿੱਥੇ ਤੁਰ ਗਏ ਮਾਪੇ, ਕਿੱਥੇ ਤੁਰ ਗਏ ਮਾਪੇ ਤੇਰੇ, ਕਿੱਥੇ ਤੁਰ ਗਏ ਮਾਪੇ। ਉਹ ਕਿੱਥੇ ਤੁਰ ਗਏ ਮਾਪੇ ਤੇਰੇ, ਕਿੱਥੇ ਤੁਰ ਗਏ ਮਾਪੇ, ਕਿੱਥੇ ਤੁਰ ਗਏ ਮਾਪੇ, ਕਿੱਥੇ ਤੁਰ ਗਏ ਮਾਪੇ। ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲਡਾਉਂਦੇ ਸੀ, ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲਡਾਉਂਦੇ ਸੀ। ਉਹ ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲਡਾਉਂਦੇ ਸੀ, ਕਿੱਥੇ ਤੁਰ ਗਏ ਮਾਪੇ
ਇੱਥੇ ਤੁਰ ਗਏ ਮਾਪੇ ਜਿਹੜੇ ਲਾਡ ਲੜਾਉਂਦੇ ਸੀ। ਇੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਾਣਿਓ ਹੈ ਤੈ ਪਾਸੋਂ ਓਏ ਲੱਤ ਗਏ ਤੂੰ ਅਜੇ ਮਦੀਨੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਅਜੇ ਤੱਕ ਨਹੀਂ ਸਮਝਿਆ। ਵੇਖ ਨਿਗਾਹ ਮਾਰ ਕੇ डूब हो गेरे बपरे बहु लोगन की कान पारोसी के जो हुआ तू अपने भी जान। जेड़ा गवांडी नाल होया मना एक दिन तेरे नाल भी होना ये जान लै। अज फलाना स्यों गया ते बारी तेरी भी है क्योंकि राणा राव ना कोर है रंग ना तुंग फकीर। भावें राजा होवे भावें कोई रंक होवे गरीब होवे अमीर होवे रंगां विच होवे भावें कोई तंगियां विच होवे बारी आपो अपनी कोई ना बंदा धीर। इत्थे कोई भी नहीं रहा टिक के। महाराज कहंदे सारे गए भाई निगाह मार के वेख ला बड़े छोटे तो सिकंदर बादशाह वर्गे धनाड़ लोग रावण वर्गे गुरमुख प्यारे जिन्हों कहंदे सी कि काल पावे ना बन्निया विया। गुरमुख प्यारिओ हरनाक्ष वर्गे जिन्हें कहा सी मैं परमेश्वर तो वर लै ले ना दिने मरा ना रात मरा ना अंदर मरा ना बाहर मरा ना बीमारी नाल मरा ना हथियार नाल मरा। किन्ने वर लैते गुरमुख प्यारिओ हरनाक्ष ने पर तुसी जाणदे हो ओदी मौत दा कारण ओदे घर विच पुत्र प्रहलाद पैदा हो गया सी। सारियां शर्तां पूरियां करके मौत ओनू भी आ गई। पीर पकंबर औलिए अवतार सारियां नू जाना पिया शरीर करके। पर आए कादे वास्ते आ गल इत्थे है जाना ते आउंदे आ ते जांदे आ सारे दुनिया आउंदी जांदी रहिंदी है। आया कादे वास्ते तेरा मकसद की है सानू ये पता होना चाहिए। मनुखा जन्म का मकसद की है। सतगुरु पातशाह कहंदे भई प्राप्त मानुख दे होरिया गोबिंद मिलन की एह तेरी वरिया। एक मौका मिलिया है एक बारी मिली है वाहिगुरु परमेश्वर दे मिलाप वास्ते। ये मनुखा जन्म 84 लाख जोना विचों एक उत्तम देही इनू बाणी ने कहा इस दुनिया में तेरी सिकदारी। पातशाह कहंदे सरदारी देही है इस दुनिया विच मनुखा जन्म। सौखा समझ लियो गुरमुख प्यारिओ एक ही एक ये मनुखा जन्म है जिहदे विच असीं बीज बीज सकते हैं। बाकी जिहड़ियां जूना ने उन्हां विच बीजे होए कर्मां दा बीज भोगना पैंदा उह च बीज पा नहीं सकते। एक ही मनुखा जन्म है। उदाहरण समझिओ 84 किलियां दा एक बड़ा महल उच्चा जिहदे विच एक जिन्हों अखां तो नज़र नहीं आउंदा अन्ना पुरुष उहदे किले विच जा फसिया। वो रौला पाउंदा आवाज़ां पाउंदा मैथों बाहर नहीं निकलिया जांदा। मैं बाहर आउणा चाहुंदा आज़ाद होना चाहुंदा ते किवें बाहर निकलां। कोई बाहरों किसी सज्जन ने आवाज़ दित्ती उहने कहा ਇਹਦਾ एक दरवाजा खुला है तू ਉਹਦੇ ਥਾਣੀ बाहर आ जा। ਇਹਨੇ ਆਖਿਆ ਮੈਨੂੰ ਦਿਸਦਾ है नहीं बाहर किद्दां आवां। तू कंध दे नाल दीवार दे नाल हथ ला ला के टोंदा जा ਜਿਹੜਾ दरवाजा खुला होएगा ਉਹਦੇ ਥਾਣੀ आ जाई बाहर ਜਿਹੜਾ बंद होएगा तैनूं पता लग जाना। इदां ही करके गुरमुख प्यारिओ पौड़ियां चढ़दा गया हथ दीवार नाल लाउंदा गया। पहले दरवाजे ते हाथ लाया वो भी बंद दूजा तीजा चौथा सारे दरवाजे बंद है। विचकार पहुँच गया तो जाके सिर विच खाज होण लग गई। जदों दरवाजे टोंदा जांदा जिहड़ा दरवाजा खुला होवे उहदी भाल विच है। सिर विच खाज होण लग गई। जिहड़ा हथ दरवाजे टोंदा सी उहदे नाल सिर विच खाज करन लग गया ते पौड़ियां चढ़दा गया अगे अगे। एक दो दरवाजे लंघा दिते फिर
ਕੰਧ ਨਾਲ ਦੀਵਾਰ ਨਾਲ ਹੱਥ ਲਾ ਕੇ ਟੋਂਦਾ ਜਾਂਦਾ ਹੈ, ਸਾਰਾ ਕੁਝ ਵੇਖਿਆ ਪਰ ਉਹ ਦਰਵਾਜ਼ਾ ਨਾ ਲੱਭਿਆ। ਫਿਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਕਹਿੰਦਾ ਇਹ ਤੇ ਸਾਰੇ ਦਰਵਾਜ਼ੇ ਬੰਦ ਹੈ, ਕੋਈ ਨਹੀਂ ਮਿਲਿਆ। ਬਾਹਰਲੇ ਪੁਰਸ਼ ਨੇ ਕਿਹਾ ਦਰਵਾਜ਼ਾ ਇੱਕ ਖੁੱਲਾ ਹੈ, ਤੂੰ ਵੇਖ ਧਿਆਨ ਨਾਲ, ਜ਼ਰੂਰ ਕਿਤੇ ਗਲਤੀ ਕੀਤੀ ਹੋਣੀ ਹੈ ਜਿਹਦੇ ਕਰਕੇ ਤੈਂ ਉਹ ਦਰਵਾਜ਼ੇ ਵਾਲਾ ਜਿਹੜੀ ਜਗ੍ਹਾ ਉਹ ਛੱਡ ਦਿੱਤੀ ਹੈ। ਸੋਚਣ ਲੱਗਿਆ ਮਨਾ, ਜਦੋਂ ਸਿਰ ਵਿੱਚ ਖਾਜ ਕਰਦਾ ਸੀ ਨਾ, ਉਦੋਂ ਹੋ ਸਕਦਾ ਉਹ ਦਰਵਾਜ਼ੇ ਵਾਲੀਆਂ 2-4 ਪੌੜੀਆਂ ਤੂੰ ਅੱਗੇ ਲੰਘ ਗਿਆ ਤੇ ਉਹ ਦਰਵਾਜ਼ਾ ਅੱਗੇ ਲੰਘ ਗਿਆ, ਤੂੰ ਫਿਰ ਬੰਦ ਦਰਵਾਜ਼ਿਆਂ ਵਿੱਚ ਜਾ ਕੇ ਉਲਝ ਗਿਆ। ਦੁਬਾਰਾ ਫਿਰ ਗਿਣਤੀ ਸ਼ੁਰੂ ਕੀਤੀ, ਟੋਂਦਾ ਆਇਆ, ਵੇਖਦਾ ਆਇਆ, ਫਿਰ ਜਾ ਕੇ ਕਿਤੇ ਉਹ ਦਰਵਾਜ਼ਾ ਮਿਲਿਆ, ਇੱਕੋ ਹੀ ਦਰਵਾਜ਼ਾ ਜਿਹਦੇ ਰਾਹੀਂ ਬਾਹਰ ਹੋਇਆ ਕਿਲੇ ਤੋਂ। ਅਸੀਂ ਜਨਮ ਮਰਨ ਦੇ ਇਸ ਬੰਧਨ ਤੋਂ ਜੇ ਬਾਹਰ ਹੋਣਾ ਹੈ ਤੇ ਇੱਕੋ ਹੀ ਇੱਕ ਦਰਵਾਜ਼ਾ ਖੁੱਲ੍ਹਾ ਹੈ, ਉਹ ਹੈ ਮਨੁੱਖਾ ਜਨਮ, ਜਿਹਨੂੰ ਸਤਿਗੁਰੂ ਪਾਤਸ਼ਾਹ ਨੇ ਕਿਹਾ। ਸਾਹਿਬ ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜਹੁ ਗੋਬਿੰਦ ਭੂਲ ਮਤ ਜਾਹੋ। ਕਿੱਧਰ ਭਜਣਾ ਚਾਹੀਦਾ ਸਾਨੂੰ, ਅਸੀਂ ਕਿੱਥੇ ਭਜਦੇ ਹਾਂ ਗੁਰਮੁਖ ਪਿਆਰਿਓ। ਅੱਜ ਸਾਡੀ ਜੇ ਦੌੜ ਲੱਗੀ ਹੋਈ ਹੈ, ਕੋਈ ਲੋਭ ਕਰਕੇ ਭਜਦਾ, ਕੋਈ ਆਪਣੇ ਹੰਕਾਰ ਕਰਕੇ ਭੱਜਿਆ ਫਿਰਦਾ, ਆਪਣੀ ਪ੍ਰਭਤਾ ਵਡਿਆਈ ਦਾ ਭੁੱਖਾ। ਅਸੀਂ ਇੱਧਰ ਭੱਜੇ ਹੋਏ ਹਾਂ ਨਾ, ਸਾਡੀ ਦੌੜ ਕਿੱਧਰ ਲੱਗੀ ਹੈ। ਸਹਿਸ ਖਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਜੇ 2 ਕਿੱਲੇ ਬਣਾ ਲਏ ਤੇ ਹੁਣ ਮੈਂ 4 ਕਿੱਦਾਂ ਬਣਾਵਾਂ, ਜੇ 4 ਬਣਾ ਲਏ ਤੇ 6 ਕਿੱਦਾਂ ਬਣਾਵਾਂ, ਇੱਕ ਮਹਿਲ ਪਾ ਲਿਆ ਹੋਰ ਬਣਾ ਲਵਾਂ, ਹੋਰ ਬਣਾ ਲਵਾਂ। ਸਾਡੀ ਦੌੜ ਇੱਥੇ ਲੱਗੀ ਹੈ, ਪਰ ਸਤਿਗੁਰੂ ਕਹਿੰਦੇ ਭਜੋ ਹੋ ਗੋਬਿੰਦ। ਜੇ ਭਜਣਾ ਚਾਹਣਾ ਹੈ ਨਾ, ਜਿਹੜਾ ਮਨੁੱਖਾ ਜਨਮ ਮਿਲਿਆ ਇਹਦਾ ਅਸਲੀ ਲਾਹਾ ਕੀ ਹੈ। ਅਵਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਕਿੱਧਰ ਭਜਣਾ ਚਾਹੀਦਾ। ਮਹਾਰਾਜ ਕਹਿੰਦੇ ਭਜੋ ਹੋ ਗੋਬਿੰਦ। ਗੋ ਦਾ ਅਰਥ ਹੁੰਦਾ ਧਰਤੀ ਤੇ ਬਿੰਦ ਦਾ ਅਰਥ ਹੁੰਦਾ ਪਾਲਣਾ ਕਰਨ ਵਾਲਾ। ਗੋਬਿੰਦ ਸ਼ਬਦ ਦੇ ਅਰਥ ਕਹਿੰਦੇ ਜਿਹੜਾ ਧਰਤੀ ਦੀ ਪਾਲਣਾ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਉਹਦੀ ਬੰਦਗੀ, ਉਹਦੀ ਭਗਤੀ, ਉਹਦਾ ਸ਼ੁਕਰਾਨਾ ਕਰਿਆ ਕਰ। ਇੱਧਰ ਭੱਜਿਆ ਕਰ, ਆਪਣੀ ਸੁਰਤ ਇੱਧਰ ਲਾ ਕੇ ਰੱਖਿਆ ਕਰ, ਉਹਦਾ ਸ਼ੁਕਰਾਨਾ ਕਰਿਆ ਕਰ। ਰਮਈਆ ਕੇ ਗੁਣ ਚੇਤ ਪ੍ਰਾਨੀ, ਜਿਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਕਹਿੰਦੇ ਆ। ਰੱਬ ਦੇ ਗੁਣ ਗਾਇਆ ਕਰ, ਵਾਹਿਗੁਰੂ ਦੇ ਗੁਣ ਗਾਇਆ ਕਰ। ਮਨੁੱਖਾ ਜਨਮ ਦਾ ਅਸਲੀ ਲਾਹਾ ਇਹ ਹੈ। ਭੂਲ ਮਤ ਜਾਹੋ, ਵੇਖੀ ਕਿਤੇ ਭੁੱਲ ਜਾਏ। ਬਾਰ-ਬਾਰ ਸਤਿਗੁਰੂ ਦੀ ਬਾਣੀ ਸਾਨੂੰ ਤਾੜਨਾ ਦੇ ਕੇ ਸਮਝਾਉਂਦੀ ਹੈ, ਭੁੱਲ ਨਾ ਜਾਈ ਮਨਾ। ਮਾਨੁਸ਼ ਜਨਮ ਕਾ ਇਹੀ ਲਾਹੋ। ਇਹ ਮਨੁੱਖਾ ਜਨਮ ਦਾ ਲਾਹਾ ਇਹੀ ਹੈ ਭਾਈ, ਵਾਹਿਗੁਰੂ ਦੇ ਗੁਣ ਗਾਉਣੇ। ਸਤਿਗੁਰੂ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੀ ਬੰਦਗੀ ਭਗਤੀ ਕਰਨੀ, ਇਹ ਮਨੁੱਖਾ ਜਨਮ ਦਾ ਲਾਹਾ ਹੈ। ਪਰ ਅਸੀਂ ਕਿੱਥੇ ਭੱਜੇ ਹੋਏ ਹਾਂ, ਬਚਪਨ ਤੋਂ ਚੱਲੇ ਹੋਏ ਹਾਂ ਗੁਰਮੁਖ ਪਿਆਰਿਓ। ਸਾਰੀ ਉਮਰ ਲੰਘ ਜਾਂਦੀ ਹੈ, ਇੱਧਰ ਨਾ ਭੱਜੇ, ਅਸੀਂ ਹੋਰ ਬੜੇ ਪਾਸੇ ਭੱਜਦੇ ਗਏ ਹਾਂ। ਬੜੀ ਜਗ੍ਹਾ ਭੱਜੇ ਹਾਂ। ਸੁਰਤ ਮਾਰੋ, ਪੁੱਛੀਏ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ। ਜੇ ਕੋਈ ਸੰਗਤ ਵਿੱਚ ਸਾਨੂੰ ਕਹਿ ਦੇਵੇ ਭਾਈ ਬੰਦਗੀ ਕਰੋ, ਭਗਤੀ ਕਰੋ, ਸੇਵਾ ਸਿਮਰਨ, ਪਰਉਪਕਾਰ, ਦਇਆ ਭਾਵਨਾ, ਸਹਿਣਸ਼ੀਲਤਾ, ਇਹ ਗੁਣ ਆਪਣੇ ਅੰਦਰ ਲਿਆਓ, ਸੰਗਤ ਕਰਿਆ ਕਰੋ ਭਾਈ। ਸਾਨੂੰ ਸੰਗਤ ਵਿੱਚੋਂ ਸੇਧ ਮਿਲਦੀ ਹੈ, ਸਿੱਖਿਆ ਮਿਲਦੀ ਹੈ, ਜ਼ਿੰਦਗੀ ਕਿਵੇਂ ਜਿਉਣੀ ਹੈ, ਰਹਿਣਾ ਸਹਿਣਾ, ਬੋਲਣਾ ਚੱਲਣਾ ਕਿੱਦਾਂ, ਇਹ ਸੰਗਤ ਵਿੱਚੋਂ ਮਿਲਦੇ ਆ ਗੁਣ। ਕੋਈ ਗੱਲ ਨਹੀਂ ਜੀ, ਕੰਮ ਧੰਦਾ ਨਵੇੜੀਏ, ਕਬੀਲਦਾਰੀ ਕਿਉਂਟ ਲਈਏ, ਫਿਰ ਜਾਵਾਂਗੇ, ਫਿਰ ਸੰਗਤ ਕਰਾਂਗੇ, ਫਿਰ ਕਰਾਂਗੇ। ਸੱਚੇ ਪਾਤਸ਼ਾਹ ਇਹਨਾਂ ਨੂੰ ਕੀ ਕਹਿੰਦੇ ਆ ਜਿਹੜੇ ਇਦਾਂ ਕਰਦੇ ਆ ਵੀ ਫਿਰ ਜਪਾਂਗੇ, ਫਿਰ ਕਰਾਂਗੇ ਭਾਈ। ਸਾਹਿਬ ਕਹਿੰਦੇ ਟਾਲੈ ਟੋਲੈ ਦਿਨ ਗਿਆ, ਵਿਆਜ ਬੜੰਤੋ ਜਾਏ। ਕਹਿੰਦੇ ਗਿਣਵੇਂ ਤੁਲਵੇਂ ਸਵਾਸ ਪਰਮੇਸ਼ਰ ਤੋਂ ਲੈ ਕੇ ਆਇਆ। ਗਿਣਵੇਂ ਸਵਾਸ ਉਹ ਲੰਘਦੇ ਜਾਂਦੇ, ਅੱਜ ਵੀ ਲੰਘੇ, ਅੱਧਾ ਕੱਲ ਵੀ ਲੰਘੇ, ਪਿਛਲਾ ਕੱਲ ਲੰਘ ਚੁੱਕਿਆ। ਮਹਾਰਾਜ ਕਹਿੰਦੇ ਭਾਈ ਵਿਆਜ ਵੱਧਦਾ ਜਾਂਦਾ ਹੈ, ਸਮਾਂ ਬਹੁਤ ਥੋੜਾ ਹੈ ਤੇ ਲਾਹਾ ਬਹੁਤ ਜ਼ਿਆਦਾ ਲੈਣਾ ਸੀ। ਤੂੰ ਡੁੱਬ ਗਿਆ ਵਿਸ਼ੇ ਵਿਕਾਰਾਂ ਵਿੱਚ, ਤੇਰੀ ਉਮਰ ਬੀਤਦੀ ਜਾਂਦੀ ਹੈ, ਤੈਨੂੰ ਸਮਝ ਨਹੀਂ ਹੈਗੀ।
ਆਪਣਾ ਜੀਵਨ ਐਵੇਂ ਅਜਾਈ ਗਵਾ ਰਹੇ ਆ। 10 ਬਾਲ ਤਨ 20 ਸ਼ਰਵਣ ਤੀਸਾ ਕਾ ਸੁੰਦਰ ਕਹਾਵੈ, 40 ਸੀਪੁਰ ਹੋਏ 85 ਪਗ ਖਿਸੈ, 60 ਕੇ ਬੁਢੇਪਾ ਆਵੈ, 70 ਕਾ ਮਤਹੀਣ ਅਸੀਹਾਂ ਕਾ ਵਿਵਹਾਰ ਨਾ ਪਾਵੈ, 90 ਕਾ ਸੇਹ ਜਸਨੀ ਬੋਲ ਨਾ ਜਾਣੈ ਅਪ ਬਲ। ਸਤਿਗੁਰੂ ਪਾਤਸ਼ਾਹ ਕਹਿੰਦੇ ਆਇਆ ਤੇ ਲਾਹਾ ਲੈਣ ਵਾਸਤੇ ਸੀ, ਮਨੁੱਖਾ ਜਨਮ ਮਿਲਿਆ ਹੀ ਇਸੇ ਵਾਸਤੇ ਸੀ, ਪਰ ਲੰਘਦਾ ਗਿਆ। ਕਿਵੇਂ ਲੰਘਿਆ ਸਾਡਾ ਜੀਵਨ ਗੁਰਮੁਖੋ? ਕਿਸੇ 50-60 ਸਾਲ ਦੇ ਨੂੰ ਪੁੱਛੀਏ ਉਮਰ ਕਿਵੇਂ ਲੰਘੀ, ਕਹਿੰਦਾ ਪਤਾ ਹੀ ਨਹੀਂ, ਪਿਛਲਾ ਕੁਝ ਚੇਤੇ 'ਚ ਨਹੀਂ ਹੈਗਾ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਨੂੰ ਸਾਰਾ ਦੱਸਦੇ ਆ, ਸਾਡੇ ਜਨਮ ਤੋਂ ਲਾ ਕੇ ਮੌਤ ਤੱਕ ਦੀ ਹਿਸਟਰੀ ਸਾਡੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ 'ਚ ਪਈ ਹੈ। ਗੁਰਮੁਖ ਪਿਆਰਿਓ, ਜਿੱਥੇ ਸੱਚੇ ਪਾਤਸ਼ਾਹ ਨੇ ਸਾਡੇ ਜਨਮ ਤੋਂ ਉੱਥੋਂ ਦੱਸ ਦਿੱਤਾ, ਜਦੋਂ ਮਾਂ ਦੇ ਗਰਭ ਵਿੱਚ ਸੀਗਾ, ਉਦੋਂ ਤੋਂ ਲਾ ਕੇ ਸਤਿਗੁਰੂ ਨੇ ਸਾਡੇ ਮੌਤ ਤੱਕ ਦਾ ਸਾਰਾ ਚਿੱਠਾ ਲਿਖਿਆ ਪਿਆ। ਮਹਾਰਾਜ ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜਾ ਭਇਆ ਭਾਬੀ ਬੇਵ, ਚੌਥਾ ਪਿਆਰ ਉਪੰਨੀ ਖੇੜ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਸਤਵੇਂ ਸੰਜ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੁਆ ਤਨ ਨਾਸ, ਨੌਵੇਂ ਧੌਲੇ ਉਬੇ ਸਾਹਾ, 10ਵੇਂ ਦੱਦਾ ਹੁਆ ਸਵਾਹਾ। ਲੈ ਤੇਰੀ ਉਮਰ ਲੰਘ ਗਈ। ਕਿਵੇਂ ਲੰਘੀ ਸੱਚੇ ਪਾਤਸ਼ਾਹ ਸਾਨੂੰ ਦੱਸ ਦਿਓ, ਅਸੀਂ ਭੁੱਲੇ ਬੈਠੇ ਹਾਂ। ਹਮ ਅਗਿਆਨ ਅਲਪ ਮਤ ਥੋਰੀ, ਭੁੱਲ ਗਏ ਨਾ ਅਸੀਂ, ਵਿਸ਼ੇ ਵਿਕਾਰਾਂ 'ਚ ਡੁੱਬ ਕੇ ਸਾਡੀ ਲੰਘ ਗਈ, ਸਾਨੂੰ ਪਤਾ ਹੀ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੱਸਦੇ ਕਿੱਥੇ ਕਿੱਥੇ ਤੂੰ ਪਿਆਰ ਪਾਇਆ ਤੇ ਕਿੱਥੇ ਨਹੀਂ ਪਾਇਆ। ਮਹਾਰਾਜ ਕਹਿੰਦੇ ਜਦੋਂ ਮਾਂ ਦੇ ਗਰਭ ਵਿੱਚ ਸੀ 9 ਮਹੀਨੇ, ਉਦੋਂ ਪਰਮੇਸ਼ਰ ਨਾਲ ਲਿਵ ਲੱਗੀ ਹੋਈ, ਜਿਹਨੂੰ ਪਾਤਸ਼ਾਹ ਕਹਿੰਦੇ ਪਹਿਲਾ ਪਹਿਰਾ ਰੈਣ ਕੈ ਬਣਜਾਰਿਆ ਮਿੱਤਰਾ। ਬਣਜਾਰਾ ਕਹਿੰਦੇ ਹੁੰਦੇ ਨੇ ਬਣਜ ਕਰਨ ਵਾਸਤੇ, ਅੱਗੇ ਆਉਂਦੇ ਹੁੰਦੇ ਨਾ ਬਣਜਾਰੇ ਚੂੜੀਆਂ ਲੈ ਕੇ ਵਪਾਰ ਕਰਨ ਆਉਣਾ, ਬਣਜ ਕਰਨ ਵਾਲਾ ਬਣਜਾਰਾ। ਸਤਿਗੁਰੂ ਕਹਿੰਦੇ ਮਨੁੱਖਾ ਜਨਮ ਨੂੰ ਕਹਿੰਦੇ ਤੂੰ ਬਣਜਾਰਾ ਆਇਆ ਬਣਜ ਕਰਨ ਵਾਸਤੇ। ਹੁਣ ਜੇ ਕੋਈ ਬੰਦਾ ਵਪਾਰੀ ਹੋਵੇ, ਵਪਾਰ ਕਰਨ ਵਾਲੇ ਬੰਦੇ ਨੂੰ ਲੁੱਟ ਲਿਆ ਜਾਏ, ਜਿਹੜੀ ਉਹਨੇ ਕੁਝ ਕਮਾਈ ਕੀਤੀ ਹੈ ਉਹ ਲੁੱਟ ਲਈ ਜਾਏ, ਉਹਦੇ ਪੱਲੇ ਕੀ ਰਹੂਗਾ? ਕੁਝ ਵੀ ਨਹੀਂ ਰਹਿਣਾ। ਸੱਚੇ ਪਾਤਸ਼ਾਹ ਕਹਿੰਦੇ ਆਇਆ ਤੇ ਬਣਜਾਰਾ ਸੀ, ਵਾਹਿਗੁਰੂ ਦੇ ਨਾਮ ਦਾ ਬਣਜ ਕਰਨ ਵਾਸਤੇ ਇਹਨੂੰ ਲੁੱਟ ਲਿਆ। ਲੁੱਟਿਆ ਕਿਹਨੇ ਆ ਸਾਨੂੰ ਪਤਾ ਹੀ ਹੈ ਨਹੀਂ। ਅਸੀਂ ਬਾਹਰੋਂ ਧਨ ਦੌਲਤ ਸੰਭਾਲਦੇ ਹਾਂ, ਤਿਜੋਰੀਆਂ 'ਚ ਬੈਂਕਾਂ 'ਚ ਰੱਖੀ ਬੈਠੇ ਹਾਂ, ਕੋਈ ਲੁੱਟ ਕੇ ਨਾ ਲੈ ਜਾਏ, ਮੇਰੇ ਕੋਲ ਇੰਨੀ ਸਾਂਭੀ ਹੈ। ਪਾਤਸ਼ਾਹ ਕਹਿੰਦੇ ਜਿਹਨੂੰ ਸੰਭਾਲਣਾ ਸੀ ਉਹ ਤੇ ਲੁੱਟਿਆ ਜਾ ਰਿਹਾ ਹੈ। ਕੌਣ ਲੁੱਟ ਲਿਆ? ਕਿਹਨੇ ਲੁੱਟਿਆ? ਗੁਰਮੁਖ ਪਿਆਰਿਓ, ਇਸ ਦੇਹੀ ਅੰਦਰ ਪੰਜ ਚੋਰ ਬਸਹਿ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। 5 ਚੋਰ ਨੇ, ਇੱਕ ਨਹੀਂ ਅੱਧਾ ਨਹੀਂ, 5 ਨੇ ਇਕੱਠੇ ਹੀ। ਅੰਮ੍ਰਿਤ ਲੁੱਟ ਹੈ ਮਨ ਮੁਖ ਨਹੀਂ ਬੂਝੈ, ਕੋਏ ਨਾ ਸੁਣੈ ਪੁਕਾਰ। ਸਾਡੇ ਜੀਵਨ ਦੀ ਗੱਲ ਪਾਤਸ਼ਾਹ ਨੇ ਦੱਸੀ। ਮਨੁੱਖਾ ਜਨਮ ਕੀ ਕਰਨਾ ਸੀ ਤੇ ਕੀ ਕਰ ਰਿਹਾ? ਪਾਤਸ਼ਾਹ ਕਹਿੰਦੇ 5 ਚੋਰਾਂ ਨੇ ਲੁੱਟ ਲਿਆ ਭਾਈ। ਆਇਆ ਸੀ ਵਾਹਿਗੁਰੂ ਦੇ ਨਾਮ ਦਾ ਬਣਜ ਕਰਨ ਵਾਸਤੇ, ਕੋਈ ਕਾਮ ਵਿੱਚ ਫਸ ਕੇ ਰਹਿ ਗਿਆ, ਕੋਈ ਕ੍ਰੋਧ ਵਿੱਚ ਡੁੱਬ ਗਿਆ, ਕੋਈ ਲੋਭ ਵਿੱਚ ਡੁੱਬ ਗਿਆ, ਕਿਸੇ ਨੂੰ ਮੋਹ ਦੀ ਵਾਸ਼ਨਾ ਨੇ ਲੁੱਟ ਲਿਆ, ਹੰਕਾਰ ਵਿੱਚ ਡੁੱਬ ਗਈ ਦੁਨੀਆ। ਸੱਚੇ ਪਾਤਸ਼ਾਹ ਕਹਿੰਦੇ ਕੰਮ ਕੋਈ ਹੋਰ ਸੀ, ਮਕਸਦ ਕੋਈ ਹੋਰ ਸੀ, ਹੋਰ ਹੀ ਕਿਤੇ ਉਲਝ ਕੇ ਰਹਿ ਗਿਆ, ਸਾਰੀ ਉਮਰ ਲੰਘਾ ਲਈ। ਲੁੱਟ ਲਿਆ ਬਣਜਾਰਾ ਲੋਕੋ ਲੱਖਾਂ ਦਾ। ਬਣਜਾਰਾ ਮਨੁੱਖਾ ਜਨਮ ਨੂੰ ਕਬੀਰ ਸਾਹਿਬ ਕੀ ਕਹਿੰਦੇ? ਮਾਨੁਸ਼ ਜਨਮ ਦੁਲੰਭ ਹੈ, ਹੋਏ ਨਾ 12 ਬਾਰ। ਜਿਹਦੀ ਅਸੀਂ ਕੀਮਤ ਨਹੀਂ ਨਾ ਜਾਣਦੇ, ਭਗਤ ਕਬੀਰ ਸਾਹਿਬ ਕਹਿੰਦੇ ਬਹੁਤ ਕੀਮਤੀ ਹੈ। ਲੁੱਟ ਲਿਆ ਬਣਜਾਰਾ ਲੋਕੋ ਲੱਖਾਂ ਦਾ, ਦੁਨੀਆ ਦੀ ਵਾਸ਼ਨਾ ਨੇ। ਲੁੱਟ ਲਿਆ ਬਣਜਾਰਾ ਲੋਕੋ ਲੱਖਾਂ ਦਾ, ਦੁਨੀਆ ਦੀ ਵਾਸ਼ਨਾ ਨੇ। ਲੋਕੋ ਲੱਖਾਂ ਦਾ, ਦੁਨੀਆ ਦੀ ਵਾਸ਼ਨਾ ਨੇ। ਉਹ ਲੁੱਟ ਲਿਆ ਬਣਜਾਰਾ ਲੋਕੋ ਲੱਖਾਂ ਦਾ, ਦੁਨੀਆ ਦੀ ਵਾਸ਼ਨਾ ਨੇ। ਉਹ ਲੁੱਟ ਲਿਆ
ਬਣਜਾਰਾ ਲੋਕੋ ਲੱਖਾਂ ਦਾ ਦੁਨੀਆ ਦੀ ਵਾਸਨਾ ਨੇ ਉਹ ਲੁੱਟ ਲਿਆ ਬਣਜਾਰਾ ਲੋਕੋ ਲੱਖਾਂ ਦਾ ਦੁਨੀਆ ਦੀ ਵਾਸਨਾ ਨੇ ਦੁਨੀਆ ਦੀ ਜੀ ਵਾਸ਼ਨਾ ਨੇ ਦੁਨੀਆ ਦੀ ਜੀ ਵਾਸ਼ਨਾ ਨੇ ਉਹ ਦੁਨੀਆ ਦੀ ਜੀ ਵਾਸਨਾ ਨੇ ਉਹ ਦੁਨੀਆ ਦੀ ਜੀ ਵਾਸਨਾ ਨੇ ਉਹ ਦੁਨੀਆ ਦੀ ਜੀ ਵਾਸਨਾ ਨੇ ਦੁਨੀਆ ਦੀ ਜੀ ਵਾਸਨਾ ਨੇ ਲੁੱਟ ਲਿਆ ਬਣਜਾਰਾ ਲੋਕੋ ਲੱਖਾਂ ਦਾ ਦੁਨੀਆ ਦੀ ਵਾਸ਼ਨਾ ਨੇ ਭਾਈ ਲੁੱਟ ਲਿਆ ਬਣਜਾਰਾ ਲੋਕੋ ਲੱਖਾਂ ਦਾ ਦੁਨੀਆ ਦੀ ਵਾਸ਼ਨਾ ਨੇ ਉਹ ਲੁੱਟ ਲਿਆ ਬਣਜਾਰਾ ਭਾਈ ਲੱਖਾਂ ਦਾ ਦੁਨੀਆ ਦੀ ਵਾਸਨਾ ਨੇ ਉਹ ਲੁੱਟ ਲਿਆ ਬਣਜਾਰਾ ਭਾਈ ਲੱਖਾਂ ਦਾ ਦੁਨੀਆ ਦੀ ਵਾਸਨਾ ਨੇ ਉਹ ਲੁੱਟ ਲਿਆ ਬਣਜਾਰਾ ਭਾਈ ਲੱਖਾਂ ਦਾ ਦੁਨੀਆ ਦੀ ਵਾਸਨਾ ਨੇ ਉਹ ਲੁੱਟ ਲਿਆ ਬਣਜਾਰਾ ਲੋਕੋ ਲੱਖਾਂ ਦਾ ਉਹ ਦੁਨੀਆ ਦੀ ਵਾਸਨਾ ਨੇ ਜੀ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਜੈਸਾ ਜਨਮ ਹੈ ਕੋਟੀ ਬਦਲੇ ਜਾਏ ਰਹਿਣ ਗਵਾਈ ਸੋਏ ਕੈ ਰਾਤ ਸੌਂ ਕੇ ਗੁਜ਼ਰ ਜਾਂਦੀ ਦਿਨ ਖਾ ਕੇ ਗੁਜ਼ਰ ਜਾਂਦਾ ਹੈ ਸਾਨੂੰ ਲੰਘਦਾ ਟਾਈਮ ਲੰਘ ਗਿਆ ਪਰ ਪਾਤਸ਼ਾਹ ਕਹਿੰਦੇ ਭਾਈ ਵਾਹਿਗੁਰੂ ਦੇ ਨਾਮ ਤੋਂ ਬਿਨਾ ਜੀਵਨ ਕੀ ਸਵਾਸ ਵੀ ਬਿਰਥਾ ਜਾ ਰਿਹਾ ਜਨਮ ਕੀ ਸਵਾਸ ਵੀ ਬਿਰਥਾ ਇੱਥੋਂ ਤੱਕ ਪਾਤਸ਼ਾਹ ਨੇ ਕਹਿ ਦਿੱਤਾ ਜਿਨੀ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਗ ਆਏ RAM ਰਾਜੇ ਕਾਦੇ ਵਾਸਤੇ ਆਇਆ ਬਈ ਆਪਣੇ ਮਕਸਦ ਨੂੰ ਨਾ ਪੂਰਾ ਕਰ ਸਕਿਆ ਜਿਹੜੀ ਡਿਊਟੀ ਸੀ ਉਹ ਡਿਊਟੀ ਨਾ ਨਿਭਾ ਕੇ ਗਿਆ ਮਨੁੱਖਾ ਜਨਮ ਦੀ ਕਾਦੇ ਵਾਸਤੇ ਆਇਆ ਗੁਰਮੁਖ ਪਿਆਰਿਓ ਉਮਰ ਲੰਘਦੀ ਜਾਂਦੀ ਸਾਨੂੰ ਪਤਾ ਹੀ ਨਹੀਂ ਲੱਗਦਾ ਸੱਚੇ ਪਾਤਸ਼ਾਹ ਨੇ ਅਵਸਥਾਵਾਂ ਦਸੀਆਂ ਸਾਡੀ ਜ਼ਿੰਦਗੀ ਦੀਆਂ 10 ਅਵਸਥਾਵਾਂ ਮਹਾਰਾਜ ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ ਕਿਵੇਂ ਲੰਘਿਆ ਜੀਵਨ ਸਾਡਾ ਜਨਮ ਹੋਇਆ ਜਨਮ ਵੇਲੇ ਸਿਰਫ ਸਾਨੂੰ ਦੁੱਧ ਪਿਆਰਾ ਹੁੰਦਾ ਕੋਈ ਵੀ ਬਾਲਕ ਹੋਵੇ ਦੁੱਧ ਪਿਆਰਾ ਉਹਨੂੰ ਮਾਂ ਦਾ ਨਹੀਂ ਪਤਾ ਉਹਨੂੰ ਪਿਓ ਦਾ ਨਹੀਂ ਪਤਾ ਬੱਚਾ ਰੋਂਦਾ ਹੈ ਮਾਂ ਦੁੱਧ ਪਿਲਾ ਦੇਵੇ ਤੇ ਚੁੱਪ ਕਰ ਜਾਂਦਾ ਫੇਰ ਰੋਣ ਲੱਗ ਜਾਂਦਾ ਫੇਰ ਮਾਂ ਦੁੱਧ ਪਿਲਾ ਦਿੰਦੀ ਫੇਰ ਚੁੱਪ ਕਰ ਜਾਂਦਾ ਮਹੀਨਾ 2 ਮਹੀਨੇ ਇਦਾਂ ਹੀ ਚੱਲਦਾ ਪਹਿਲੇ ਪਿਆਰ ਲੱਗਾ ਥਣ ਦੁੱਧ ਸਾਡੀ ਜ਼ਿੰਦਗੀ ਦੀ ਪਹਿਲੀ ਸਟੇਜ ਹੈ ਇਹ ਦੂਜਾ ਮਾਏ ਬਾਪ ਕੀ ਸੁੱਧ ਥੋੜਾ ਜਿਹਾ ਵੱਡਾ ਹੋ ਜਾਂਦਾ ਮਹਾਰਾਜ ਕਹਿੰਦੇ ਫਿਰ ਮਾਂ ਪਿਓ ਦੀ ਸੋਝੀ ਆਉਂਦੀ ਹੈ ਮਾਂ ਦੀ ਗੋਦ ਦਾ ਪਿਓ ਦੀ ਗੋਦ ਦਾ ਪਤਾ ਲੱਗਦਾ ਬੱਚੇ ਨੂੰ ਮਾਂ ਤੋਂ ਦੂਰ ਨਹੀਂ ਹੁੰਦਾ ਪਿਓ ਤੋਂ ਦੂਰ ਨਹੀਂ ਹੁੰਦਾ ਕੁਝ ਕੁ ਮਹੀਨੇ ਲੰਘ ਗਏ ਜਦੋਂ ਮਾਂ ਦੇ ਦੁੱਧ ਨਾਲ ਪਿਆਰ ਸੀ ਫਿਰ ਮਾਂ ਪਿਓ ਨਾਲ ਪਿਆਰ ਪੈ ਗਿਆ ਥੋੜਾ ਜਿਹਾ ਸਮਾਂ ਉੱਦਾਂ ਮਾਂ ਪਿਓ ਦੇ ਪਿਆਰ ਵਿੱਚ ਲੰਘਦਾ ਦੂਜਾ ਮਾਏ ਬਾਪ ਕੀ ਸੁੱਧ ਤੀਜਾ ਭਇਆ ਭਾਬੀ ਬੇਵ ਤੀਜੀ ਸਟੇਜ ਕੀ ਆਈ ਭਾਈ ਭਰਜਾਈ ਘਰ ਪਰਿਵਾਰ ਵਾਲੇ ਜਿਹੜੇ ਬਾਕੀ ਸਦੱਸਿਆ ਮੈਂਬਰ ਹੁੰਦੇ ਆ ਉਹਨਾਂ ਨਾਲ ਪਿਆਰ ਪੈ ਜਾਂਦਾ ਚਾਚੇ ਤਾਇਆਂ ਦਾ ਭਾਈਆਂ ਦਾ ਪਤਾ ਲੱਗ ਜਾਂਦਾ ਬਾਲਕ ਨੂੰ ਪਹਿਲਾਂ ਮਾਂ ਪਿਓ ਦੀ ਗੋਦ ਚੋਂ ਨਹੀਂ ਸੀ ਜਾਂਦਾ ਹੁਣ ਜਿਹੜਾ ਕੋਈ ਬਾਹਰੇ ਚੁੱਕ ਕੇ ਲੈ ਜਾਂਦਾ ਹੁਣ ਉਹਦੇ ਨਾਲ ਪਿਆਰ ਪੈ ਗਿਆ ਉਹਨੂੰ ਦੇਖਿਆ ਨਹੀਂ ਤੇ ਜਦੇ ਹੀ ਬਾਹਰ ਨੂੰ ਭੱਜ ਲੈਂਦਾ ਤੀਜਾ ਭਇਆ ਭਾਬੀ ਬੇਵ ਇਹ ਤੀਜੀ ਸਟੇਜ ਸਾਡੀ ਜ਼ਿੰਦਗੀ ਦੀ ਚੌਥਾ ਪਿਆਰ ਉਪੰਨੀ ਖੇਡ ਮਹਾਰਾਜ ਕਹਿੰਦੇ ਚੌਥੀ ਸਟੇਜ ਆ ਗਈ ਭਾਈ ਜਦੋਂ ਖੇਡਾਂ ਨਾਲ ਪਿਆਰ ਹੁੰਦਾ ਹੈ ਥੋੜਾ ਵੱਡਾ ਹੋ ਗਿਆ 2-3 ਸਾਲ ਦਾ ਬਾਲਕ ਹੋ ਗਿਆ
ਮਹਾਰਾਜ ਕਹਿੰਦੇ ਖੇਡਾਂ ਨਾਲ ਪਿਆਰ, ਖੇਡ ਪਿਆਰੀ ਲੱਗਦੀ, ਉਹਨਾਂ ਮਾਂ ਦਾ ਚੇਤਾ ਨਾ ਪਿਓ ਦਾ ਚੇਤਾ। ਜੇ ਕੋਈ ਚੁੱਕ ਕੇ ਲਿਜਾਂਦਾ ਤੇ ਰੋਣ ਲੱਗ ਜਾਂਦਾ, ਖੇਡਾਂ 'ਚ ਪਿਆਰ ਪੈ ਗਿਆ, ਖੇਡ ਪਿਆਰੀ ਲੱਗਦੀ ਹੈ। ਹੁਣ ਸਾਰੀ ਉਮਰ ਨਹੀਂ ਨਾ ਖੇਡਾਂ ਪਿਆਰੀਆਂ ਲੱਗਦੀਆਂ ਹੁੰਦੀਆਂ, ਥੋੜਾ ਜਿਹਾ ਸਾਲ 2 ਸਾਲ ਖੇਡਾਂ ਪਿਆਰੀਆਂ ਲੱਗੀਆਂ। ਮਹਾਰਾਜ ਕਹਿੰਦੇ ਪੰਜਵੇਂ ਖਾਣ ਪੀਣ ਕੀ ਧਾਤ, ਥੋੜਾ ਵੱਡਾ ਹੋ ਗਿਆ, ਹੁਣ ਖਾਣ ਪੀਣ ਦੇ ਪਦਾਰਥ ਚੰਗੇ ਲੱਗਦੇ ਆ, ਖਾਣਾ ਪੀਣਾ ਚੰਗਾ ਲੱਗਦਾ ਹੈ। ਫਿਰ ਥੋੜੀ ਜੀ ਜ਼ਿੰਦਗੀ ਲੰਘਦੀ ਹੈ ਖਾਣ ਪੀਣ ਵਿੱਚ। ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਜਵਾਨੀ 'ਚ ਆ ਗਿਆ। ਕੁਛ ਖੇਡਾਂ 'ਚ ਲੰਘ ਗਈ, ਕੁਛ ਮਾਂ ਪਿਓ ਦੇ ਪਿਆਰ ਵਿੱਚ, ਰਿਸ਼ਤੇਦਾਰਾਂ ਦੇ ਪਿਆਰ 'ਚ, ਕੁਝ ਦੁੱਧ ਦੇ ਵਿੱਚ ਲੰਘ ਗਈ ਸੀ ਜਦੋਂ ਦੁੱਧ ਨਾਲ ਪਿਆਰ ਸੀ। ਕੁਛ ਕੁ ਲੰਘ ਗਈ ਜਦੋਂ ਖਾਣ ਪੀਣ ਚੰਗਾ ਲੱਗਦਾ ਸੀਗਾ, ਕਦੇ ਮਿੱਤਰਾਂ ਨਾਲ ਬਹਿ ਕੇ ਕਿਤੇ ਖਾਣਾ, ਕਦੇ ਕਿਤੇ ਖਾਣਾ। ਉਮਰ ਤਾਂ ਲੰਘਦੀ ਹੈ ਨਾ। ਫਿਰ ਮਹਾਰਾਜ ਕਹਿੰਦੇ 6ਵੀਂ ਸਟੇਜ ਆ ਜਾਂਦੀ ਹੈ ਕਾਮ ਨਾ ਪੁੱਛੈ ਜਾਤ, ਜਦੋਂ ਜਵਾਨੀ ਆ ਜਾਏ, ਜਦੋਂ ਬੰਦਾ ਸਮਝਦਾ ਹੈ ਜਵਾਨੀ ਵਿੱਚ ਮਨੁੱਖ ਵੀ ਬਸ ਮੈਂ ਹੀ ਹੈ, ਹੋਰ ਤੇ ਹੈ ਹੀ ਕੁਝ ਨਹੀਂ ਹੈ। ਅੰਨਾ ਵੀ ਹੋ ਜਾਂਦਾ ਜਵਾਨੀ ਵਿੱਚ। ਸਿਆਣੇ ਕਹਿੰਦੇ ਆ ਜਵਾਨੀ ਨੂੰ ਸਾਂਭ ਲਈਏ ਕੌਮ ਦੇ ਹੀਰੇ ਬਣ ਜਾਂਦੀ ਹੈ, ਨਾ ਸਾਂਭੀ ਜਾਏ ਜਵਾਨੀ ਦਾ ਪੱਟਿਆ ਸਾਰੀ ਉਮਰ ਰਾਸ ਨਹੀਂ ਆਉਂਦਾ। ਗਲਤ ਪਾਸੇ ਪੈ ਜਾਂਦਾ, ਗਲਤ ਸੰਗਤ ਵਿੱਚ ਪੈ ਜਾਂਦਾ, ਮਾੜਿਆਂ 'ਚ ਰਲ ਜਾਏ, ਮਾਂ ਪਿਓ ਦਾ ਪਿਆਰ ਭੁੱਲ ਜਾਂਦਾ, ਰਿਸ਼ਤੇਦਾਰਾਂ ਨੂੰ ਭੁੱਲ ਜਾਂਦਾ, ਬਸ ਫਿਰ ਗਲਤ ਬੰਦਿਆਂ ਦੀ ਸੰਗਤ ਚੰਗੀ ਲੱਗਦੀ ਹੈ। ਛੇਵੇਂ ਕਾਮ ਨਾ ਪੁੱਛਿਆ ਜਾ, ਮਹਾਰਾਜ ਕਹਿੰਦੇ ਕਾਮ ਦੇ ਨਸ਼ੇ 'ਚ ਇੰਨਾ ਮਸਤ ਹੈ, ਪੁੱਛਦਾ ਹੀ ਨਹੀਂ ਕਿਸੇ ਨੂੰ, ਸਿਆਣਦਾ ਹੀ ਨਹੀਂ ਕਿਸੇ ਨੂੰ। ਮਾਂ ਪਿਓ ਸਮਝਾਉਂਦੇ ਗਲਤੀ ਨਾ ਕਰ ਲਈ ਕੋਈ, ਮੰਨਦਾ ਹੀ ਹੈ ਨਹੀਂ। ਰਿਸ਼ਤੇਦਾਰ ਸਮਝਾਉਂਦੇ ਮਾਫ ਕਰਿਓ, ਜਿਹੜਾ ਅੱਜ ਦੇ ਸਮੇਂ ਚੱਲ ਰਿਹਾ ਗੁਰਮੁਖ ਪਿਆਰਿਓ, ਆਪਸ ਵਿੱਚ ਵਿਚਾਰ ਵਟਾਂਦਰਾ ਕਰਕੇ ਵਿਆਹ ਸ਼ਾਦੀਆਂ ਹੋ ਜਾਂਦੀਆਂ। ਛੇਵੇਂ ਕਾਮ ਨਾ ਪੁੱਛਿਆ ਜਾਤ, ਨਾ ਇਹ ਸੋਚਣਾ ਸਾਡਾ ਆਉਣ ਵਾਲਾ ਫਿਊਚਰ ਕਿੱਦਾਂ ਦਾ ਹੋਊ, ਬੱਚਿਆਂ 'ਤੇ ਕੀ ਅਸਰ ਪੈਣਾ, ਮਾਂ ਪਿਓ 'ਤੇ, ਘਰ ਪਰਿਵਾਰ ਦੀ ਇੱਜ਼ਤ 'ਤੇ ਕੀ ਅਸਰ ਪੈਣਾ। ਮਹਾਰਾਜ ਕਹਿੰਦੇ ਛੇਵੇਂ ਕਾਮ ਨਾ ਪੁੱਛਿਆ ਜਾਤ, ਕੁਛ ਨਹੀਂ ਪੁੱਛਦਾ। ਜਵਾਨੀ ਹੈ ਨਾ, ਅੰਨਾ ਹੋ ਜਾਂਦਾ ਜਵਾਨੀ ਵਿੱਚ। ਬਾਣੀ ਨੇ ਕਹਿ ਦਿੱਤਾ ਜੋਬਨ ਧਨ ਪ੍ਰਭਤਾ ਕੇ ਮਦ ਮੈਂ ਅਹਨਿਸ ਰਹਿ ਦੀਵਾਨਾ। ਇਹ ਦਾ ਅਰਥ ਹੁੰਦਾ ਦਿਨ, ਨਿਸ ਦਾ ਅਰਥ ਹੁੰਦਾ ਰਾਤ, ਦੀਵਾਨਾ ਕਹਿ ਦਿੰਦੇ ਹੁੰਦੇ ਪਾਗਲ ਬੰਦੇ ਨੂੰ, ਦੀਵਾਲੀਆ ਵੀ ਕਹਿ ਦਿੰਦੇ ਆਪਾਂ। ਸੱਚੇ ਪਾਤਸ਼ਾਹ ਕਹਿੰਦੇ ਇੱਕ ਜਵਾਨੀ ਹੋਵੇ, ਇੱਕ ਧਨ ਦੌਲਤ ਹੋਵੇ, ਉਤੋਂ ਵਡਿਆਈ ਹੋਵੇ, ਥੋੜ੍ਹੀ ਜਿਹੀ ਪ੍ਰਭਤਾ ਲੋਕਾਂ 'ਚ ਹੋਵੇ, ਨਾਮ ਥੇ ਥੋੜ੍ਹਾ ਜਿਹਾ। ਮਹਾਰਾਜ ਕਹਿੰਦੇ ਫਿਰ ਤਾਂ ਪਾਗਲ ਹੋਇਆ ਫਿਰਦਾ ਰਹਿੰਦਾ, ਫਿਰ ਨਹੀਂ ਪਤਾ ਰਹਿੰਦਾ, ਫਿਰ ਚੇਤਾ ਨਹੀਂ ਕੁਛ, ਫਿਰ ਨਹੀਂ ਕਿਸੇ ਨੂੰ ਸਿਆਣਦਾ ਹੈਗਾ। ਤੇ ਗੁਰਮੁਖ ਪਿਆਰਿਓ, ਇੱਥੇ ਪਾਤਸ਼ਾਹ ਕਹਿੰਦੇ ਛੇਵੇਂ ਕਾਮ ਨਾ ਪੁੱਛਿਆ ਜਾਤ, ਕਹਿੰਦੇ ਘਰ ਪਰਿਵਾਰ ਨੂੰ ਨਹੀਂ ਸਿਆਣਦਾ, ਉਹਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਥੋੜੀ ਜੀ ਇਦਾਂ ਵੀ ਲੰਘਦੀ ਹੈ। ਫਿਰ ਸਤਵੇਂ ਸੰਜ ਕੀਆ ਘਰ ਵਾਸ, ਸੱਤਵੀਂ ਅਵਸਥਾ ਕੀ ਆ ਗਈ, ਵਿਆਹਿਆ ਗਿਆ ਤੇ ਘਰ ਵਿੱਚ ਟਿਕ ਜਾਂਦਾ ਹੈ। ਉਹ ਗੱਲ ਨਹੀਂ ਰਹੀ ਜਿਹੜੀ ਪਹਿਲਾਂ ਹੁੰਦੀ ਸੀ। ਜ਼ਿੰਮੇਵਾਰੀ ਪੈ ਗਈ, ਘਰ ਵਾਲੀ ਦੀ ਜ਼ਿੰਮੇਵਾਰੀ, ਹੌਲੀ ਹੌਲੀ ਬੱਚੇ ਹੋ ਜਾਂਦੇ ਘਰ ਵਿੱਚ, ਉਹਨਾਂ ਦੀ ਜ਼ਿੰਮੇਵਾਰੀ, ਫਿਰ ਵੇਖਦਾ ਘਰ ਵਿੱਚ ਰਾਸ਼ਨ ਪਾਣੀ ਵੀ ਚਾਹੀਦਾ, ਕੱਪੜੇ ਲੀੜੇ ਖਰਚਾ ਚਾਹੀਦਾ, ਫਿਰ ਸਮਝ ਜਾਂਦਾ ਨਾ ਥੋੜਾ ਥੋੜਾ। ਜਿਹੜਾ ਜਵਾਨੀ 'ਚ ਪਹਿਲਾਂ ਸੀ ਵਿਆਹ ਤੋਂ ਪਹਿਲਾਂ, ਉਹ ਬਾਅਦ ਵਿੱਚ ਨਹੀਂ ਰਹਿੰਦਾ। ਫਿਰ ਸਤਵੇਂ ਸੰਜ ਕੀਆ ਘਰ ਵਾਸ, ਘਰ ਵਿੱਚ ਟਿਕ ਗਿਆ, ਹੁਣ ਜ਼ਿੰਮੇਵਾਰੀ ਪੈ ਗਈ। ਬੋਲਦੇ ਨੇ ਘਰੋਂ, ਜੇ ਕਿਤੇ ਬਾਹਰ ਜਾਂਦਾ ਆਉਂਦਾ ਬਸ ਫਿਰ ਉਲਝ ਕੇ ਰਹਿ ਜਾਂਦਾ। ਫਿਰ ਉਹ ਮਿੱਤਰ ਦੋਸਤ ਸਭ ਕਿਧਰੇ ਹੀ ਗਏ, ਜਿਨ੍ਹਾਂ ਨਾਲ ਬਹਿੰਦਾ ਸੀ, ਖਾਂਦਾ ਪੀਂਦਾ ਸੀ, ਉਹ ਲੰਘ ਗਿਆ ਨਾ ਟਾਈਮ, ਉਹ ਸਾਰਾ ਯਾਦਾਂ ਰਹਿ ਜਾਂਦੀਆਂ। ਫਿਰ ਮਹਾਰਾਜ ਕਹਿੰਦੇ ਅੱਠਵੇਂ ਕ੍ਰੋਧ ਹੋਆ ਤਨ ਨਾਸ। ਸਾਡੀ ਜ਼ਿੰਦਗੀ ਦੱਸਦੇ ਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਿਵੇਂ ਲੰਘ ਗਈ। ਆਪਾਂ ਕਹਿੰਦੇ ਏਡੇ ਹੋ ਗਏ ਪਤਾ ਹੀ ਨਹੀਂ ਲੱਗਿਆ, ਸਤਿਗੁਰੂ ਦੱਸਦੇ ਨਾ। ਅੱਠਵੀਂ ਸਟੇਜ ਕੀ ਆ ਗਈ, ਜ਼ਿੰਮੇਵਾਰੀ ਪੈ ਗਈ, ਕਦੇ ਬੱਚੇ ਕੁਛ ਮੰਗਦੇ ਆ, ਕਦੇ ਘਰ ਵਾਲੀ ਦੇ ਖਰਚੇ, ਪਰਿਵਾਰ ਦੇ ਖਰਚੇ। ਕ੍ਰੋਧ ਹੋਆ ਤਨ ਨਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ। ਅੱਠਵੀਂ ਸਟੇਜ ਕੀ ਆ ਗਈ, ਮੰਨ ਲਓ ਵੀ 40 ਦਾ ਹੋ ਗਿਆ, 40 30 40 ਜਾਂ ਇੰਨੀ ਕੁ ਉਮਰ ਦੇ ਉੱਪਰ ਹੋ ਗਿਆ। ਬੱਚਿਆਂ ਦੀਆਂ ਫੀਸਾਂ, ਖਰਚੇ ਭਰਨੇ, ਘਰ ਵਾਲੀ ਦੇ ਖਰਚੇ, ਸਾਰਾ ਪਰਿਵਾਰ ਦੇ ਖਰਚੇ। ਜਦੋਂ ਕੋਈ ਕੁਝ ਮੰਗਦਾ ਹੈ ਨਾ, ਫਿਰ ਮਹਾਰਾਜ ਕਹਿੰਦੇ ਸੁਭਾਅ 'ਚ ਬਦਲਾਅ ਆ ਜਾਂਦਾ, ਚਿੜਚਿੜਾਪਨ ਪੈਦਾ ਹੋ ਜਾਂਦਾ। ਕ੍ਰੋਧ ਹੁੰਦਾ ਨਹੀਂ ਵੀ ਜਦੋਂ ਘਰੇ ਕਹਿ ਦੇਣਗੇ ਅੱਜ ਆਹ ਚੀਜ਼ ਚਾਹੀਦੀ ਆ, ਚਾਹੀਦੀ ਹੈ, ਭੱਜ ਭੱਜ ਕੇ ਪੈਂਦਾ ਪਰਿਵਾਰ ਵਾਲਿਆਂ ਨੂੰ, ਤੁਹਾਡੇ ਖਰਚੇ ਬਹੁਤ ਹੈ। ਮਹਾਰਾਜ ਕਹਿੰਦੇ ਇਹ ਵੀ ਅਵਸਥਾ ਆਉਂਦੀ। ਬਾਪੂ ਬਾਪੂ ਕਹਿੰਦੇ ਸੀ ਤੇ ਬੜਾ ਸੁਖੀ ਰਹਿੰਦੇ ਸੀ,
ਜਦੋਂ ਕਹਾਉਣਾ ਪੈਂਦਾ ਫਿਰ ਪਤਾ ਲੱਗਦਾ ਗੁਰਮੁਖ ਪਿਆਰਿਓ ਜ਼ਿੰਮੇਵਾਰੀਆਂ ਦਾ। ਬਾਪੂ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ? ਜਿਹੜਾ ਅੱਜ ਦਾ ਜਿਹੜਾ ਬਾਪੂ ਦੇ ਸਿਰ ਤੇ ਜਿਉ ਰਿਹਾ ਉਹਨੂੰ ਕੀ ਪਤਾ ਹੈਗਾ? ਜਿਹਦੇ ਸਿਰ ਤੇ ਪਹਿਲਾਂ ਤੋਂ ਹੀ ਬਚਪਨ ਤੋਂ ਪੈ ਜਾਏ ਜ਼ਿੰਮੇਵਾਰੀ, ਉਹਨੂੰ ਪਤਾ ਉਹ ਰੁਪਇਆ ਵੀ ਵੇਖ ਕੇ ਖਰਚ ਕਰਦਾ ਵੀ ਕਿੱਥੇ ਕਰਨਾ ਕਿੱਥੇ ਨਹੀਂ ਕਰਨਾ। ਜਿਨ੍ਹਾਂ ਨੂੰ ਪਤਾ ਵੀ ਖਾਮਣੀ ਸਾਡੇ ਜੱਦੀ ਪੁਰਸ਼ੀ ਵੀ ਇੰਨਾ ਕੁਝ ਸੀਗਾ, ਉਹ ਖੁੱਲ੍ਹਾ ਪੈਸਾ ਖਰਚ ਕਰਦੇ ਆ, ਕੋਈ ਕਿਤੇ ਕੋਈ ਕਿਤੇ। ਪਰ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਹੁੰਦੀਆਂ ਉਹਨਾਂ ਨੂੰ ਪਤਾ ਹੁੰਦਾ ਹੈ ਬਣਦਾ ਕਿੱਦਾਂ। ਜਿਨ੍ਹਾਂ ਨੇ ਟਿੱਬੇ ਢਾਲ ਢਾਲ ਕੇ ਵਾਹਣ ਲੋਟ ਕੀਤੇ, ਬਾਪੂਆਂ ਦੀਆਂ ਬਜ਼ੁਰਗਾਂ ਦੀਆਂ ਉਮਰਾਂ ਲੰਘ ਗਈਆਂ, ਉਹਨਾਂ ਨੂੰ ਪਤਾ ਇਹਦੀ ਕੀਮਤ ਦਾ। ਜਿਨ੍ਹਾਂ ਬੱਚਿਆਂ ਨੇ ਵੇਖਿਆ ਹੀ ਕੁਝ ਨਹੀਂ, ਉਹਨਾਂ ਨੂੰ ਕੀ ਪਤਾ। ਉਹਨਾਂ ਨੂੰ ਲੱਗਦਾ ਸਾਡੇ ਪਹਿਲਾਂ ਤੋਂ ਹੀ ਇੱਦਾਂ ਸਾਰਾ ਕੁਝ ਹੈ। ਜ਼ਿੰਮੇਵਾਰੀ ਪੈ ਗਈ ਘਰ ਦੀ, ਬੱਚਿਆਂ ਦੀ। ਬੱਚੇ ਕੁਛ ਮੰਗਦੇ, ਘਰ ਵਾਲੀ ਕੁਛ ਮੰਗਦੀ, ਖਰਚੇ ਨੇ। ਮਹਾਰਾਜ ਕਹਿੰਦੇ ਫਿਰ ਕ੍ਰੋਧ ਹੋਆ ਤਨ ਨਾ। ਇਹ ਸਾਡੇ ਜੀਵਨ ਵਿੱਚ ਆਉਣ ਵਾਲੀਆਂ ਘਟਨਾਵਾਂ ਨੇ ਗੁਰਮੁਖ ਪਿਆਰਿਓ, ਆਉਂਦੀਆਂ ਨੇ। ਕਈਆਂ ਤੇ ਆ ਗਈਆਂ ਹੋਣਗੀਆਂ, ਕਈਆਂ ਤੇ ਆ ਜਾਣਗੀਆਂ। ਫਿਰ ਮਹਾਰਾਜ ਕਹਿੰਦੇ ਸਰੀਰ ਰੁੱਖਾ ਜਿਹਾ ਹੋ ਜਾਂਦਾ ਬਸ ਕ੍ਰੋਧ ਜਾਂ ਛੋਟੀ ਛੋਟੀ ਗੱਲ ਤੇ ਚਿੜਚਿੜਾਪਨ। ਬਸ ਫਿਰ ਕੀ ਹੁੰਦਾ ਹੈ? ਕ੍ਰੋਧ ਤੋਂ ਰੋਗ ਪੈਦਾ ਹੋ ਜਾਂਦੇ ਆ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਢਾਲਾ ਹੈ। ਮਹਾਰਾਜ ਕਹਿੰਦੇ ਭਾਈ ਇੱਕ ਕਾਮ ਦਾ ਰੋਗ, ਇੱਕ ਕ੍ਰੋਧ ਦਾ ਰੋਗ, ਇਹ ਦੋ ਰੋਗ ਨੇ ਜਿਹੜੇ। ਉਹ ਕਾਇਆ ਨੂੰ ਗਾਲ ਦੇ ਕਾਮ ਤੇ ਕ੍ਰੋਧ ਦੋਵੇਂ, ਕਾਇਆ ਨੂੰ ਗਾਲ ਦੇ ਕਾਮ ਤੇ ਕ੍ਰੋਧ ਦੋਵੇਂ। ਕਾਮ ਤੇ ਕ੍ਰੋਧ ਦੋਵੇਂ, ਕਾਇਆ ਨੂੰ ਗਾਲ ਦੇ ਕਾਮ ਤੇ ਕ੍ਰੋਧ ਦੋਵੇਂ। ਕਾਇਆ ਨੂੰ ਗਾਲ ਦੇ ਕਾਮ ਤੇ ਕ੍ਰੋਧ ਦੋਵੇਂ। ਕਾਇਆ ਨੂੰ ਗਾਲ ਦੇ ਕਾਮ ਤੇ ਕ੍ਰੋਧ ਦੋਵੇਂ। ਉਹ ਕਾਇਆ ਨੂੰ ਗਾਲ ਦੇ ਕਾਮ ਤੇ ਕ੍ਰੋਧ ਦੋਵੇਂ। 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 ਕਾਇਆ ਨੂੰ ਗਾਲ ਦੇਗੀ ਕਾਮ ਤੇ ਕ੍ਰੋਧ ਦੋਵੇਂ। ਕਾਇਆ ਨੂੰ ਗਾਲ ਦੇ ਕਾਮ ਤੇ ਕ੍ਰੋਧ ਦੋਵੇਂ। ਬਸ ਕਾਮ ਹੋ ਗਿਆ, ਕ੍ਰੋਧ ਹੋ ਗਿਆ। ਮਹਾਰਾਜ ਕਹਿੰਦੇ ਸਰੀਰ ਨੂੰ ਗਾਲ ਦਿੰਦੇ ਆ। ਜੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਿਹਾ ਜ਼ਰੂਰ ਸੱਚ ਹੈ ਗੁਰਮੁਖ ਪਿਆਰ। ਗਾਲ ਦਿੰਦਾ ਕ੍ਰੋਧ, ਸਾਰੀ ਜ਼ਿੰਦਗੀ ਗਾਲ ਦਿੰਦਾ। ਵੇਖਿਓ ਕਦੇ ਨਿਗਾਹ ਮਾਰ ਕੇ ਜਿਨ੍ਹਾਂ ਨੇ ਕ੍ਰੋਧ ਵਿੱਚ ਆ ਕੇ ਗੁਰਮੁਖ ਪਿਆਰਿਓ ਆਪਣਿਆਂ ਨਾਲ ਨੁਕਸਾਨ ਕਰ ਦਿੱਤਾ, ਸਾਰੀ ਉਮਰ ਦੀਆਂ ਸਜ਼ਾਵਾਂ ਭੁਗਤਦੇ। ਥੋੜਾ ਜਿਹਾ ਕ੍ਰੋਧ ਕੀ ਆ ਗਿਆ ਅੰਦਰ ਨਾ, ਕੁਝ ਕੁ ਸਕਿੰਟਾਂ ਦਾ ਕ੍ਰੋਧ ਭਾਈ ਭਾਈ ਦਾ ਕਤਲ ਕਰਾ ਦਿੰਦਾ ਹੈ, ਚਾਚੇ ਤੋਂ ਭਤੀਜੇ ਦਾ ਕਤਲ ਕਰਾ ਦਿੰਦਾ ਹੈ, ਸੁੱਖਾਂ ਨੂੰ ਦੁੱਖਾਂ ਵਿੱਚ ਬਦਲ ਦਿੰਦਾ। ਇਹ ਕ੍ਰੋਧ ਕਰਦਾ ਗੁਰਮੁਖ ਪਿਆਰਿਓ, ਕ੍ਰੋਧ ਕਰਦਾ। ਇਹ ਸੱਚੇ ਪਾਤਸ਼ਾਹ ਕਹਿੰਦੇ ਭਾਈ ਗਾਲ ਦਿੰਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ। ਮੰਨ ਲਓ ਥੋੜੀ ਜਿਹੀ ਉਦਾਹਰਣ ਲੈ ਕੇ, ਅਸੀਂ ਕਿਸੇ ਦੀ ਕੋਈ ਚੀਜ਼ ਸਾਡੇ ਪਸੰਦ ਆ ਜਾਏ, ਇਹਨੂੰ ਅਸੀਂ ਤ੍ਰਿਸ਼ਨਾ ਵੀ ਕਹਿ ਦਿੰਦੇ ਹਾਂ, ਲਾਲਸਾ ਕਹਿ ਦਿੰਦੇ ਹਾਂ, ਇੱਛਾ ਕਹਿ ਦਿੰਦੇ ਹਾਂ, ਕਹਿ ਲਓ ਕਾਮਨਾ ਕਹਿ ਲਈਏ ਵੀ ਇੱਛਾ ਹੋ ਗਈ। ਪਰਾਇਆ ਤਨ ਪਰਾਇਆ ਧਨ, ਕਿਸੇ ਚੀਜ਼ ਵੱਲ ਨਿਗਾਹ ਚੱਲ ਜੇ ਗੁਰਮੁਖ ਪਿਆਰਿਓ, ਚੰਗਾ ਲੱਗਿਆ ਕੁਝ ਖੋਣ ਦੀ ਇੱਛਾ ਪੈਦਾ ਹੋ ਜਾਂਦੀ ਹੈ। ਪਹਿਲਾਂ ਕਾਮ ਆ ਗਿਆ, ਹੁਣ ਜਿਹੜੀ ਵਸਤੂ ਨੂੰ ਅਸੀਂ ਖੋਣਾ ਚਾਹੁੰਦੇ ਆ ਉਹਦੀ ਹਿਫਾਜ਼ਤ ਵਾਸਤੇ ਵੀ ਕੋਈ ਹੈਗਾ ਨਾ, ਜਿਹਦੀ ਅਮਾਨਤ ਹੈ ਉਹ ਬੰਦਾ ਬੈਠਾ ਹੈ ਸਾਹਮਣੇ। ਜੇ ਉਹ ਬਹੁਤੀ ਤਾਕਤ ਦਾ ਮਾਲਕ ਹੋਵੇ ਨਾ, ਸਾਡੇ ਬਸ ਨਾ ਹੋਵੇ ਉਹ ਤੋਂ ਕੋਈ ਚੀਜ਼ ਖੋਣ ਦਾ, ਫਿਰ ਸਾਡੇ ਅੰਦਰ ਕ੍ਰੋਧ ਆ ਜਾਂਦਾ ਹੈ, ਗੁੱਸਾ ਆਉਂਦਾ ਸਾਡੇ ਅੰਦਰ ਵੀ ਇਹ ਤੋਂ ਕਿਵੇਂ ਖੋਵਾਂ ਮੈਂ, ਕਿਵੇਂ ਹਾਸਲ ਕਰਾਂ। ਨਾ ਸਾਡੀ ਕੋਸ਼ਿਸ਼ ਕਾਮਯਾਬ ਹੋਵੇ, ਬੰਦਾ ਫਿਰ ਕ੍ਰੋਧ ਦਾ ਮਾਰਿਆ ਹੋਇਆ ਨਾ ਖਾਣਾ ਪੀਣਾ ਛੱਡ ਦਿੰਦਾ ਹੈ। ਅਸੀਂ ਘਰ ਵਿੱਚ ਲੜ ਪਈਏ ਨਾ ਕਿਤੇ, ਆਪਾਂ ਆਪਣੇ ਘਰਾਂ ਦੀਆਂ ਗੱਲਾਂ, ਕੋਈ ਥੋੜਾ ਬਹੁਤਾ ਕਿਸੇ ਨਾਲ ਗੁੱਸੇ ਗਿਲੇ ਹੋ ਜੇ, ਬੰਦਾ ਕਹਿੰਦਾ ਮੈਂ ਨਹੀਂ ਕੁਝ ਖਾਣਾ ਪੀਣਾ, ਘਰ ਦੇ ਕਹਿਣਗੇ ਲੈ ਕੱਲ੍ਹ ਦਾ ਕੁਝ ਖਾਧਾ ਨਹੀਂ। ਫਿਰ ਨਾ ਖਾਧਾ ਹੋਇਆ ਕਿ ਸਰੀਰ ਨੂੰ ਭੋਜਨ ਨਾ ਮਿਲੇ, ਸਰੀਰ ਰੋਗੀ ਹੋ ਜਾਂਦਾ ਹੈ।
ਇਹ ਕਿੱਥੋਂ ਹੋਇਆ ਰੋਗੀ? ਕ੍ਰੋਧ ਨੇ ਰੋਗੀ ਕਰ ਦਿੱਤਾ ਸਰੀਰ, ਕਾਮ ਨੇ ਰੋਗੀ ਕਰ ਦਿੱਤਾ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਇਹਨਾਂ ਤੋਂ ਬਚਣਾ ਬੜਾ ਮੁਸ਼ਕਲ ਹੈ। ਸਾਨੂੰ ਤੇ ਲੱਗਦਾ ਜੀਵਨ ਮਿਲਿਆ ਸੌਖਾ ਹੀ ਹੈ, ਬਸ ਇਦਾਂ ਹੀ ਨਾਮ ਜਪਿਆ ਜਾਂਦਾ, ਇਦਾਂ ਹੀ ਜਪਿਆ ਜਾਊ। ਨਹੀਂ ਭਾਈ, ਆਖਣ ਔਖਾ ਸਾਚਾ ਨਾਉ। ਇਹ 5 ਰੋਗ ਨੇ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਜ਼ਿਕਰ ਕੀਤਾ। ਮਹਾਰਾਜ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇੱਕ ਹੋਰ ਬਚਨ ਹੈ, ਮਿਰਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਬਿਨਾਸ਼। 5 ਜੀਵਾਂ ਦਾ ਨਾਮ ਬਾਣੀ 'ਚ ਦਿੱਤਾ ਹੈ। ਮਿਰਗ, ਮੀਨ, ਭ੍ਰਿੰਗ, ਪਤੰਗ, ਕੁੰਚਰ। ਮਿਰਗ ਕਹੀਏ ਹਿਰਨ ਨੂੰ, ਮੀਨ ਕਹੀਏ ਮੱਛੀ ਨੂੰ। ਮਿਰਗ, ਮੀਨ, ਭ੍ਰਿੰਗ ਗੁਰਮੁਖ ਪਿਆਰਿਓ ਭੌਰਾ। ਪਤੰਗ, ਪਤੰਗਾ ਜਿਹੜਾ ਕੀੜਾ ਪਤੰਗਾ ਹੁੰਦਾ ਲਾਈਟਾਂ ਤੇ ਰੌਸ਼ਨੀ ਤੇ ਆਉਂਦਾ। ਕੁੰਚਰ ਕਹੀਏ ਹਾਥੀ ਨੂੰ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਇਹਨਾਂ 5 ਦਾ ਨਾਂ ਲੈ ਕੇ ਕਿਹਾ, ਕਹਿੰਦੇ ਏਕ ਦੋਖ ਬਿਨਾਸ਼। ਇੱਕ ਦੋਖ ਨੇ ਇਹਨਾਂ ਦਾ ਨਾਸ ਕਰਤਾ, ਇਹਨਾਂ ਨੂੰ ਇੱਕ ਰੋਗ ਲੱਗਿਆ। ਹਿਰਨ ਨੂੰ ਗੁਰਮੁਖ ਪਿਆਰਿਓ ਨਾਦ ਸੁਣਨ ਦਾ ਰੋਗ ਹੈ, ਸੁਣਨ ਦਾ ਰੋਗ। ਸ਼ਿਕਾਰੀ ਆਉਂਦਾ, ਉਹ ਘੰਡੇ ਹੇੜੇ ਦਾ ਨਾਦ ਵਜਾਉਂਦਾ ਹੈ, ਹਿਰਨ ਮੁਗਧ ਹੋਇਆ ਭੱਜਿਆ ਆਉਂਦਾ, ਸ਼ਿਕਾਰੀ ਫੜ ਕੇ ਲੈ ਜਾਂਦਾ ਬਸ। ਫਿਰ ਮੀਨ ਕਹੀਏ ਮੱਛੀ ਨੂੰ। ਮਹਾਰਾਜ ਕਹਿੰਦੇ ਪਾਣੀ ਵਿੱਚ ਉਹਦੀ ਖੁਰਾਕ ਮਿਲਦੀ ਹੈ, ਉਹਦਾ ਜੀਵਨ ਹੀ ਪਾਣੀ ਹੁੰਦਾ ਮੱਛੀ ਦਾ। ਅੱਤ ਸਿਆਣੀ ਸੋਹਣੀ ਕਿਉਂ ਕੀਤੋ ਬੇਸਾਹੋ, ਕੀਤੇ ਕਾਰਨ ਪਕੜੀ ਕਾਲ ਨਾ ਟਲੈ ਸਿਰਾਹੋ। ਸਿਆਣੀ ਵੀ ਕਿਹਾ ਤੇ ਸੋਹਣੀ ਵੀ ਕਿਹਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਮੱਛੀ ਨੂੰ। ਮੀਨ ਹੁਣ ਇਹ ਕਿਵੇਂ ਮਾਰੀ ਜਾਂਦੀ ਹੈ? ਜੀਭ ਦੇ ਸਵਾਦ ਕਰਕੇ। ਸ਼ਿਕਾਰੀ ਕੀ ਕਰਦਾ, ਉੱਦਾਂ ਫੜਨਾ ਚਾਹਵੇ ਫੜੀ ਨਹੀਂ ਜਾਂਦੀ ਏ, ਉਹ ਕੁੰਡੀ ਦੇ ਵਿੱਚ ਆਟੇ ਦੀ ਡਲੀ ਲਾ ਲੈਂਦਾ। ਜੀਭ ਦੇ ਸਵਾਦ ਦੀ ਪੱਟੀ ਹੋਈ ਜਦੋਂ ਆਟੇ ਦੀ ਡਲੀ ਖਾਣ ਵਾਸਤੇ ਆਉਂਦੀ, ਉਹ ਨਾਸਾਂ 'ਚ ਕੁੰਡੀ ਫਸ ਜਾਂਦੀ ਹੈ ਤੇ ਸ਼ਿਕਾਰੀ ਚੁੱਕ ਕੇ ਬਾਹਰ ਲੈ ਜਾਂਦਾ। ਮਿਰਗ, ਮੀਨ, ਭ੍ਰਿੰਗ, ਭੌਰਾ ਗੁਰਮੁਖ ਪਿਆਰਿਓ ਵਾਸ਼ਨਾ ਦਾ ਭੁੱਖਾ ਹੈ। ਫੁੱਲਾਂ ਦੀ ਵਾਸ਼ਨਾ ਸੁਗੰਧੀ ਆਈ, ਨਾਸਕਾ ਦਾ ਰੋਗ ਲੱਗਿਆ। ਵਾਸ਼ਨਾ ਫੁੱਲਾਂ ਦੀ ਆਈ ਤੇ ਭੱਜਿਆ ਦੌੜਿਆ ਜਾਂਦਾ, ਫੁੱਲ ਦਾ ਰਸ ਚੂਸਦਾ ਚੂਸਦਾ ਉੱਥੇ ਮੁਗਧ ਹੋ ਜਾਂਦਾ ਹੈ। ਫੁੱਲ ਆਪਣੀਆਂ ਪੰਖੜੀਆਂ ਸਮੇਟ ਕੇ ਵਿੱਚੋਂ ਹੀ ਮਾਰ ਦਿੰਦੇ ਆ ਭੌਰੇ ਨੂੰ। ਫਿਰ ਪਤੰਗਾ ਲਾਈਟ, ਇਹਨੂੰ ਦ੍ਰਿਸ਼ਟ ਰੋਗ ਹੈ, ਜਿਹਨੂੰ ਆਪਾਂ ਦੇਖਣ ਦਾ ਰੋਗ ਕਹਿ ਦਿੰਦੇ ਆ, ਦ੍ਰਿਸ਼ਟ ਰੋਗ। ਲਾਈਟ ਜਲੀ ਨਹੀਂ ਤੇ ਪਤੰਗਾ ਜਦੇ ਹੀ ਆ ਗਿਆ। ਘਰਾਂ 'ਚ ਵੇਖਦੇ ਆ, ਮੌਸਮ ਹੁੰਦਾ ਲਾਈਟ ਜਲਦੀ, ਕੀੜੇ ਪਤੰਗੇ ਕਿੰਨੇ ਆਏ ਜਾਂਦੇ ਆ, ਮਰ ਜਾਂਦਾ ਗੁਰਮੁਖ ਪਿਆਰਿਓ ਦੀਵੇ ਦੀ ਲਾਟ ਤੇ, ਪਰ ਪਿੱਛੇ ਨਹੀਂ ਹਟਦੇ। ਨੂੰ ਇੱਕੋ ਹੀ ਰੋਗ ਹੈ, ਦ੍ਰਿਸ਼ਟ ਰੋਗ। ਫਿਰ ਹਾਥੀ ਦੀ ਗੱਲ ਕੀਤੀ, ਕੁੰਚਰ, ਇਹਨੂੰ ਕਾਮ ਵਾਸ਼ਨਾ ਦਾ ਰੋਗ ਹੈ। ਸ਼ਿਕਾਰੀ ਜਦੋਂ ਇਹਨੂੰ ਫੜਦਾ ਨਾ, ਇੱਕ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ। ਮਹਾਰਾਜ ਕਹਿੰਦੇ ਹਥਨੀ ਦਾ ਬੁੱਤ ਬਣਾ ਕੇ ਸ਼ਿਕਾਰੀ ਜਿਹੜਾ ਧਰਤੀ 'ਚ ਟੋਇਆ ਪੁੱਟ ਕੇ ਉਹਦੇ ਉੱਪਰ ਰੱਖ ਲੈਂਦਾ, ਭੱਜਿਆ ਆਉਂਦਾ ਕਾਮ ਵਾਸ਼ਨਾ ਦਾ, ਦੌੜਿਆ ਟੋਏ 'ਚ ਜਾ ਡਿੱਗਦਾ। ਸ਼ਿਕਾਰੀ ਭੁੱਖਾ ਪਿਆਸਾ ਰੱਖ ਕੇ ਫਿਰ ਕਿਤੇ ਲੈ ਕੇ ਜਾਂਦਾ ਹੈ। ਇਹਨੂੰ ਕੀ ਕਿਹਾ? ਮਿਰਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਬਿਨਾਸ਼। ਕਹਿੰਦੇ ਇੱਕ ਇੱਕ ਰੋਗ ਨੇ ਖਾ ਲਿਆ ਭਾਈ ਇਹਨਾਂ ਨੂੰ। ਸਾਡੇ ਬਾਰੇ ਕੀ ਕਹਿ ਦਿੱਤਾ? ਪੰਚ ਰੋਗ ਅਸਾਧ ਜਾਮੈ ਤਾਕੀ ਕੇਤਕ ਆਸ। ਪੰਚ ਦੋਖ ਮਹਾਰਾਜ ਕਹਿੰਦੇ ਉਹਨਾਂ 'ਚ ਤੇ ਇੱਕ ਇੱਕ ਸੀ। ਮੱਛੀ ਨੂੰ ਇੱਕ ਸੀ, ਹਾਥੀ ਨੂੰ ਇੱਕ ਸੀ, ਪਤੰਗੇ ਨੂੰ ਇੱਕ ਸੀ, ਭੌਰੇ ਨੂੰ ਇੱਕ ਸੀ। ਤੈਨੂੰ ਤਾਂ ਪਿਆਰਿਆ ਪੰਜੇ ਹੀ ਚਿੰਬੜੇ ਹੋਏ ਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਸ ਦੇਹੀ 'ਚ ਹੀ ਬਸਦੇ ਆ। ਤੇਰਾ ਕਿਵੇਂ ਬਚਾਅ ਹੋਊਗਾ? ਤੂੰ ਕਿਵੇਂ ਬਚਾ ਲੇਗਾ? ਤੇਰੇ ਅੰਦਰੋਂ ਅੰਮ੍ਰਿਤ ਲੁੱਟ ਹੈ, ਮਨਮੁਖ ਨਹੀਂ ਬੂਝਾ। ਅੱਜ ਸਾਡੇ ਅੰਦਰ ਸਹਿਣਸ਼ੀਲਤਾ ਨਹੀਂ ਰਹੀ, ਸਾਡੇ ਅੰਦਰ ਦਇਆ ਨਹੀਂ ਰਹੀ, ਨਿਮਰਤਾ ਨਹੀਂ ਰਹੀ। ਉਹ ਪਿਆਰ ਭਰਪਣ ਆਪਸ ਵਿੱਚੋਂ ਖਤਮ ਹੋ ਗਿਆ। ਕਾਰਨ ਕੀ ਹੈ? ਲੁੱਟ ਲਿਆ ਸਾਡੇ ਅੰਦਰ ਦੇ ਲੋਭ ਨੇ ਗੁਰਮੁਖ ਪਿਆਰਿਓ, ਸਾਡੀ ਦਇਆ ਲੁੱਟ ਲਈ ਲੋਭ ਨੇ। ਹੰਕਾਰ ਨੇ ਸਹਿਣਸ਼ੀਲਤਾ ਖਤਮ ਕਰ ਦਿੱਤੀ, ਕ੍ਰੋਧ ਨੇ ਖਤਮ ਕਰ ਦਿੱਤੀ ਸਹਿਣਸ਼ੀਲਤਾ, ਸਭ ਲੁੱਟ ਲਿਆ। ਕ੍ਰੋਧ ਆ ਜਾਏ ਨਾ ਗੁਰਮੁਖ ਪਿਆਰਿਓ ਜਿੱਥੇ, ਉੱਥੇ ਦਇਆ ਨਹੀਂ ਆਉਂਦੀ। ਮਹਾਰਾਜ ਕਹਿੰਦੇ ਕਰੁਣਾ ਨਾ ਉਪਰਜਤੇ। ਕਰੁਣਾ ਕਹਿੰਦੇ ਹੁੰਦੇ ਆ ਦਇਆ ਨੂੰ। ਹੇ ਕੰਦ ਮੂਲ ਕ੍ਰੋਧੰ, ਕਹਿੰਦੇ ਇਹ ਕ੍ਰੋਧ ਪੁਆੜੇ ਦੀ ਜੜ। ਕ੍ਰੋਧ ਜਿੱਥੇ ਤੂੰ ਆ ਜਾਏ, ਕਰੁਣਾ ਨਾ ਉਪਰਜਤੇ, ਉੱਥੇ ਦਇਆ ਨਹੀਂ ਆਉਂਦੀ ਹੈਗੀ ਜਿੱਥੇ ਕ੍ਰੋਧ ਆ ਜਾਂਦਾ। ਫਿਰ ਪਾਤਸ਼ਾਹ ਕਹਿੰਦੇ ਭਾਈ ਪੰਜੇ ਹੀ ਮਾਰਦੇ ਆ, ਪੰਜੇ ਹੀ ਲੁੱਟਦੇ ਆ, ਇਹਨਾਂ ਤੋਂ ਬਚਣਾ ਬੜਾ ਮੁਸ਼ਕਲ ਹੈ। ਜੀਵਨ ਬੀਤਦਾ ਜਾਂਦਾ। 8ਵਾਂ ਕ੍ਰੋਧ ਹੋਆ ਤਨ ਨਾਸ।
ਲਾਂਗੀ ਥੋੜੀ ਜੀ ਕ੍ਰੋਧ ਵਿੱਚ ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਮਹਾਰਾਜ ਕਹਿੰਦੇ ਨੌਵੇਂ ਧੌਲੇ ਉੱਭੇ ਸਾਹਾ। ਕੀ ਹੋ ਗਿਆ? ਪਰਿਵਾਰ ਸੰਭਾਲਦਿਆਂ ਜ਼ਿੰਮੇਵਾਰੀ ਨਿਭਾਉਂਦਿਆਂ ਪਤਾ ਹੀ ਨਹੀਂ ਲੱਗਿਆ ਕਦੋਂ ਨੌਵੇਂ ਧੌਲੇ ਉੱਭੇ ਸਾਹਾ। ਧੌਲੇ ਆ ਗਏ, ਸਿਰ ਵਿੱਚ ਕਾਲਿਆਂ ਤੋਂ ਚਿੱਟੇ ਹੋ ਗਏ। ਉੱਭੇ ਸਾਹ ਦਾ ਅਰਥ ਹੁੰਦਾ ਔਖਾ ਸਾਹ ਆਉਣਾ। ਥੋੜ੍ਹੇ ਜਿਹੇ ਕਦਮ ਤੁਰਦਾ ਚੱਲਦਾ ਤੇ ਦਮ ਚੜ੍ਹਨ ਲੱਗ ਜਾਂਦਾ। ਜਿਹਨੂੰ ਮੇਰੇ ਪਾਤਸ਼ਾਹ ਨੇ ਕਹਿ ਦਿੱਤਾ ਇਹ ਅੱਗੇ ਦੀਆਂ ਨਿਸ਼ਾਨੀਆਂ ਨੇ ਭਾਈ। ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ ਪੱਬਣ ਕੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾ ਹੁੱਲਾ। ਪਾਤਸ਼ਾਹ ਕਹਿੰਦੇ ਇੱਕ ਧਨ ਹੋ ਗਿਆ, ਇੱਕ ਜਵਾਨੀ ਹੋ ਗਈ, ਇੱਕ ਫੁੱਲ ਹੋ ਗਿਆ। ਨਾਠੀ ਅੜੇ ਦਿਨ ਚਾਰ, ਇਹ ਤਾਂ 4 ਦਿਨਾਂ ਦੀ ਗੱਲ ਹੈ ਭਾਈ, ਇਹ ਬਹੁਤਾ ਸਮਾਂ ਨਹੀਂ, 4 ਦਿਹਾੜੇ ਦੀ ਗੱਲ ਹੈ। ਸਵੇਰੇ ਫੁੱਲ ਪ੍ਰਕਾਸ਼ ਹੋ ਜਾਂਦਾ, ਸ਼ਾਮੀ ਮੁਰਝਾ ਜਾਂਦਾ ਹੈ। ਧਨ ਅੱਜ ਹੈਗਾ, ਹੋ ਸਕਦਾ ਕੱਲ ਨੂੰ ਨਾ ਹੋਵੇ। ਸਾਰੀ ਕਮਾਈ ਲੱਗ ਜਾਂਦੀ ਹੈ, ਕੋਈ ਮੁਕੱਦਮਾ ਬਿਮਾਰੀ ਘਰ ਵਿੱਚ ਆ ਜਾਏ, ਲੱਖਾਂ ਦੇ ਸਾਂਭੇ ਹੋਏ ਸਾਰੇ ਵਗ ਜਾਂਦੇ ਆ। ਧਨ ਜੋਬਨ ਜਵਾਨੀ ਅੱਜ ਹੈਗੀ ਹੈ, ਜਿੱਦਣ ਜਰ ਲੱਗ ਗਈ ਮਹਾਰਾਜ ਕਹਿੰਦੇ ਇਹ ਵੀ ਹਾਰ ਜਾਣੀ ਹੈ। ਸਾਰਾ ਕੁਝ ਹੀ ਚੱਲ ਜਾਂਦਾ ਨੇ, ਇਹ ਰਹਿਣੇ ਨਹੀਂ। ਮਹਾਰਾਜ ਕਹਿੰਦੇ ਇਹਨਾਂ ਦਾ ਮਾਣ ਕਰਦਾ। ਕਾਲੇ ਕੇਸ ਤੇ ਜਵਾਨੀ ਮਾਪੇ, ਕਾਲੇ ਕੇਸ ਤੇ ਜਵਾਨੀ ਮਾਪੇ ਤਿੰਨੇ ਸਾਥ ਛੱਡ ਜਾਣਗੇ। ਕਾਲੇ ਕੇਸ ਤੇ ਜਵਾਨੀ ਮਾਪੇ, ਕਾਲੇ ਕੇਸ ਤੇ ਜਵਾਨੀ ਮਾਪੇ ਤਿੰਨੇ ਸਾਥ ਛੱਡ ਜਾਣਗੇ। ਕਾਲੇ ਕੇਸ ਤੇ ਜਵਾਨੀ ਮਾਪੇ, ਕਾਲੇ ਕੇਸ ਤੇ ਜਵਾਨੀ ਮਾਪੇ ਤੈਨੂੰ ਸਾਥ ਛੱਡ ਜਾਣਗੇ। ਕਾਲੇ ਕੇਸ ਤੇ ਧਨ ਜੋਬਨ ਫੁੱਲਾਂ ਦੀਆਂ ਬਾੜੀਆਂ, ਧਨ ਜੋਬਨ ਫੁੱਲਾਂ ਦੀਆਂ ਬਾੜੀਆਂ ਸਦਾ ਨਾ ਆਬਾਦ ਰਹਿੰਦੀਆਂ। ਧਨ ਜੋਬਨ ਫੁੱਲਾਂ ਦੀਆਂ ਵਾੜੀਆਂ, ਧਨ ਜੋਬਨ ਫੁੱਲਾਂ ਦੀਆਂ ਵਾੜੀਆਂ ਸਦਾ ਨੀ ਆਬਾਦ ਰਹਿਣੀਆਂ। ਧਨ ਜੋਬਨ ਫੁੱਲਾਂ ਦੀਆਂ ਵਾੜੀਆਂ, ਧਨ ਜੋਬਨ ਫੁੱਲਾਂ ਦੀਆਂ ਵਾੜੀਆਂ ਸਦਾ ਨੀ ਆਬਾਦ ਰਹਿਣੀਆਂ। ਧਨ ਜੋਬਨ, ਹਾਂਜੀ ਧਨ ਜੋਬਨ ਆਰੇ ਫੁੱਲੜਾ ਨਾਠੀ ਅੜੇ ਦਿਨ ਚਾਰ ਪੱਬਣ ਕੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾਰ। ਪਾਤਸ਼ਾਹ ਕਹਿੰਦੇ 4 ਦਿਹਾੜੇ ਦੀਆਂ ਗੱਲਾਂ ਭਾਈ। ਸਾਰੀ ਉਮਰ ਲੰਘੀ, 9ਵੇਂ ਧੌਲੇ ਉੱਭੇ ਸਾਹ ਔਖਾ ਆ ਗਿਆ, ਧੌਲੇ ਆ ਗਏ, ਹੱਡਾਂ ਤੋਂ ਜੁਦਾ ਹੋ ਗਿਆ ਮਾਸ। ਜ਼ਿੰਮੇਵਾਰੀਆਂ ਨਿਭਾਉਂਦਿਆਂ ਕਿਉਂਟਦਿਆਂ ਪਤਾ ਹੀ ਨਹੀਂ ਲੱਗਿਆ। ਮਾਂ ਦੇ ਦੁੱਧ ਦੇ ਪਿਆਰ ਤੋਂ ਚੱਲਿਆ ਸੀ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਇਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮਨਾ ਪੁੱਛੈ ਜਾਤ, ਸੱਤਵੇਂ ਸੰਜ ਕੀਆ ਕਰਵਾ, ਸੱਠਵੇਂ ਕ੍ਰੋਧ ਹੋਆ ਤਨ ਨਾਸ, 9ਵੇਂ ਧੌਲੇ ਉੱਭੇ ਸਾਹ। ਫਿਰ ਅੱਗੇ ਕੀ ਹੋਇਆ? 10ਵੇਂ ਦੱਦਾ ਹੋਆ ਸਵਾਹ। ਪਾਤਸ਼ਾਹ ਕਹਿੰਦੇ ਬਸ ਭਾਈ ਫਿਰ ਤਾਂ ਸਵਾਹ ਹੋ ਗਿਆ। ਕਿਉਂਟ ਦਾ ਜ਼ਿੰਮੇਵਾਰ ਆਹ ਕਰ ਲਵਾਂ ਅੱਜ ਕੱਲ ਕਰਦਿਆਂ ਕਾਲ ਵਿਆਪੈ, ਅੱਜ ਕਰਦਿਆਂ ਕੱਲ ਕਰਦਿਆਂ ਆਪਾਂ ਕਰਦੇ ਆ ਨਾ ਟਾਲ ਮਟੋਲੇ। ਲਾਂਗੀ ਜਿਹਨੂੰ ਸੱਚੇ ਪਾਤਸ਼ਾਹ ਕਹਿੰਦੇ ਸਾਰੀ ਉਮਰ ਲੰਘਾ ਲਈ। ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ। ਕੀ ਕਰਨ ਵਾਸਤੇ ਆਇਆ ਸੀ? ਆਇਓ ਸੁਣਨ ਪੜਨ ਕੋ ਬਾਣੀਓ। ਤੇਰੇ ਅੰਦਰ ਦਇਆ ਨਾ ਆਈ, ਕ੍ਰੋਧ ਵਿੱਚ ਡੁੱਬਿਆ ਰਿਹਾ, ਤੇਰੇ ਅੰਦਰ ਸਹਿਣਸ਼ੀਲਤਾ ਪੈਦਾ ਨਾ ਹੋਈ, ਲੋਭ ਵਿੱਚ ਡੁੱਬਿਆ ਰਿਹਾ, ਹੰਕਾਰ ਵਿੱਚ ਡੁੱਬਿਆ ਰਿਹਾ। ਆਪਸ ਕੋ ਦੀਰਘ ਕਰ ਜਾਣੈ, ਔਰਨ ਕੋ ਲਗ ਮਾਤ, ਮਨਸਾ ਬਾਚਾ ਕਰਮਣਾ ਮੈਂ ਦੇਖੇ ਦੋਜਕ ਜਾਤ। ਪਾਤਸ਼ਾਹ ਕਹਿੰਦੇ ਜਿਹੜੇ ਆਪਦੇ ਆਪ ਨੂੰ ਵੱਡਾ ਸਮਝਦੇ ਆ ਨਾ, ਔਰਨ ਕੋ ਲਗ ਮਾਤ, ਦੂਜੇ ਨੂੰ ਲਗਾ ਮਾਤਰ ਹੀ ਸਮਝਦੇ ਆ ਵੀ ਇਹ ਕੀ ਲੱਗਦਾ। ਕਹਿੰਦੇ ਦੋਜਕਾਂ ਦੀ ਅੱਗ 'ਚ ਸੜਦੇ ਵੇਖਿਆ ਇਹੋ ਜੇ ਮੈਂ, ਦੋਜਕਾਂ ਦੀ ਅੱਗ 'ਚ ਜਿਹੜੇ ਜੋ ਹੰਕਾਰਿਆ ਸੋ ਮਾਰਿਆ। ਅੱਤ ਖੁਦਾ ਦਾ ਵੈਰ ਹੁੰਦਾ ਹੈ, ਅੱਤ ਨਹੀਂ ਕਦੇ ਚੁੱਕੀ ਦੀ ਹੁੰਦੀ ਗੁਰਮੁਖ ਪਿਆਰਿਓ। ਆਇਆ ਦੁਨੀਆ ਵਿੱਚ, ਸੰਸਾਰ ਵਿੱਚ, ਵੇਖ ਵਾਹਿਗੁਰੂ ਪਰਮੇਸ਼ਰ ਦੇ ਰੰਗ ਤਮਾਸ਼ੇ। ਦਇਆ ਤੇਰੇ ਅੰਦਰ ਹੋਣੀ ਚਾਹੀਦੀ ਹੈ, ਰੱਬੀ ਗੁਣ ਆਪਣੇ ਅੰਦਰ ਪ੍ਰਗਟ ਕਰ, ਤੇਰੇ ਮਨੁੱਖਾ ਜੀਵਨ ਨੇ ਸਫਲਾ ਹੋ ਜਾਣਾ ਹੈ।
ਜਿਸ ਔਗਣਾ ਦੀ ਸਾਂਝ ਕਰਦਾ ਰਿਹਾ, ਫਿਰ ਸੱਚੇ ਪਾਤਸ਼ਾਹ ਕਹਿੰਦੇ ਖਾਲੀ ਗਿਆ ਬਸ, ਖਾਲੀ ਚੱਲੇ ਧਨੀ ਸਿਉ ਟਿੱਬੇ ਜਿਉ ਮੀਹਾ। ਜਿਵੇਂ ਟਿੱਬੇ ਮੀਂਹ ਤੋਂ ਸਖਣੇ ਰਹਿ ਜਾਂਦੇ ਆ ਨਾ, ਟਿੱਬਿਆਂ ਤੇ ਪਾਣੀ ਨਹੀਂ ਚੜ੍ਹਦਾ, ਖੜਦਾ ਨਹੀਂ ਹੈ। ਜਿਹੜੇ ਮਾਣ ਹੰਕਾਰ ਚ ਹੁੰਦੇ, ਸਾਰੀ ਉਮਰ ਜਿਹਦਾ ਮਾਣ ਕਰਦਾ ਰਿਹਾ, ਖਾਲੀ ਚੱਲੇ ਧਨੀ ਸਿਉ, ਦੌਲਤ ਦਾ ਮਾਣ ਕਰਦਾ, ਖਾਲੀ ਗਿਆ। ਪੁੱਛ ਸਿਕੰਦਰ ਬਾਦਸ਼ਾਹ ਨੂੰ, ਜਿਹਨੇ ਢੇਰ ਦੌਲਤ ਦੇ ਜੋੜੇ ਹੋਏ ਸੀ, ਢੇਰ ਸਾਰੇ, ਅਰਬਾਂ ਖਰਬਾਂ ਦਾ ਮਾਲਕ, ਮੌਤ ਆਈ, ਸੋਨੇ ਚਾਂਦੀ ਦੇ ਸਿੱਕਿਆਂ ਨੂੰ ਚੱਕ ਕੇ ਕਹੀ ਚੱਲੇ, ਅਬ ਤੂੰ ਵੀ ਮੇਰੇ ਸੇ ਹੋ ਗਈ ਖਫਾ, ਹੁਣ ਤੂੰ ਵੀ ਸਾਥ ਨਹੀਂ ਦੇਣਾ। ਨੌਕਰ ਚਾਕਰ ਅਹਿਲਕਾਰ ਸਾਰੇ ਇਕੱਠੇ ਕਰ ਲਏ, ਵੈਦ ਹਕੀਮ ਜੋਤਸ਼ੀ ਬੁਲਾ ਲਏ, ਕੋਈ ਦੱਸੋ ਮੌਤ ਤੋਂ ਬਚਣ ਦਾ ਕਾਰਨ। ਕਹਿੰਦੇ ਕੋਈ ਵੀ ਹੈ ਨਹੀਂਗਾ, ਕੋਈ ਦਵਾਈ ਐਸੀ ਨਹੀਂ ਜਿਹੜੀ ਬਚਾ ਸਕੇ। ਢੇਰ ਦੌਲਤ ਦਾ ਵੇਖਿਆ, ਇੰਨਾ ਕੁਝ ਕਮਾਇਆ, ਇਹਨੂੰ ਕਮਾਉਣ ਖਾਤਰ ਪਾਪ ਬੜੇ ਕੀਤੇ ਆ, ਬੜਿਆਂ ਦਾ ਹਿਰਦਾ ਦੁਖੀ ਕੀਤਾ, ਕਿਸੇ ਦੇ ਮੂੰਹ ਵਿੱਚੋਂ ਖੋਣਾ, ਕਿਸੇ ਦਾ ਹੱਕ ਖਾਣਾ। ਲੋਕਾਂ ਨੇ ਦੁਆਵਾਂ ਨਹੀਂ ਸੀ ਦਿੱਤੀਆਂ, ਬਦ ਦੁਆਵਾਂ ਦਿੰਦੇ ਰਹੇ। ਜਿਹਦਾ ਹੱਕ ਖੋ ਖੋ ਕੇ, ਮਹਾਰਾਜ ਕਹਿੰਦੇ ਬਹੁ ਪਰਪੰਚ ਕਰ ਪਰ ਧਨ ਲਿਆਵੈ। ਬਹੁ ਪਰਪੰਚ ਕਹਿੰਦੇ ਹੁੰਦੇ ਢੰਗ ਤਰੀਕੇ, ਬਹੁਤੇ ਤਰੀਕਿਆਂ ਨਾਲ ਧਨ ਦੌਲਤ ਇਕੱਠਾ ਕਰਕੇ ਬੰਦਾ ਲਿਆਉਂਦਾ। ਫਿਰ ਕਰਦਾ ਕੀ ਹੈ, ਸੁੱਤਦਾਰਾ ਪੈ ਆਨ ਲੁਟਾਵੈ, ਇਸਤਰੀ ਬੱਚਿਆਂ ਤੇ ਲਿਆ ਕੇ ਲੁਟਾਉਂਦਾ। ਵੇਖੋ ਅੱਜ ਇੰਨੇ ਲਿਆਂਦੇ, ਅੱਜ ਇੰਨੇ ਲਿਆਂਦੇ। ਇਹਨੂੰ ਬਾਣੀ ਨੇ ਕੀ ਕਹਿ ਦਿੱਤਾ, ਮਨ ਮੇਰੇ ਭੂਲੇ ਕਪਟ ਨਾ ਕੀਜੈ। ਕਪਟ ਕਹਿੰਦੇ ਹੁੰਦੇ ਧੋਖੇ ਨੂੰ, ਉਹ ਮਨਾ ਧੋਖੇ ਨਾਲ ਨਾ ਕਮਾਈ, ਕਿਤੇ ਕੁਛ ਵੇਖੀ ਅੰਤ ਨਵੇਰਾ ਤੇਰੇ ਜੀ ਪਹਿ ਲੀਜੈ। ਜਿੰਦ ਤੋਂ ਲਿਆ ਜਾਣਾ ਨਵੇੜਾ ਤੇਰੀ ਤੋਂ, ਪੁੱਛਿਆ ਜਾਣਾ ਕਿੱਦਾਂ ਦੀ ਕਮਾਈ, ਕਿਉਂਕਿ ਪਰਮੇਸ਼ਰ ਦੇ CCTV ਕੈਮਰੇ ਹਰ ਵਕਤ ਅੰਦਰ ਚੱਲਦੇ। ਉਹ ਬਾਹਰ ਦੀ ਰਿਕਾਰਡਿੰਗ ਨਹੀਂ ਕਰਦੇ, ਅੰਦਰ ਦੀ ਕਰਦੇ ਆ, ਜਿਹੜਾ ਸੁਰਤ 'ਚ ਚੱਲਦਾ ਹੈ। ਬਾਹਰੋਂ ਤੇ ਮਿੱਠਾ ਬੋਲਦੇ ਆ ਨਾ ਗੁਰਮੁਖ ਪਿਆਰੇ ਅਸੀਂ, ਜਿਹਨੂੰ ਬਾਣੀ ਨੇ ਕਹਿ ਦਿੱਤਾ ਜਿਉਂ ਮੈਲੇ ਬਾਹਰੋਂ ਨਿਰਮਲ। ਬਾਹਰੋਂ ਤੇ ਨਿਰਮਲ ਹੈ, ਸਾਫ਼ ਹੈ, ਪਿਆਰ ਨਾਲ ਬੋਲਦਾ, ਮਿੱਠਤ ਨਾਲ ਬੋਲਦਾ। ਜਿਉਂ ਮੈਲੇ, ਅੰਦਰੋਂ ਮੈਲਾ। ਜਿਵੇਂ ਸੱਜਣ ਠੱਗ ਸੀਗਾ, ਬਾਹਰੋਂ ਤੇ ਆਏ ਗਏ ਰਾਹਗੀਰ ਦੀ ਮਦਦ ਕਰਨੀ, ਭਾਈ ਕਿਸੇ ਨੂੰ ਰਾਤ ਨੂੰ ਰਹਿਣ ਵਾਸਤੇ ਮੰਜਾ ਬਿਸਤਰਾ ਪ੍ਰਸ਼ਾਦਾ ਭੋਜਨ ਸਭ ਮਿਲੂਗਾ। ਬਾਹਰੋਂ ਤੇ ਨਿਰਮਲ ਹੈ, ਲੋਕ ਕਹਿੰਦੇ ਬਈ ਸੱਜਣ ਕਿੱਡਾ ਦਿਆਲੂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਿਖਾ ਦਿੱਤਾ ਦਿਆਲੂ ਕਾਹਦਾ ਹੈ। ਇਹ ਤਾਂ ਜਿਹਨੂੰ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਨਾ ਗੁਰਮੁਖ ਪਿਆਰੇ ਬਾਣੀ 'ਚ, ਭੇਖ ਦਿਖਾਇਓ ਜਗਤ ਕੋ ਲੋਗਣ ਕੋ ਬਸ ਕੀਨ। ਮਾਫ ਕਰ ਦਿਓ, ਕਈ ਲੋਕ ਦਾਨ ਪੁੰਨ ਕਰਦੇ ਆ, ਉਹ ਵੀ ਲੋਕਾਂ ਨੂੰ ਬਸ ਕਰਨ ਖਾਤਰ ਹੀ ਕਰਦੇ ਆ। ਭੇਖ ਦਿਖਾਉਂਦੇ ਲੋਕ ਵੀ ਫਲਾਣਾ ਬੰਦਾ ਬੜਾ ਦਾਨੀ ਹੈ, ਲੋਗਣ ਕੋ ਬਸ, ਦੁਨੀਆ ਬਸ ਚੋ ਜੂ ਲੋਕ ਕਹਿਣਗੇ ਫਲਾਣਾ ਸਿਓ ਦਾਨੀ ਹੈ, ਪਰ ਅੰਦਰ ਦੀ ਭਾਵਨਾ ਸ਼ੁੱਧ ਨਹੀਂ ਨਾ ਹੈਗੀ। ਸੱਜਣ ਕੀ ਕਰਦਾ ਸੀ, ਰਾਤ ਨੂੰ ਉਹਦੇ ਘਰ ਵਿੱਚ ਕੋਈ ਜਿਹੜਾ ਵੀ ਆ ਕੇ ਰਾਹੀ ਪਾਉਂਦੀ ਠਹਿਰਦਾ, ਖਾਣੇ ਵਿੱਚ ਜ਼ਹਿਰ ਪਾ ਦੇਣੀ, ਮਾਰ ਦੇਣਾ, ਉਹਦਾ ਧਨ ਦੌਲਤ ਲੁੱਟ ਲੈਣਾ, ਉਹਨੂੰ ਘਰ ਵਿੱਚ ਟੋਏ ਖੂਹ ਵਿੱਚ ਸੁੱਟ ਦੇਣਾ ਜਿਹੜਾ ਘਰ ਵਿੱਚ ਬਣਾਇਆ ਸੀਗਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਆਏ, ਸਾਰੇ ਹੀ ਪਰਦਾ ਫਾਸ਼ ਕਰ ਦਿੱਤਾ। ਪ੍ਰਸ਼ਾਦਾ ਭੋਜਨ ਧਰਿਆ, ਗਰੀਬ ਨਵਾਜ ਕਹਿੰਦੇ ਨਹੀਂ ਛਕਣੀ, ਤੇਰੀ ਪਾਪ ਦੀ ਕਮਾਈ। ਮਰਦਾਨਿਆ ਨਾ ਛਕੀ, ਭੋਜਨ ਵਿੱਚ ਜ਼ਹਿਰ ਹੈ। ਸੱਚੇ ਪਾਤਸ਼ਾਹ ਨੇ ਫਿਰ ਸੱਜਣ ਠੱਗ ਨੂੰ ਗਿਆਨ ਦਿੱਤਾ। ਅਸੀਂ ਵੀ ਅਗਿਆਨਤਾ 'ਚ ਡੁੱਬੇ ਹੋਏ ਹਾਂ, ਅਗਿਆਨਤਾ 'ਚ, ਆਪਣਿਆਂ ਨਾਲ ਠੱਗੀਆਂ, ਆਪਣਿਆਂ ਨਾਲ ਧੋਖੇ, ਆਪਣਿਆਂ ਨਾਲ ਚੋਰੀਆਂ। ਮਹਾਰਾਜ ਕਹਿੰਦੇ ਕਿਹਦੇ ਨਾਲ ਕਰਦਾ ਭਾਈ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਕਿਹਦੇ ਨਾਲ ਕਰਦਾ, ਉਹ ਬਗਾਨਾ ਨਹੀਂ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਮਹਾਰਾਜ ਕਹਿੰਦੇ ਨੂਰ ਤੇ ਉਸੇ ਦਾ ਨਾ, ਸਭ ਮੈਂ ਜੋਤ ਜੋਤ ਹੈ ਸੋਏ। ਉਹੀ ਜੋਤ ਤੇਰੇ 'ਚ ਹੈ, ਜਿਹਦੇ ਨਾਲ ਚੱਲਦਾ ਫਿਰਦਾ ਵੇਖਦਾ, ਉਹੀ ਜੋਤ ਉਹਦੇ ਵਿੱਚ ਹੈ ਜਿਹਨੂੰ ਦੁਸ਼ਮਣ ਸਮਝੀ ਜਾਂਦਾ ਹੈ। ਉਹੀ ਹੈ ਉਹਦੇ ਵਿੱਚ ਵੀ, ਉਹੀ ਉਹਦੇ ਵਿੱਚ ਵੱਸਦਾ, ਉਹੀ ਤੇਰੇ 'ਚ ਵੱਸਦਾ। ਜਿਹਨੂੰ ਪਾਤਸ਼ਾਹ ਨੇ ਕਹਿ ਦਿੱਤਾ ਫਰੀਦਾ ਖਾਲਕ ਖਲਕ ਮੈਂ ਹੈ, ਖਲਕ ਬਸੈ ਰੱਬ ਮਾਹੇ, ਮੰਦਾ ਕਿਸਨੋ ਆਖੀ ਹੈ ਜਾਂ ਤਿਸ ਬਿਨ ਕੋਈ ਨਾ ਹੈ। ਇਹਨੂੰ ਕਹਿੰਦਾ ਪਿਆ ਬਾਈ, ਕਿਹਦੇ ਨਾਲ ਵਿਤਕਰੇ, ਕਿਹਦੇ ਨਾਲ ਠੱਗੀਆਂ ਚੋਰੀਆਂ ਧੋਖੇ ਕਿਹਦੇ ਨਾਲ ਕਰਦਾ ਪਿਆ, ਕਾਹਦੇ ਵਾਸਤੇ ਕਰਦਾ ਹੈ। ਗੁਰੂ ਨਾਨਕ ਪਾਤਸ਼ਾਹ ਸੱਜਣ ਨੂੰ ਕਹਿੰਦੇ ਨੇ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਉਹ ਸੋਹਣੇ ਕੱਪੜੇ ਤੇ ਰੂਪ ਸੁਹਾਵਣਾ,
ਦੁਨੀਆ ਤੇ ਛੱਡ ਜਾਵੇਂਗਾ ਸੋਹਣੇ ਕੱਪੜੇ ਤੇ ਰੂਪ ਸੁਹਾਵਣਾ ਦੁਨੀਆ ਤੇ ਛੱਡ ਜਾਵੇਂਗਾ ਸੋਹਣੇ ਕੱਪੜੇ ਤੇ ਰੂਪ ਸੁਹਾਵਣਾ ਦੁਨੀਆ ਤੇ ਛੱਡ ਜਾਵੇਂਗਾ ਸੋਹਣੇ ਕੱਪੜੇ ਤੇ ਰੂਪ ਸੁਹਾਵਣਾ ਦੁਨੀਆ ਤੇ ਛੱਡ ਜਾਵੇਂਗਾ ਸੋਹਣੇ ਕੱਪੜੇ ਤੇ ਰੂਪ ਸੁਹਾਵਣਾ ਦੁਨੀਆ ਤੇ ਛੱਡ ਜਾਵੇਂਗਾ ਸੋਹਣੇ ਕੱਪੜੇ ਤੇ ਰੂਪ ਸੁਹਾਵਣਾ ਦੁਨੀਆ ਤੇ ਛੱਡ ਜਾਵੇਂਗਾ ਸੋਹਣੇ ਕੱਪੜੇ ਤੇ ਰੂਪ ਸੁਹਾਵਣਾ ਦੁਨੀਆ ਤੇ ਛੱਡ ਜਾਵੇਂਗਾ ਸੋਹਣੇ ਕੱਪੜੇ ਤੇ ਰੂਪ ਸੁਹਾਵਣਾ ਦੁਨੀਆ ਤੇ ਛੱਡ ਜਾਵੇਂਗਾ ਸੋਹਣੇ ਕੱਪੜੇ ਤੇ ਰੂਪ ਸੁਹਾਵਣਾ ਦੁਨੀਆ ਤੇ ਛੱਡ ਜਾਵੇਂਗਾ ਸੋਹਣੇ ਕੱਪੜੇ ਤੇ ਰੂਪ ਸੁਹਾਵਣਾ ਦੁਨੀਆ ਤੇ ਛੱਡ ਜਾਵੇਂਗਾ ਸੋਹਣੇ ਕੱਪੜੇ ਤੇ ਰੂਪ ਸੁਹਾਵਣਾ ਦੁਨੀਆ ਤੇ ਛੱਡ ਜਾਵੇਂਗਾ ਸੋਹਣੇ ਕੱਪੜੇ ਤੇ ਰੂਪ ਸੁਹਾਵਣਾ ਦੁਨੀਆ ਤੇ ਛੱਡ ਜਾਵੇਂਗਾ ਛੱਡ ਜਾਏਗਾ ਮਹਾਰਾਜ ਕਹਿੰਦੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਚੰਗਾ ਕੀਤਾ ਤੇਰੀ ਝੋਲੀ 'ਚ ਮਾੜਾ ਕੀਤਾ ਤਾਂ ਵੀ ਤੇਰੀ ਝੋਲੀ 'ਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਧਰਮ ਦੀ ਹਜ਼ੂਰੀ 'ਚ ਪਰਮੇਸ਼ਰ ਦੀ ਹਜ਼ੂਰੀ 'ਚ ਕੀ ਬਾਚਿਆ ਜਾਣਾ ਚੰਗਿਆਈਆਂ ਬੁਰਿਆਈਆਂ ਕੀ ਵੇਖਿਆ ਜਾਣਾ ਕਰਮੀ ਆਪੋ ਆਪਣੀ ਕਿ ਨੇੜੇ ਕੇ ਦੂਰ ਬਾ ਫਿਰ ਉੱਥੇ ਕਰਮ ਵੇਖਣਗੇ ਕੋਈ ਨੇੜੇ ਹੋ ਗਿਆ ਤੇ ਕੋਈ ਦੂਰ ਹੋ ਗਿਆ ਜਿਹਨੂੰ ਮਹਾਰਾਜ ਨੇ ਕਿਹਾ ਸੰਜੋਗ ਵਿਯੋਗ ਦੋਏ ਕਾਰ ਚਲਾਵੇ ਲੇਖੇ ਆਵੇ ਭਾਗ ਭਾਗ ਉਹ ਕਰਮਾਂ 'ਚ ਜੋ ਕੀਤਾ ਉਹ ਸਾਹਮਣੇ ਆ ਗਿਆ ਫਿਰ ਚੰਗਾ ਕੀਤਾ ਤੇ ਸੰਜੋਗ ਬਣ ਜਾਣਾ ਮਾੜਾ ਕੀਤਾ ਤੇ ਵਿਯੋਗ ਬਣ ਜਾਣਾ ਇਕੱਠੀ ਕੀਤੀ ਦੌਲਤ ਵੀ ਛੱਡ ਜਾਏਗੀ ਰਿਸ਼ਤੇਦਾਰ ਸੰਬੰਧੀਆਂ ਵੀ ਛੱਡ ਜਾਣਾ ਪਾਤਸ਼ਾਹ ਕਹਿੰਦੇ ਚੇਤੇ 'ਚ ਰੱਖੀਏ ਇਸ ਗੱਲ ਨੂੰ ਪਰ ਨਹੀਂ ਗੁਰਮੁਖ ਪਿਆਰਿਓ ਅਸੀਂ ਭੁੱਲੇ ਹੋਏ ਆ ਨਾ ਸਾਨੂੰ ਤੇ ਅਗਿਆਨਤਾ ਦੀ ਨੀਂਦ ਵਿੱਚ ਡੁੱਬੇ ਜੋਬਨ ਧਨ ਪ੍ਰਭਤਾ ਕੇ ਮਦ ਮੈਂ ਕਿਸੇ ਨੂੰ ਜਵਾਨੀ ਦਾ ਮਾਣ ਹੈ ਕਿਸੇ ਨੂੰ ਦੌਲਤ ਦਾ ਮਾਣ ਹੈ ਕਿਸੇ ਨੂੰ ਵਡਿਆਈ ਦਾ ਮਾਣ ਹੈ ਮਹਾਰਾਜ ਕਹਿੰਦੇ ਪਾਗਲ ਹੋਈ ਫਿਰਦੀ ਆ ਦੁਨੀਆ ਦਿਨ ਰਾਤ ਨਸ਼ਾ ਉਤਰਦਾ ਹੀ ਨਹੀਂ ਹੈਗਾ ਕਿਸੇ ਨੂੰ ਪ੍ਰਭਤਾ ਦਾ ਨਹੀਂ ਉਤਰਦਾ ਕਿਸੇ ਨੂੰ ਦੌਲਤ ਦਾ ਨਹੀਂ ਉਤਰਦਾ ਗਰੀਬ ਨਵਾਜ਼ ਨੇ ਸੱਜਣ ਨੂੰ ਕਿਹਾ ਸੱਜਣਾ ਛੱਡ ਦੇਗਾ ਦੁਨੀਆ ਦੇ ਵਿੱਚ ਪਰ ਫਿਰ ਮਿਲਣਾ ਕੀ ਹੈ ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੈ ਜਜਮਾਲਿਆ ਥਾਉ ਨਾ ਪਾਇਣ ਕੂੜਿਆਰ ਮੋਹ ਕਾਲੈ ਦੋਜਕ ਚਾਲਿਆ ਤੇਰੇ ਨਾਏ ਰੱਤੇ ਸੇਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਜਿਹੜੇ ਤੇਰੇ ਨਾਮ ਵਿੱਚ ਰੱਤੇ ਸੀ ਉਹ ਜਿੱਤ ਗਏ ਹਾਰ ਗਏ ਸੇ ਠੱਗਣ ਵਾਲਿਆ ਠੱਗ ਚੋਰ ਹਾਰ ਗਏ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੋਝੀ ਦਿੱਤੀ ਨਾ ਮਾਫ ਕਰਿਓ ਬੰਦਾ ਮਾੜਾ ਨਹੀਂ ਹੁੰਦਾ ਗੁਰਮੁਖ ਪਿਆਰਿਓ ਆਪਾਂ ਕਹਿੰਦੇ ਫਲਾਣਾ ਬੰਦਾ ਬਹੁਤ ਮਾੜਾ ਹੈ ਬੰਦਾ ਨਹੀਂ ਮਾੜਾ ਬੰਦੇ ਦੀਆਂ ਆਦਤਾਂ ਵਿਚਾਰ ਸੋਚ ਮਾੜੀ ਹੋ ਸਕਦੀ ਹੈ ਅੱਜ ਬੰਦਾ ਪੀਂਦਾ ਖਾਂਦਾ ਵਿਸ਼ੇ ਵਿਕਾਰਾਂ 'ਚ ਡੁੱਬਿਆ ਕੱਲ ਨੂੰ ਸਮਝ ਆ ਗਈ ਕੋਈ ਚੰਗਾ ਸਮਾਂ ਸਿਆਣਾ ਬਣ ਗਿਆ ਆਪਾਂ ਕੀ ਇਹ ਬੰਦਾ ਸਿਆਣਾ ਬਣ ਗਿਆ ਚੰਗਾ ਬਣ ਗਿਆ ਫਿਰ ਹੁਣ ਬੰਦਾ ਬਦਲ ਗਿਆ ਆਪਾਂ ਕਹਿੰਦੇ ਉਹ ਬਦਲ ਗਿਆ ਭਾਈ ਬਦਲਿਆ ਨਹੀਂ ਹੈਗਾ ਉਹ ਉਹੀ ਹੈ ਜਵਾਨ ਵੀ ਉਹੀ ਹੈ ਕੰਨ ਵੀ ਉਹੀ ਨੇ ਹੱਥ ਅੱਖਾਂ ਸਭ ਕੁਝ ਉਹੀ ਹੈ ਬਸ ਨਜ਼ਰੀਆ ਬਦਲ ਗਿਆ ਪਹਿਲਾਂ ਸੋਚ ਮਾੜੀ ਸੀ ਹੁਣ ਚੰਗੀ ਹੋ ਗਈ ਪਹਿਲਾਂ ਅੰਦਰ ਈਰਖਾ ਲਈ ਬੈਠਾ ਸੀ ਅੰਦਰ ਨਿੰਦਿਆ ਅੰਦਰ ਹੰਕਾਰ ਸੀ ਸਭ ਕੁਝ ਢਲ ਗਿਆ ਹੁਣ ਬੋਲੀ ਬਦਲ ਗਈ ਜਵਾਨ ਬਦਲ ਗਈ ਹੁਣ ਸਾਰਿਆਂ ਨਾਲ ਮਿੱਠਤ ਪਿਆਰ ਨਾਲ ਗੱਲਾਂ ਕਰਦਾ ਹੈ ਹੁਣ ਸਾਰਿਆਂ ਦਾ ਭਲਾ ਸੋਚਦਾ ਹੈ ਫਿਰ ਗੁਰਮੁਖ ਪਿਆਰਿਓ ਸੋਚਿਓ ਇਸ ਗੱਲ ਤੇ ਇਨਸਾਨ ਨੂੰ ਗੁਨਾਹ ਕਰਕੇ ਯਾਦ ਕੀਤਾ ਜਾਂਦਾ ਹੈ ਸੋਹਣੇਪਣ ਕਰਕੇ ਨਹੀਂ ਦੌਲਤ ਕਰਕੇ ਨਹੀਂ ਦੌਲਤ ਤੇ ਸਿਕੰਦਰ ਕੋਲੇ ਬਹੁਤ ਜ਼ਿਆਦਾ ਸੀ
ਪਰ ਉਹ ਵੀ ਅੰਤ ਸਮੇਂ ਕਹਿ ਕੇ ਗਿਆ, ਖਾਲੀ ਹੱਥ ਪੈਰ ਬਾਹਰ ਕੱਢ ਦਿਓ, ਦੁਨੀਆ ਦੇ ਲੋਕਾਂ ਨੂੰ ਕੁਝ ਸੰਦੇਸ਼ ਮਿਲ ਜਾਏ। ਅਰਬਾਂ ਖਰਬਾਂ ਦਾ ਮਾਲਕ ਅੱਜ ਖਾਲੀ ਹੱਥ ਜਾ ਰਿਹਾ, ਜਿਹਨੂੰ ਪਾਤਸ਼ਾਹ ਨੇ ਕਿਹਾ ਨਾਂਗੇ ਪਾਵਹੋਂ ਤੇ ਗਏ ਜਿਨ ਕੇ ਲੱਖ ਕਰੋੜ। ਇੱਥੇ ਦਾ ਇੱਥੇ ਹੀ ਰਹਿ ਜਾਣਾ ਨਾ। ਮਹਿਲਾਂ ਦਾ ਮਾਣ ਕਰਦਾ ਮਹਿਲ ਨਿਸੱਖਣ ਰਹਿ ਗਏ, ਵਾਸਾ ਆਇਆ ਤਲ ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮੱਲ। ਉਹ ਮਹਿਲ ਵੀ ਨਿਸੱਖਣੇ ਹੋ ਜਾਣਗੇ। ਅੱਜ ਜਿੱਥੇ ਤੂੰ ਬੈਠਾ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਏ। ਅੱਜ ਜਿਹੜੀ ਜਗ੍ਹਾ ਤੇ ਤੂੰ ਘਰ ਪਾਇਆ, ਪਤਾ ਨਹੀਂ ਕਿੱਡੇ ਕਾ ਕੇ ਬੈਠ ਕੇ ਗਏ ਹੋਣੇ, ਖਬਰਾਂ ਕਿਹਦੀ ਜਗ੍ਹਾ ਹੋਣੀ ਹੈ। ਆ ਕਿਹਦੀ ਜਗ੍ਹਾ ਜਿੱਥੇ ਅੱਜ ਦਰਬਾਰ ਬਣਿਆ ਪਿਆ, ਕੀ ਪਤਾ ਪਹਿਲਾਂ ਕਿਹਦਾ ਵਾਸਾ ਹੋਣਾ, 100 200 400 ਸਾਲ ਪਹਿਲਾਂ। ਮਹਾਰਾਜ ਕਹਿੰਦੇ ਜਿੱਥੇ ਤੂੰ ਬੈਠਾ ਤੇਰਾ ਨਹੀਂ, ਇੱਥੇ ਅਨੇਕਾਂ ਹੀ ਆ ਕੇ ਵਾਗੇ ਜਿਹੜੇ ਮੇਰਾ ਮੇਰਾ। ਇਹ ਤੇ ਇੱਕ ਮੇਰ ਹੈ, ਆ ਮੇਰਾ ਆ ਮੇਰਾ। ਪਰ ਮਹਾਰਾਜ ਕਹਿੰਦੇ ਮੇਰ ਮੇਰ ਕਰਨ ਵਾਲੇ ਵੀ ਛੱਡ ਕੇ ਤੁਰ ਜਾਂਦੇ ਆ। ਮਹਿਲ ਨਿਸੱਖਣ ਰਹਿ ਗਏ, ਵਾਸਾ ਆਇਆ ਤਲ। ਤਲ ਕਹਿੰਦੇ ਹੁੰਦੇ ਧਰਤੀ ਨੂੰ, ਧਰਤੀ 'ਚ ਹੀ ਵਾਸਾ ਹੈ। ਕੀ ਕਹਿੰਦੀ ਸਾਡੇ ਅੰਦਰਲੀ ਜਿੰਦ, ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਧਰ ਉੱਪਰ ਸਾਰੋ। ਧਰ ਕਹਿੰਦੇ ਹੁੰਦੇ ਧਰਤੀ ਨੂੰ, ਸਾਰੋ ਦਾ ਅਰਥ ਹੁੰਦਾ ਸਵਾਹ। ਪਾਤਸ਼ਾਹ ਕਹਿੰਦੇ ਉਹ ਜਿੰਦ, ਅੰਦਰਲੀ ਜਿੰਦ, ਜਿਹੜਾ ਪੰਛੀ ਬੈਠਾ ਸਾਡੇ 'ਚ ਬੈਠਾ, ਜਿਹੜਾ ਜਿਹਦੇ ਆਸਰੇ ਅਸੀਂ ਬੋਲਦੇ ਹਾਂ ਚੱਲਦੇ ਹਾਂ। 5 ਤੱਤਾਂ ਦਾ ਸਰੀਰ ਹੈ ਪਿਆਰਿਓ। ਜਦੋਂ ਬੰਦਾ ਚੜ੍ਹਾਈ ਕਰ ਜਾਂਦਾ, 4 ਤੱਤ ਇਹਦੇ ਵਿੱਚ ਸ਼ਾਮਲ ਹੁੰਦੇ ਆ, ਇੱਕ ਨਿਕਲ ਜਾਂਦੇ ਆ, ਜਿਹਨੂੰ ਪੌਣ ਵੀ ਕਹਿ ਦਿੰਦੇ ਆ, ਹਵਾ ਕਹਿ ਦਿੰਦੇ ਆ। ਜਿਹਦੇ ਕਰਕੇ ਕਹਿੰਦੇ ਅਸੀਂ ਪ੍ਰਾਣ ਚੱਲਦੇ ਸੀ, ਹਵਾ ਚੱਲਦੀ ਸੀ, ਆ ਰਹੀ ਸੀ ਨਾ ਆਕਸੀਜਨ, ਪ੍ਰਾਣੀ ਸੀ। ਪ੍ਰਾਣ ਖਤਮ ਹੋ ਗਏ, ਹੁਣ ਮੁਰਦਾ ਬਣ ਗਿਆ, ਮੁਰਦਾ ਨਿਕਲ ਗਿਆ ਨਾ ਇੱਕ ਤੱਤੇ ਦੇ ਵਿੱਚੋਂ। ਇਸ ਵਾਸਤੇ ਸੱਚੇ ਪਾਤਸ਼ਾਹ ਕਹਿੰਦੇ 5 ਤੱਤਾਂ ਦਾ ਸਰੀਰ ਹੈ ਭਾਈ ਇਹ, ਇਹਦਾ ਮਾਣ ਨਾ ਕਰਿਆ ਕਰ ਤੂੰ। ਇਹ ਤਾਂ ਖੁਰ ਜਾਂਦਾ ਹੈ ਉਮਰ ਦੇ। ਬਾਬਾ ਫਰੀਦ ਸਾਹਿਬ ਨੂੰ ਪੁੱਛ ਕੇ ਵੇਖ ਲਓ, ਇੰਨੀ ਨਿੱਕੀ ਜੰਗੀਆਂ ਥਲ ਡੂੰਗਰ ਪਵੇ ਓਮ, ਅੱਜ ਫਰੀਦਾ ਕੁਜੜੀ ਸੈਕੋਹਾਂ ਤੀਓ। ਮਾਣ ਨਾ ਕਰੀ ਕਦੇ ਜਵਾਨੀ ਦਾ, ਦੌਲਤਾਂ ਦਾ। ਅੱਜ ਅੰਬਰਾਂ ਤੇ ਚੜ੍ਹਿਆ, ਮਾਣ ਨਾ ਕਰੀ। ਕਿਉਂ? ਬਾਬਾ ਫਰੀਦ ਸਾਹਿਬ ਕਹਿੰਦੇ ਜਵਾਨੀ 'ਚ ਉੱਚੇ ਪਰਬਤਾਂ ਤੇ ਚੜ੍ਹਦਾ ਸੀ, ਅੱਜ ਕੋਲੇ ਪਿਆ ਪਾਣੀ ਦਾ ਕੁੱਜਾ ਕੋਹਾਂ ਦੂਰ ਲੱਗਦਾ, ਮੇਰੇ ਸਰੀਰ ਦਾ ਬਲ ਘਟ ਗਿਆ, ਬੁੱਢਾ ਹੋ ਗਿਆ, ਬੁੱਢਾ ਕੰਬਣ ਲੱਗੀ ਦੇ, ਬੁੱਢਾ ਹੋਆ ਸੇਖ ਫਰੀਦ। ਉਹ ਤਾਕਤ ਨਹੀਂ ਨਾ ਰਹੀ। ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇ ਹੀਣ। ਅੱਜ ਆ ਸਰੀਰ ਜਵਾਨ ਹੈ। ਕਬੀਰ ਸਾਹਿਬ ਕਹਿੰਦੇ ਇਹੀ ਹਵਾਲ ਹੋਏਂਗੇ ਤੇ ਇਹਨੇ ਇੱਕ ਦਿਨ ਬੁੱਢਾ ਹੋਣਾ ਪਿਆਰਿਓ। ਸਿਰ ਕੰਪਿਓ ਪਗ ਡਗ ਮਗੇ, ਕਹਿੰਦੇ ਸਿਰ ਚਕਰਾਊ ਪੈਰ ਲੜ ਖੜਾਉਣਗੇ। ਮਹਾਰਾਜ ਕਹਿੰਦੇ ਜਵਾਨ ਤੋਂ ਬੋਲਿਆ ਨਹੀਂ ਜਾਣਾ, ਤਤਲਾਉਣ ਲੱਗ ਜਾਣੀ ਹੈ, ਸਮਝ ਹੀ ਨਹੀਂ ਆਉਣੀ ਜਦੋਂ ਬੁੱਢਾ ਹੋ ਗਿਆ। ਇਹੀ ਹਵਾਲ ਹੋਏਂਗੇ ਤੇਰੇ ਨਾਲ ਹੋਣੇ ਆ ਭਾਈ। ਅੱਜ ਜਵਾਨੀ ਦਾ ਮਾਣ ਕਰਦਾ, ਇਹਨੇ ਖੁਰ ਜਾਣਾ ਇੱਕ ਦਿਨ। ਜਿੱਦਣ ਜਰ ਲੱਗੀ 40 ਸੀ ਪੁਰ ਹੋਏ, 85 ਪੱਗ ਖਿੱਸਾ, 60 ਕੇ ਬੁਢੇਪਾ ਆਵੇ। 40 ਦਾ ਪੂਰਾ ਹੋ ਜਾਣਾ, 50 ਤੇ ਜਰ ਲੱਗਣੀ ਸ਼ੁਰੂ ਹੋ ਜਾਣੀ ਹੈ, 60 ਦਾ ਹੋ ਗਿਆ ਬੁੱਢਾ ਹੋ ਗਿਆ। 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੈ, 90 ਕਾ ਸਹਿ ਜਸ ਨਹੀਂ ਬੋਲ ਨਾ ਜਾਣਾ ਅੱਪ ਵੱਲ। ਤਾਕਤ ਹੀ ਨਹੀਂ ਰਹਿਣੀ। ਮਹਾਰਾਜ ਕਹਿੰਦੇ ਫਿਰ ਚੇਤੇ ਆਉਂਦਾ ਵੀ ਸਰੀਰ ਦੀ ਅਹਿਮੀਅਤ ਕੀ ਸੀ। ਜਿਹਨੂੰ ਐਵੇਂ ਗਵਾ ਲਿਆ ਨਾ ਜਵਾਨੀ 'ਚ, ਐਵੇਂ ਹੀ ਖਾਂਦਾ ਪੀਂਦਾ, ਕਦੇ ਕਿਤੇ ਬਹਿ ਗਿਆ, ਕਦੇ ਕਿਤੇ ਬਹਿ ਗਿਆ। ਵਿਸ਼ੇ ਮਾਂ ਦਾ ਹਿਰਦਾ ਦੁਖੀ, ਪਿਓ ਦਾ ਹਿਰਦਾ ਦੁਖੀ, ਘਰ ਵਾਲੀ ਦਾ ਹਿਰਦਾ ਦੁਖੀ, ਬੱਚਿਆਂ ਦਾ ਹਿਰਦਾ ਦੁਖੀ। ਕਿਉਂ? ਜਵਾਨੀ ਦੇ ਹੰਕਾਰ ਵਿੱਚ ਮਸਤਿਆ ਫਿਰਦਾ ਸੀਗਾ। ਕਦੇ ਕਿਤੋਂ ਚੁੱਕ ਕੇ ਲਿਆਉਣਾ, ਕਦੇ ਕਿਤੋਂ। ਸਾਰੇ ਟੱਬਰ ਨੂੰ ਦੁਖੀ ਕਰਦਾ ਰਿਹਾ। ਪਰਿਵਾਰ ਪਹਿਲਾ ਰੱਬ ਹੈ ਤੇਰਾ। ਮਾਂ ਜੀ ਨੇ ਪਾਲਿਆ ਸੰਭਾਲਿਆ, ਪਿਓ ਜੀ ਨੇ ਵੱਡੀਆਂ ਆਸਾਂ ਲਾਈਆਂ, ਘਰ ਵਾਲੀ ਜਿਹੜੀ ਲੈ ਕੇ 4 ਲਾਵਾਂ ਤੇਰੇ ਨਾਲ ਆ ਗਈ, 18-20 ਸਾਲ ਪਰਿਵਾਰ ਛੱਡ ਕੇ ਤੇਰੇ ਨਾਲ ਜਾਣ ਨਾ ਪਛਾਣ, ਇੱਕ ਵਾਰੀ ਦੇਖ ਰੇਖ ਕੀਤੀ ਤੇ ਸਾਰੀ ਉਮਰ ਲਈ ਤੇਰੀ ਹੋ ਗਈ। ਉਹਦਾ ਵੀ ਹਿਰਦਾ ਦੁਖੀ ਕੀਤਾ, ਬੱਚਿਆਂ ਦਾ ਹਿਰਦਾ ਦੁਖੀ ਕੀਤਾ। ਫਿਰ ਇਹਨੂੰ ਬਾਣੀ ਨੇ ਕੀ ਕਿਹਾ? ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋਂ ਧੱਕੇ ਖਾਏ। ਪਿਆਰਿਓ ਆਪਣੇ ਪਰਾਏ ਦੀ ਬਗਾਨੀ ਪਛਾਣ ਹੀ ਨਾ ਰਵੇ। ਮਹਾਰਾਜ ਕਹਿੰਦੇ ਇਹੋ ਜੀ ਚੀਜ਼ ਦਾ ਸੇਵਨ ਨਾ ਕਰਿਆ ਕਰੋ ਜਿਹਦੇ ਨਾਲ ਆਪਣਾ ਬਗਾਨਾ ਹੀ ਭੁੱਲ ਜੇ। ਨਸ਼ਾ ਕੱਲਾ ਦੁਨਿਆਵੀ ਨਹੀਂ ਹੈਗਾ, ਤੁਸੀਂ ਕਹੋ ਵੀ ਨਹੀਂ, ਹੰਕਾਰ ਦਾ ਨਸ਼ਾ ਵੀ ਭੈੜਾ ਹੈ। ਹੰਕਾਰ ਦਾ ਹੁੰਦੇ ਨਹੀਂ, ਜਿਹਨੂੰ ਹੰਕਾਰ ਹੋਵੇ ਵੀ ਦੇਖੂੰ ਤੈਨੂੰ ਟੱਕਰੂੰਗਾ, ਮਾੜਾ ਹੈ ਹੰਕਾਰ ਦਾ ਨਸ਼ਾ। ਇਹ ਨਾ ਕਰਿਆ ਕਰ, ਨਿਮਰਤਾ 'ਚ ਰਿਹਾ ਕਰ। ਲੋਭ ਦਾ ਨਸ਼ਾ ਮਾੜਾ,
ਜਿਹਨੂੰ ਲੋਭ ਦਾ ਨਸ਼ਾ ਚੜ੍ਹ ਜੇ ਆਪਣਿਆਂ ਨੂੰ ਲੁੱਟਣ ਲੱਗ ਜਾਂਦਾ ਹੈ, ਆਪਣਿਆਂ ਨੂੰ ਭਾਈਆਂ ਨੂੰ ਨਹੀਂ ਛੱਡਦਾ, ਚਾਚੇ ਤਾਇਆਂ ਨੂੰ ਨਹੀਂ ਛੱਡਦਾ, ਇਹਨੂੰ ਵੀ ਖੋਲਾ, ਇਹ ਵੀ ਮਾੜਾ ਹੈ। ਕ੍ਰੋਧ ਦਾ ਨਸ਼ਾ ਮਾੜਾ ਹੈ, ਕਾਮ ਦਾ ਨਸ਼ਾ ਮਾੜਾ ਹੈ, ਕੱਲੇ ਦੁਨਿਆਵੀ ਨਸ਼ਾ ਕੋਈ ਵੀ ਹੈ ਮਾੜਾ ਹੀ ਹੈ। ਪਾਤਸ਼ਾਹ ਕਹਿੰਦੇ ਜੇ ਕਰਨਾ ਹੀ ਹੈ ਸਾਂਝ ਕਰੀਜੈ, ਗੁਣਾਂ ਕੇਰੀ ਛੋੜ ਅਵਗੁਣ ਚੱਲੀ ਹੈ। ਚੰਗੇ ਗੁਣਾਂ ਦਾ ਨਸ਼ਾ ਕਰਿਆ ਕਰ, ਚੰਗੇ ਗੁਣ। ਕਿਸੇ ਮਾੜੇ ਬੰਦੇ 'ਚ ਵੀ ਕੋਈ ਚੰਗਾ ਗੁਣ ਹੁੰਦਾ ਹੈ। ਤੂੰ ਬੁਰਾਈਆਂ ਨਾ ਵੇਖਿਆ ਕਰ, ਤੂੰ ਚੰਗਿਆਈ ਵੇਖਿਆ ਕਰ, ਚੰਗਾਪਨ ਵੇਖਿਆ ਕਰ। ਤੈਨੂੰ ਕੀ ਲੋੜ ਹੈ ਦੂਜੇ ਦੇ ਔਗਣ ਫਰੋਲਦਾ ਫਿਰਦਾ, ਤੈਨੂੰ ਠੱਗ ਨਾਲ ਕੀ, ਤੈਨੂੰ ਚੋਰ ਨਾਲ ਕੀ, ਤੂੰ ਆਪਣੇ ਦੇਵਨਾ। ਉਹ ਪਿਆਰਿਆ ਤੇਰੇ ਸਤਿਗੁਰੂ ਕਹਿੰਦੇ ਛੱਡ ਦੇ ਵਿਸਾ, ਭੁੱਲ ਜਾ। ਵਿਸਰ ਦਾ ਅਰਥ ਹੁੰਦਾ ਭੁੱਲ ਜਾ ਇਹਨਾਂ ਕੰਮਾਂ ਨੂੰ ਜਿਨ੍ਹਾਂ 'ਚ ਗੁਣ ਨਹੀਂ ਕੋਈ। ਛੱਡ ਦੇ ਉਹਨਾਂ ਆਦਤਾਂ ਨੂੰ ਜਿਨ੍ਹਾਂ 'ਚ ਗੁਣ ਨਹੀਂ ਕੋਈ, ਉਹਨਾਂ ਨੂੰ ਛੱਡ ਦੇ ਬੁਰਾਈਆਂ ਨੂੰ ਜਿਨ੍ਹਾਂ ਨਾਲ ਤੇਰੇ ਆਪਣੇ ਵੀ ਬਗਾਨੇ ਬਣ ਗਏ। ਛੱਡ ਦੇ ਹੰਕਾਰ, ਛੱਡ ਦੇ ਕ੍ਰੋਧ, ਛੱਡ ਦੇ ਮਾਨ, ਛੱਡ ਦੇ। ਕਾਹਦਾ ਮਾਨ ਕਰਦਾ? ਚੱਬਣ ਚੱਲਣ ਰਤਨ ਸੇ ਸੁਣੀਆਂ ਬਹਿ ਗਏ, ਹੇੜੇ ਮੁੱਤੀ ਧਾਹਾ ਸੇ ਜਾਨੀ ਚੱਲ ਗਏ। ਚੱਬਣ ਵਾਲੇ ਦੰਦ ਛੱਡ ਜਾਣਗੇ, ਚੱਲਣ ਵਾਲੇ ਪੈਰ ਛੱਡ ਜਾਣਗੇ, ਵੇਖਣ ਵਾਲੀਆਂ ਅੱਖਾਂ ਛੱਡ ਜਾਣਗੀਆਂ, ਬੋਲਣ ਵਾਲੀ ਜ਼ੁਬਾਨ ਛੱਡ ਜਾਏਗੀ, ਸੁਣਨ ਵਾਲੇ ਕੰਨ ਛੱਡ ਜਾਣਗੇ। ਜਰ ਲੱਗ ਜਾਣ ਦੇ ਸਰੀਰ ਨੂੰ, ਸਾਹਮਣੇ ਹੀ ਆ ਸਾਰਾ ਕੁਝ। ਅੱਜ ਹੰਕਾਰ ਮਾਨ ਵਿੱਚ ਲੜਦਾ, ਵੱਡਿਆਂ ਦਾ ਨਿਰਾਦਰ ਕਰਦਾ, ਬਜ਼ੁਰਗਾਂ ਦਾ ਨਿਰਾਦਰ ਕਰਦਾ, ਮਾਂ ਪਿਓ ਦੀ ਸੰਭਾਲ ਨਹੀਂ ਕਰਦਾ। ਬੁੱਢੇ ਦੱਸਦਾ ਉਹਨਾਂ ਨੂੰ, ਬੁੱਢੇ ਚੇਤੇ ਰੱਖੀ ਇਹੀ ਹਵਾਲ ਹੋਏਗੇ ਤੇਰੇ, ਤੇਰੇ ਤੇ ਵੀ ਆ ਜਾਣਾ ਇੱਕ ਦਿਨ। ਇਸ ਵਾਸਤੇ ਸੱਚੇ ਪਾਤਸ਼ਾਹ ਕਹਿੰਦੇ ਯਾਦ ਵਿੱਚ ਰੱਖਿਆ ਕਰ ਭਾਈ, ਚੇਤੇ 'ਚ ਰੱਖਿਆ ਕਰ। ਜਦੋਂ ਸੱਜਣ ਨੂੰ ਸਮਝਾਇਆ ਗਰੀਬ ਨਵਾਜ ਨੇ, ਚਰਨਾਂ ਤੇ ਢਹਿ ਪਿਆ, ਪਾਤਸ਼ਾਹ ਬੜੇ ਪਾਪ ਕੀਤੇ, ਬੜੀਆਂ ਬੁਰਾਈਆਂ ਕੀਤੀਆਂ, ਮੇਰਾ ਭਲਾ ਕਿਵੇਂ ਹੋਊਗਾ? ਅਸੀਂ ਬੜੇ ਜ਼ਿੰਦਗੀ 'ਚ ਪਾਪ ਕੀਤੇ, ਠੱਗੀਆਂ ਚੋਰੀਆਂ ਧੋਖਾ ਕੀਤਾ, ਬੜਾ ਕੁਝ ਕੀਤਾ ਭਾਈ। ਕਿਉਂਕਿ ਸਾਡੇ ਅੰਦਰ ਦਾ ਆਪਾਂ ਨੂੰ ਹੀ ਪਤਾ ਹੈ, ਆਪਣੇ ਦਾ ਆਪਾਂ ਨੂੰ ਹੀ ਪਤਾ ਹੈ ਨਾ ਗੁਰਮੁਖੋ। ਅਜੇ ਵੀ ਸੰਭਾਲ ਲਈਏ ਸਮੇਂ ਨੂੰ। ਸਤਿਗੁਰੂ ਪਾਤਸ਼ਾਹ ਕਹਿੰਦੇ ਬਹੁਤ ਕੀਮਤੀ ਹੈ, ਸਵਾਸ ਕੀਮਤੀ ਹੈ। ਜਦੋਂ ਆਕਸੀਜਨ ਘਟਦੀ ਸੀ ਨਾ, ਜਿਨ੍ਹਾਂ ਨੂੰ ਕਿਸੇ ਤੇ ਦੁੱਖ ਆਇਆ, ਤਕਲੀਫ ਆਈ, ਉਹਨਾਂ ਨੂੰ ਪੁੱਛ ਕੇ ਵੇਖੋ। ਜਿਨ੍ਹਾਂ ਨੂੰ ਡਾਕਟਰੀ ਆਕਸੀਜਨ ਲਾਉਣੀ ਪਈ, ਗੁਰਮੁਖ ਪਿਆਰਿਓ, ਲੱਖਾਂ ਦਾ ਖਰਚਾ ਵੀ ਹੋਇਆ, ਉਹ ਆਨੰਦ, ਉਹ ਸੁੱਖ ਨਹੀਂ ਜਿਹੜਾ ਪਰਮੇਸ਼ਰ ਦੀ ਦਿੱਤੀ ਆਕਸੀਜਨ ਨਾਲ ਮਿਲਦਾ ਸੀਗਾ। ਅੱਖਾਂ ਦੇ ਭਾਵੇਂ ਲੈਂਜ ਪਵਾ ਲਾ, ਭਾਵੇਂ ਕੁਛ ਕਰ ਲੈ, ਉਹ ਆਨੰਦ ਨਹੀਂ ਜਿਹੜਾ ਪਰਮੇਸ਼ਰ ਦੀ ਦਿੱਤੀ ਜੋਤ ਨਾਲ ਮਾਣਿਆ ਸੀਗਾ। ਸੁਣਦਾ ਰਿਹਾ, ਅੱਜ ਭਾਵੇਂ ਮਸ਼ੀਨਾਂ ਲਵਾ ਲਾ, ਤੈਨੂੰ ਉੱਚਾ ਸੁਣਨ ਲੱਗ ਗਿਆ, ਪਰ ਉਹ ਆਨੰਦ ਨਹੀਂ ਜਿਹੜਾ ਪਰਮੇਸ਼ਰ ਦੀ ਦਿੱਤੀ ਸੁਣਨ ਸ਼ਕਤੀ ਨਾਲ ਲੈਤਾ ਸੀ। ਗੋਡੇ ਖੜ ਗਏ, ਅੱਜ ਭਾਵੇਂ ਪਵਾ ਲੈ, ਡਾਕਟਰਾਂ ਤੋਂ ਪਵਾ ਲੈ, ਉਹ ਆਨੰਦ ਨਹੀਂ ਜਿਹੜਾ ਪਰਮੇਸ਼ਰ ਦੀ ਦਿੱਤੀ ਤਾਕਤ ਨਾਲ ਮਾਣਿਆ ਸੀਗਾ। ਉਹ ਆਨੰਦ ਕਿੱਥੇ ਅੱਜ ਗੁਰਮੁਖੋ? ਉਹ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਬਹੁਤ ਕੁਝ ਦਿੱਤਾ ਹੈ ਭਾਈ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਬਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਬਾਜੈ ਪਵਨ ਆਖੈ ਸਭ ਜਾਏ। ਸ਼ੁਕਰਾਨਾ ਕਿਉਂ ਨਹੀਂ ਕਰਦਾ? ਸ਼ਿਕਵਾ ਕਿਉਂ ਕਰਦਾ? ਗਿਲੇ ਸ਼ਿਕਵੇ ਕਿਉਂ ਕਰਦਾ? ਮੈਨੂੰ ਆਹ ਨਹੀਂ ਦਿੱਤਾ, ਉਹ ਨਹੀਂ ਦਿੱਤਾ। ਗੁਰਮੁਖੋ, ਜਿਹਨੂੰ ਸਰੀਰ ਤੇ ਸਰੀਰ ਦੀ ਤੰਦਰੁਸਤੀ ਦਿੱਤੀ, ਇਦੋਂ ਵੱਡੀ ਤਾਕਤ ਕੋਈ ਨਹੀਂ। ਗੁਰੂ ਅਰਜਨ ਸਾਹਿਬ ਮਹਾਰਾਜ ਦੇ ਬਚਨ ਨੇ। ਪਾਤਸ਼ਾਹ ਕਹਿੰਦੇ ਸ਼ੁਕਰਾਨਾ ਕਰਿਆ ਕਰੋ ਜਿਹੜੇ ਸੁਖਮਣੀ ਸਾਹਿਬ ਦੀ ਬਾਣੀ ਪੜ੍ਹਦੇ। ਮਹਾਰਾਜ ਕਹਿੰਦੇ ਜਿਹ ਪ੍ਰਸਾਦ ਅਸਤਿਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਜੇ ਪ੍ਰਸਾਦ ਸੁਗੰਧਤ ਤਨ ਲਾਭ ਹੈ, ਤਿਸ ਕੋ ਸਿਮਰਤ ਪਰਮਗਤ ਪਾਵ ਹੈ। ਬਚਨ ਵੱਡੇ ਆ, ਅਰਥ ਹੀ ਸੁਣ ਲਿਓ। ਜਿਹੇ ਪ੍ਰਸਾਦ ਦਾ ਅਰਥ ਹੁੰਦਾ ਜਿਹਦੀ ਕਿਰਪਾ ਨਾਲ। ਜਿਹੇ ਪ੍ਰਸਾਦ ਸਤਿਹੀ ਅੰਮ੍ਰਿਤ ਖਾਹੇ, 36 ਪ੍ਰਕਾਰ ਦੇ ਭੋਜਨ ਖਾਣਾ ਜਿਹਦੀ ਕਿਰਪਾ ਨਾਲ। ਤਿਸ ਠਾਕੁਰ ਕੋ ਰਖ ਮਨ ਮਾਹੇ, ਕਹਿੰਦੇ ਉਹਨੂੰ ਸ਼ੁਕਰ ਕਰਿਆ ਕਰ। ਖਾਣਾ ਹੈ ਨਾ, ਕੁਝ ਵੀ ਖਾਣਾ ਹੈ, ਖਾ ਕੇ ਕਹਿ ਦਿਆ ਕਰ ਸ਼ੁਕਰ ਹੈ ਮਾਲਕਾ ਤੇਰਾ ਦਿੱਤਾ ਖਾਣਾ। ਇਹ ਨਾ ਕਿਹਾ ਕਰ ਮੈਂ ਬਣਾਇਆ ਕਮਾਇਆ। ਕਿਉਂ? ਇੱਥੇ ਲੱਖਾਂ ਕਰੋੜਾਂ ਦੇ ਮਾਲਕ ਬੈਠੇ ਆ, ਪਰ ਗੁਰਮੁਖ ਪਿਆਰਿਓ ਜਿਨ੍ਹਾਂ ਨੂੰ ਚੁੰਡੀ ਖੰਡ ਦੀ ਨਹੀਂ ਖਾਣ ਦਾ ਹੁਕਮ, ਮੌਤ ਬਣ ਗਈ ਜਿਨ੍ਹਾਂ ਵਾਸਤੇ ਮਿੱਠਾ ਮੌਤ ਬਣੀ ਪਈ ਹੈ। ਸ਼ੂਗਰ ਹੁੰਦਾ ਹੈ ਨਾ ਬਹੁਤਿਆਂ ਨੂੰ। ਮਹਾਰਾਜ ਕਹਿੰਦੇ 36 ਪ੍ਰਕਾਰ ਦੇ ਭੋਜਨ, ਭਾਵੇਂ 60 ਸਾਲ ਦਾ ਹੋ ਗਿਆ, ਭਾਵੇਂ 70 ਦਾ, ਤੂੰ ਅੱਜ ਵੀ ਤਲੀਆਂ ਖਾਣਾ ਹੈ, ਅੱਜ ਵੀ ਮਿੱਠਾ ਖਾਣਾ ਹੈ। ਨਾ ਤੇਜ਼ਾਬ, ਨਾ BP ਵੱਧਦਾ ਘਟਦਾ। ਮਾਣ ਨਾ ਕਰ, ਸ਼ੁਕਰ ਕਰ ਵਾਹਿਗੁਰੂ ਦਾ, ਉਹਦੀ ਕਿਰਪਾ ਹੈ ਤੇਰੇ ਤੇ। ਇੱਥੇ ਛੋਟੇ ਛੋਟਿਆਂ ਨੂੰ 5-7 ਸਾਲ ਦੇ ਬੱਚਿਆਂ ਨੂੰ ਸ਼ੂਗਰ ਵਧਿਆ ਪਿਆ, 5-7 ਸਾਲ ਦੇ।
ਤੈਨੂੰ ਤੈਨੂੰ ਪਦਾਰਥ ਛਕ ਰਿਹਾ, ਸਭ ਕੁਝ ਖਾਈ ਜਾਂਦਾ, ਰੱਬ ਯਾਦ ਹੀ ਨਹੀਂ ਕੀਤਾ ਕਦੇ, ਕਿਉਂਕਿ ਉਸੇ ਦੀ ਕਿਰਪਾ ਹੈ ਨਾ। ਉਹਦੀ ਕਿਰਪਾ ਨਾ ਹੋਵੇ ਇੱਕ ਬੁਰਕੀ ਮੁੱਖ 'ਚ ਨਹੀਂ ਲੰਘ ਸਕਦੀ, ਉਹਦੀ ਕਿਰਪਾ ਨਾ ਹੋਵੇ। ਵੇਖਦੇ ਨਾ ਆਪਾਂ ਕਹਿੰਦੇ ਲੈ ਫਲਾਣਾ ਸਿਉ ਚਾਹ ਦਾ ਗਲਾਸ ਹੱਥ 'ਚ ਹੀ ਰਹਿ ਗਿਆ, ਬਸ ਬੁਰਕੀ ਇੱਕ ਮੂੰਹ 'ਚ ਪਾ ਲਈ ਤੇ ਇੱਕ ਹੱਥ 'ਚ ਹੀ ਰਹਿ ਗਈ, ਬਸ ਜਦੋਂ ਹੁਕਮ ਆ ਗਿਆ ਫਿਰ ਕਿੱਥੇ। ਜ਼ੋਰ ਨਹੀਂ ਸਾਡਾ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਤੁਸੀਂ ਨਿੱਤ ਪੜ੍ਹਦੇ ਹੋ ਜਪਜੀ ਸਾਹਿਬ, ਮਹਾਰਾਜ ਕਹਿੰਦੇ ਜ਼ੋਰ ਨਾ ਜੀਵਨ ਮਰਨ ਹੈ, ਨਾ ਜਨਮ ਤੇ ਜ਼ੋਰ ਹੈ ਨਾ ਮੌਤ ਤੇ ਜ਼ੋਰ ਹੈ। ਜਦੋਂ ਹੁਕਮ ਆ ਗਿਆ ਨਾ ਗੁਰਮੁਖਾ, ਉਹਨੇ ਵੇਖਣਾ ਨਹੀਂ ਵੀ ਤੇਰੀ ਵੱਡੀ ਕਬੀਲਦਾਰੀ ਹੈ, ਉਹਨੇ ਨਹੀਂ ਵੇਖਣਾ ਪੁੱਤ ਪੋਤੇ ਵਿਆਹਣ ਵਾਲੇ ਨੇ, ਉਹ ਤਾਂ ਜਾਂ ਹੁਕਮ ਹੋਆ ਕਿਰਸਾਨ ਦਾ ਤਾਂ ਲੁਣ ਮਿਣਿਆ ਖੇਤਾਰ, ਉਹਨੇ ਤਾਂ ਲੈ ਹੀ ਜਾਣਾ। ਇਸ ਵਾਸਤੇ ਅਬ ਨਾ ਭਜਸ ਭਜਸ ਕਬ ਭਾਈ ਆਵੈ ਅੰਤ ਨਾ ਭਜਿਆ ਜਾਈ। ਹੁਣ ਕਿਉਂ ਨਹੀਂ ਭਜਦਾ, ਤੇਰੇ ਕੋਲੇ ਸਵਾਸ ਨੇ। ਗੁਰਮੁਖੋ ਜੇ ਜ਼ਿੰਦਗੀ ਜਿਉਣੀ ਆ ਨਾ, ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੱਸਦੇ ਆ, ਇਸ ਢੰਗ ਨਾਲ ਜਿਉਇਆ ਕਰ ਵੀ ਅੱਜ ਦਾ ਦਿਨ ਮੇਰਾ ਬਸ ਆਖਰੀ ਦਿਨ ਹੈ, ਸਾਰੇ ਗਿਲੇ ਸ਼ਿਕਵੇ ਦੂਰ ਕਰ ਦਿਆ ਕਰ, ਸਭ ਕੁਝ ਦੂਰ। ਰਾਤ ਨੂੰ ਸੁੱਤਾ ਜੇ ਸਵੇਰੇ ਉੱਠ ਖੜੇ ਆ ਨਾ, ਰਾਤ ਨੂੰ ਅਰਦਾਸ ਕਰਕੇ ਸੋਇਆ ਕਰ, ਪਾਤਸ਼ਾਹ ਦਿਨ 'ਚ ਬਥੇਰੇ ਬੁਰਾਈਆਂ ਪਾਪ ਮਾੜੇ ਖਿਆਲ ਆ ਜਾਂਦੇ, ਬਖਸ਼ ਲਿਓ। ਜੇ ਸਵੇਰੇ ਫਿਰ ਉੱਠ ਖੜਿਆ ਸ਼ੁਕਰਾਨਾ ਕਰ ਦਿਆ ਕਰ, ਪਰਮੇਸ਼ਰ ਜੀ ਜ਼ਿੰਦਗੀ ਦਾ ਇੱਕ ਦਿਨ ਹੋਰ ਜਿਉਣ ਵਾਸਤੇ ਦੇ ਦਿੱਤਾ। ਇੱਥੇ ਬਥੇਰੇ ਨੇ ਜਿਹੜੇ ਰਾਤ ਨੂੰ ਸੌਂਦੇ ਸਵੇਰੇ ਉੱਠ ਹੀ ਨਾ ਸਕਦੇ, ਬਥੇਰੇ ਹੁੰਦੇ ਨਾ, ਕਹਿੰਦੇ ਰਾਤ ਸੁੱਤਾ ਸੀ ਲੈ ਸਵੇਰੇ ਪਿਆ ਹੀ ਰਹਿ ਗਿਆ। ਉਹਦੀ ਕਿਰਪਾ ਪਰਮੇਸ਼ਰ ਦੀ, ਗੁਰਮੁਖ ਪਿਆਰਿਓ, ਉਸੇ ਦੀ ਰਹਿਮਤ ਹੈ। ਬਾਣੀ ਕਹਿ ਰਹੀ ਹੈ ਰਮਈਆ ਕੇ ਗੁਣ ਚੇਤ ਪ੍ਰਾਨੀ, ਭੋਜਨ ਖਾਣਾ ਹੈ ਉਹਦੀ ਕਿਰਪਾ, ਸੁਗੰਧੀਦਾਰ ਵਸਤੂਆਂ ਲਾਉਣਾ ਹੈ ਉਹਦੀ ਕਿਰਪਾ। ਜੇ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪੈਰ ਸਿਮਰੋ, ਤੇ ਘਰ ਵਿੱਚ ਵਸਦਾ ਉਹਦੀ ਕਿਰਪਾ ਹੈ। ਵਸਦੇ ਤਾਂ ਸਾਰੇ ਐ, ਬਾਣੀ ਕਹਿੰਦੀ ਜੇ ਸੁੱਖਾਂ ਨਾਲ ਵਸਦਾ ਤਾਂ ਵੀ ਉਹਦੀ ਕਿਰਪਾ ਹੈ। ਜੇ ਪਰਿਵਾਰ ਦੇ 5 ਜੀ ਨੇ, ਪਹਿਲਾਂ ਤੇ 10-10 15-15 ਜੀ ਪਰਿਵਾਰ ਦੇ ਇਕੱਠੇ ਰਹਿੰਦੇ ਸੀ ਨਾ, ਬਜ਼ੁਰਗ ਬੈਠੇ ਆ ਸਾਰੇ, ਅੱਜ 2-2 4-4 ਜਣਿਆਂ ਨੂੰ ਰਹਿਣਾ ਔਖਾ ਹੋਇਆ ਪਿਆ। ਜੇ ਮਾਂ ਪਿਓ ਦਾ ਇਕੱਲਾ ਪੁੱਤ ਹੈ ਨਾ, ਮਾਂ ਪਿਓ ਵੱਖ ਕਰ ਦਿੱਤਾ, ਉਹ ਦੋਵੇਂ ਪਤੀ ਪਤਨੀ ਅੱਡ ਹੋ ਗਏ ਆ, ਸੁੱਖ ਹੀ ਨਹੀਂ ਹੈਗਾ। ਮਹਿਲ ਵੱਡੇ ਵੱਡੇ ਪਾ ਲਏ, ਸੁੱਖ ਨਹੀਂ ਹੈਗਾ ਘਰ 'ਚ। ਸੌਂਦਾ ਬਾਪੂ ਬਸ ਦੱਸ ਨਹੀਂ ਸਭ। ਬੜੇ ਲੋਕ ਐਸੇ ਆ ਜਿਨ੍ਹਾਂ ਨੂੰ ਚਿੰਤਾ ਨੇ ਖਾਧਾ ਪਿਆ, ਚਿੰਤਾ ਨੇ। ਬਹੁਤੀ ਦੁਨੀਆ ਅੱਜ ਚਿੰਤਾ ਦਾ ਸ਼ਿਕਾਰ ਹੋਈ ਪਈ ਹੈ। ਇਹ ਰੋਗ ਇਹੋ ਜਿਹਾ ਬੰਦਾ ਕਿਸੇ ਨੂੰ ਦੱਸ ਨਹੀਂ ਸਕਦਾ ਹੈਗਾ, ਦੱਸ ਸਕਦਾ ਪਰ ਦੱਸਦੇ ਨਹੀਂ, ਅੰਦਰ ਹੀ ਰੱਖਦਾ। ਅਗਲਾ ਕਹਿੰਦਾ ਛੱਡ ਪਰੇ, ਕਿਸੇ ਨੂੰ ਕੀ ਪਤਾ ਭਾਈ ਲੱਗੀਆਂ ਦਾ, ਇਹ ਤਾਂ ਜਿਸ ਲਾਗੀ ਪੀਰ ਬ੍ਰਹਮ ਕੀ ਸੋਚ, ਇਹ ਤਾਂ ਜਿਹਦੇ ਤਨ ਤੇ ਲੱਗੀ ਉਹੀ ਜਾਣਦਾ, ਬੰਦਾ ਅੰਦਰ ਹੀ ਰੱਖ ਲੈਂਦਾ। ਬੜੇ ਲੋਕ ਸਿਆਣੇ ਬੜੇ ਐਸੇ ਆ, ਬੜੀਆਂ ਮਾਤਾਵਾਂ ਐਸੀਆਂ ਹੁੰਦੀਆਂ ਜਿਹੜੀਆਂ ਨਾ ਵੱਡੇ ਵੱਡੇ ਦੁੱਖ ਆਪਣੇ ਨਾਲ ਹੀ ਲੈ ਕੇ ਚੱਲ ਜਾਂਦੀਆਂ। ਬੜੇ ਬਜ਼ੁਰਗ ਐਸੇ ਵੱਡੇ ਵੱਡੇ ਦੁੱਖ ਚਿੰਤਾਵਾਂ ਨਾਲ ਲੈ ਕੇ ਚੱਲ ਜਾਂਦੇ। ਖਾ ਲਿਆ ਦੁਨੀਆ ਨੂੰ ਚਿੰਤਾ ਨੇ, ਕਿਸੇ ਨੂੰ ਕਰਜ਼ੇ ਦੀ ਚਿੰਤਾ, ਕਿਸੇ ਨੂੰ ਧੀ ਪੁੱਤ ਦੀ ਚਿੰਤਾ, ਕਿਸੇ ਨੂੰ ਸਰੀਰ ਦੀ ਚਿੰਤਾ, ਬਿਮਾਰੀਆਂ ਦੀ ਚਿੰਤਾ। ਚਿੰਤਤ ਹੀ ਦੀਸੈ ਸਭ ਕੋਏ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ। ਗੁਰਮੁਖੋ ਇਹ ਚਿੰਤਾ ਦੂਰ ਹੋ ਸਕਦੀ ਹੈ, ਕਾਹਦੇ ਨਾਲ ਕਰੀਏ ਚਿੰਤਾ ਦੂਰ? ਮੇਰੇ ਪਾਤਸ਼ਾਹ ਕਹਿੰਦੇ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਤੁਰ ਕੀ ਬਾਣੀ ਆਈ ਸਗਲੀ ਚਿੰਤ ਮਿਟਾਈ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਸਾਰੀ ਚਿੰਤਾ ਖਤਮ ਹੋ ਜਾਣੀ ਜੇ ਧੁਰ ਦਰਗਾਹੀ ਬਾਣੀ ਦਾ ਪੱਲਾ ਫੜ ਲਈਏ ਅਸੀਂ, ਸੇਵਾ ਸਿਮਰਨ ਨਿਤਨੇਮ ਘਰਾਂ 'ਚ ਕਰਨ ਲੱਗ ਜਾਈਏ। ਕੋਈ ਵੀ ਪੜ੍ਹ ਸਕਦਾ ਬਾਣੀ, ਭਾਈ ਸਹਿਜ ਧਾਰੀ ਸਿੱਖ ਕੋਈ ਵੀ। ਜਦੋਂ ਬਾਣੀ ਪੜ੍ਹਨ ਲੱਗੇ, ਬਾਣੀ ਦਾ ਰਸ ਆਉਣ ਲੱਗ ਗਿਆ, ਜੀਵਨ ਆਪੇ ਬਦਲਣਾ ਸ਼ੁਰੂ ਹੋ ਜਾਣਾ ਹੈ। ਜੀਵਨ ਆਪੇ, ਜੇ ਕਹੀਏ ਵੀ ਅੱਜੇ ਜੀਵਨ ਬਦਲ ਜੇ, ਮੈਂ ਅੱਜ ਗੁਰਦੁਆਰੇ ਆ ਗਿਆ, ਅੱਜੇ ਨਹੀਂ ਭਾਈ। ਕੋਈ ਵੀ ਚੀਜ਼ ਹੈ, ਜੇ ਬੰਦਾ ਜ਼ਿੰਦਗੀ 'ਚ ਤਰੱਕੀ ਕਰਦਾ ਨਾ, ਮਿਹਨਤ ਕਰਕੇ ਕਰਦਾ। ਵੱਡੇ ਅਫਸਰ ਬਣ ਗਏ, ਡਾਕਟਰ ਬਣ ਗਏ, 8-8 10-10 ਵਜੇ ਉੱਠਣ ਵਾਲੇ ਥੋੜੂ ਬਣੇ ਸੀਗੇ। ਜਿਨ੍ਹਾਂ ਨੇ ਜ਼ਿੰਦਗੀ ਦੇ ਰੋਜ਼ਾਨਾ ਦੇ 24-24 ਘੰਟਿਆਂ 'ਚੋਂ 2-2 4-4 ਘੰਟੇ ਮਸਾਂ ਸੌਣਾ ਸੀ, ਉਹ ਅੱਜ ਵੱਡੇ ਉੱਚੇ ਰੁਤਬਿਆਂ 'ਤੇ ਨੇ। ਤੇ ਅਸੀਂ ਮਾਫ ਕਰ ਦਿਓ, 10 ਮਿੰਟ ਜਪਜੀ ਸਾਹਿਬ ਦਾ ਪਾਠ ਕਰਕੇ ਕਹਿੰਦੇ ਸਾਰਾ ਕੁਝ ਸਾਨੂੰ ਮਿਲ ਜੇ। ਇਹਦੇ ਵਾਸਤੇ ਵੀ ਮਿਹਨਤ ਦੀ ਲੋੜ ਹੈ ਭਾਈ। ਬਾਣੀ ਦਾ ਅਭਿਆਸ ਕਰਨਾ,
ਮਨ ਬੁਰਾਈਆਂ 'ਚ ਜਾਂਦਾ ਹੈ, ਬਾਣੀ ਦੇ ਸ਼ਬਦ ਨਾਲ ਮਨ ਨੂੰ ਮੋੜ ਲੈਣਾ। ਜਦੋਂ ਮਿਹਨਤ ਕਰ ਕਰਕੇ ਬਾਣੀ ਹਿਰਦੇ 'ਚ ਵਸ ਗਈ, ਫਿਰ ਜੀਵਨ ਬਣ ਜਾਣਾ ਬਾਣੀ ਨੇ। ਫਿਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਫਲਾਣਾ ਸਿਆ ਬਦਲ ਜਾ, ਸਾਡਾ ਜੀਵਨ ਵੇਖ ਕੇ ਦੁਨੀਆ ਬਦਲੂਗੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਹੀਂ ਕਿਹਾ ਸੀ ਕਿਸੇ ਨੂੰ ਬਦਲ, ਪਾਤਸ਼ਾਹ ਆਪਣੀ ਵਿਚਾਰ ਲੋਕਾਂ ਵਿੱਚ ਰੱਖ ਦਿੰਦੇ, ਦੁਨੀਆ ਕਹਿ ਦਿੰਦੀ ਪਾਤਸ਼ਾਹ ਮੈਨੂੰ ਆਪਣਾ ਸਿੱਖ ਬਣਾ ਲੈ, ਮੈਨੂੰ ਸੇਵਕ ਬਣਾ ਲੈ, ਬਣਾ। ਅੱਜ ਸਾਡੇ ਵਰਗੇ ਮਾਫ ਕਰਦੇ ਜ਼ੋਰ ਲਾ ਕੇ ਕਹਿੰਦੇ ਅੰਮ੍ਰਿਤ ਧਾਰੀ ਹੋ ਜਾ, ਮੱਲੋ ਮੱਲੀ ਕਰੀ ਜਾਂਦੇ। ਕਾਰਨ ਕੀ ਹੈ? ਬਣਾਉਣ ਵਾਲਿਆਂ ਦਾ ਵੀ ਜੀਵਨ ਨਹੀਂ, ਬਣਨ ਵਾਲਿਆਂ ਦਾ ਤਾਂ ਹੋਣਾ ਹੀ ਕੀ ਹੈ, ਬਣਾਉਣ ਵਾਲਿਆਂ ਦਾ ਵੀ ਹੈ ਨਹੀਂ। ਜੇ ਸਾਡਾ ਜੀਵਨ ਨਹੀਂ ਤੇ ਕਿਸੇ ਦਾ ਕੀ ਬਣ ਸਕਦਾ ਹੈ? ਜੀਵਨ ਬਾਣੀ ਨਾਲ ਬਣਨਾ ਹੈ ਭਾਈ। ਪੜ੍ਹਿਆ ਕਰੋ, ਸਮਝਿਆ ਕਰੋ, ਹੌਲੀ ਹੌਲੀ ਕਰਕੇ ਨਾ ਗੁਣਾਂ ਦੀ ਸਾਂਝ ਕਰਦੇ ਜਾਵਾਂਗੇ ਤਾਂ ਔਗਣ ਆਪੇ ਨਿਕਲਦੇ ਜਾਣਗੇ। ਸਤਿਗੁਰੂ ਸੱਜਣ ਠੱਗ ਨੂੰ ਕਹਿੰਦੇ ਭਾਈ ਸੱਜਣਾ ਬੁਰਾਈਆਂ ਛੱਡ ਦੇ, ਬਸ ਚੰਗਿਆਈਆਂ ਧਾਰਨ ਕਰ ਲੈ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟ ਕੇ ਇੱਧਰ ਲਾਉਣਾ, ਬਸ ਮਨ ਹੀ ਹੈ, ਖਿਆਲ ਹੈ, ਵਿਚਾਰ ਨੇ, ਇੱਧਰੋਂ ਹਟਾ ਲੈ, ਦੂਜੇ ਪਾਸੇ ਲਾ ਲੈ। ਮਾੜਿਆਂ ਦੀ ਸੰਗਤ ਹੈ, ਅੱਜ ਚੰਗਿਆਂ ਦੀ ਕਰਨ ਲੱਗ ਜਾ, ਬਸ ਜਿੱਥੇ ਲੋਕ ਅਪ ਜਸ ਕਰਦੇ ਉੱਥੇ ਜਸ ਕਰਨ ਲੱਗ ਜਾਣਗੇ। ਗੁਰਮੁਖੋ, ਜਿੰਨਾ ਕੁ ਪਾਤਸ਼ਾਹ ਦੀ ਬਾਣੀ ਨੂੰ ਪੜ੍ਹਦੇ ਸੁਣਦੇ ਤੇ ਵਿਚਾਰਦੇ, ਮੈਂ ਇੱਕੋ ਹੀ ਗੱਲ ਸਾਹਿਬ ਜੀ ਦੇ ਬਚਨਾਂ ਤੋਂ ਸਿੱਖੀ ਹੈ ਤੇ ਸਮਝਦਾ ਹੈ। ਅਵਲ ਅੱਲ੍ਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਪਹਿਲਾਂ ਦਾ ਜੀਵਨ ਹੈ ਨਾ, ਬੜਾ ਕੁਛ ਬੋਲਣਾ ਕਥਾ ਵਿਚਾਰ 'ਚ, ਜਿਉਂ-ਜਿਉਂ ਬਾਣੀ ਦਾ ਅਭਿਆਸ ਸਤਿਗੁਰੂ ਬਖਸ਼ਦੇ ਪਤਾ ਲੱਗਦਾ। ਮਨਾ ਜੇ ਤੂੰ ਕਵੇਂ ਫਲਾਣਾ ਸਿਓ ਬੁਰਾ ਹੈ, ਫਲਾਣਾ ਸਿਓ ਮਾੜਾ ਹੈ, ਕਰਮ ਖਿੱਚ ਕੇ ਲੈ ਜਾਂਦੇ ਆ ਬੁਰੇ ਪਾਸੇ ਨੂੰ। ਮਾੜੇ ਕਰਮ ਹੋਣ ਬੁਰੇ ਪਾਸੇ ਖਿੱਚ ਕੇ ਲੈ ਜਾਂਦੇ ਆ, ਚੰਗੇ ਕਰਮ ਹੋਣ ਤੇ ਚੰਗੇ ਪਾਸੇ ਖਿੱਚ ਕੇ ਲੈ ਜਾਂਦੇ ਆ। ਜਿਹੜੇ ਨਹੀਂ ਆ ਸਕਦੇ ਚੰਗਿਆਂ ਦੀ ਸੰਗਤ ਵਿੱਚ, ਬੇਨਤੀ ਤੇ ਕਰ ਸਕਦੇ ਆ, ਪਾਤਸ਼ਾਹ ਕਿਰਪਾ ਕਰ ਦਿਓ, ਮੈਨੂੰ ਮੇਰੇ ਔਗੁਣਾਂ ਦਾ ਪਤਾ ਹੈ, ਮੇਰੇ ਤੇ ਦਇਆ ਕਰ ਦਿਓ ਮਹਾਰਾਜ, ਮੈਨੂੰ ਚੰਗਿਆਂ ਦੀ ਸੰਗਤ ਦਿਓ, ਮੈਂ ਆਪਣਾ ਆਪ ਬਦਲਣਾ ਚਾਹੁੰਦਾ। ਜਿੱਦਣ ਅਸੀਂ ਕਹਿਣ ਲੱਗੇ ਮੈਂ ਬਦਲਣਾ ਚਾਹੁੰਦਾ, ਪਰਮੇਸ਼ਰ ਨੇ ਬਹਾਨਾ ਬਣਾ ਦੇਣਾ, ਕੋਈ ਵਿਧੀ ਬਣ ਜਾਣੀ ਹੈ। ਗੱਲ ਸਿਰਫ ਇਹੀ ਹੈ ਗੁਰਮੁਖ ਪਿਆਰਿਓ, ਜੀਵਨ ਤੇ ਗੱਲ ਖੜੀ ਹੈ। ਅਮੀਰੀ ਗਰੀਬੀ ਦੀ ਤਾਂ ਇੱਥੇ ਗੱਲ ਹੀ ਕੋਈ ਨਹੀਂ, ਅਮੀਰੀ ਗਰੀਬੀ ਦੀ ਨਹੀਂ। ਇੱਥੇ ਭਗਤ ਰਵਿਦਾਸ ਜੀ ਵੱਲ ਵੇਖ ਲਓ, ਦੁਨੀਆ ਉਹਨਾਂ ਨੂੰ ਵੀ ਸਿਜਦਾ ਕਰਦੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਭਗਤ ਸਦਨੇ ਵਰਗੇ ਜਿਹੜੇ ਕਸਾਈ ਸੀਗੇ, ਜਿਹੜੇ ਮਾਸ ਵੱਢਣਾ ਕਰਨਾ, ਜੀਵਾਂ ਦੀ ਹੱਤਿਆ ਕਰਨ ਵਾਲੇ ਭਗਤ ਸਦਨੇ ਵਰਗੇ, ਪਰਮੇਸ਼ਰ ਦੀ ਦਇਆ ਹੋ ਗਈ, ਕਰਮ ਬਦਲ ਗਏ, ਜੀਵਨ ਬਦਲ ਗਿਆ, ਭਗਤੀ ਹਿਰਦੇ 'ਚ ਪੈਦਾ ਹੋ ਗਈ, ਸਤਿਗੁਰੂ ਦੀ ਬਾਣੀ 'ਚ ਬਚਨ ਦਰਜ ਹੋ ਗਏ। ਇਹ ਨਾ ਕਿਹਾ ਕਰੋ ਬਾਰਿਸ਼ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਇਹ ਨਾ ਕਿਹਾ ਕਰੋ। ਇੱਥੇ ਬੁੱਢੇ ਬਾਰੇ ਵੀ 70-72 ਸਾਲ ਦੀ ਉਮਰ ਵਿੱਚ ਬਾਬਾ ਗੁਰੂ ਅਮਰਦਾਸ ਮਹਾਰਾਜ ਜੀ ਗੁਰਿਆਈ ਲੈ ਗਏ ਸੀ, 72 ਸਾਲ ਦੀ ਉਮਰ 'ਚ ਸੇਵਾ ਕਰਕੇ। ਇੱਥੇ ਅਸੀਂ ਕਹਿੰਦੇ ਬਸ ਹੁਣ ਤੇ ਨਾਲ ਹੀ ਜਾਊ ਜੀ, ਹੁਣ ਤੇ ਨਾਲ ਹੀ ਜਾਊ। ਸੱਚੇ ਪਾਤਸ਼ਾਹ ਕਹਿੰਦੇ ਨਾ ਭਾਈ, ਜੇ ਬੁਢੇਪੇ ਵਿੱਚ ਵੀ ਸੋਝੀ ਆ ਜੇ ਤਾਂ ਵੀ ਜੀਵਨ ਬਦਲਿਆ ਜਾ ਸਕਦਾ ਹੈ, ਬਚਪਨ 'ਚ ਆ ਜੇ ਤਾਂ ਵੀ। ਇਹਦੀ ਉਮਰ ਨਹੀਂ ਕੋਈ ਜ਼ਿੰਦਗੀ ਦੀ, ਇਹ ਤਾਂ ਜਦੋਂ ਗਿਆਨ ਆ ਗਿਆ, ਸਮਝ ਆ ਗਈ। ਇੱਥੇ ਛੋਟੇ ਵੀ ਬਾਬੇ ਬਣ ਗਏ, ਇੱਥੇ ਵੱਡੇ ਵੀ ਛੋਟਿਆਂ ਵਾਲੀਆਂ ਆਦਤਾਂ ਲਈ ਬੈਠੇ ਆ। ਜੀਵਨ ਬਣਾਓ ਗੁਰਮੁਖ ਪਿਆਰਿਓ, ਸਤਿਗੁਰੂ ਦੀ ਬਾਣੀ ਨੇ ਸਾਨੂੰ ਜੀਵਨ ਦਾਨ ਦੇਣਾ। ਗੁਰਮਿਲ ਚੱਜ ਆਚਾਰ ਸਿੱਖ, ਸਤਿਕਾਰਯੋਗ ਸ਼ਖਸੀਅਤ ਸ੍ਰੀ ਪ੍ਰਿਥੀ ਚੰਦ ਜੀ, ਜਿਨ੍ਹਾਂ ਨੇ ਭਾਵੇਂ ਸਰਕਾਰੀ ਜੋਬ ਸੇਵਾ ਨਿਭਾਈ, ਨਾਲ ਨਾਲ ਕਵੀਸ਼ਰੀ, ਪਰਮੇਸ਼ਰ ਦੇ ਮਾਲਕ ਦੇ ਗੁਣ ਗਾਉਣੇ, ਆਪਣਾ ਸਮਾਂ ਇਸ ਢੰਗ ਨਾਲ ਵੀ ਬਤੀਤ ਕੀਤਾ। ਗੁਣ ਗਾਈਏ ਵਾਹਿਗੁਰੂ ਦੇ ਗੁਰਮੁਖ ਪਿਆਰਿਓ। ਸ੍ਰੀ ਮਾਨ ਜੀ ਬੈਠੇ ਆ ਧਨੌਲੇ ਵਾਲੇ, ਜਿਨ੍ਹਾਂ ਨੂੰ ਬਚਪਨ ਵਿੱਚ ਵੇਖਦੇ ਸੁਣਦੇ ਰਹੇ ਹਾਂ ਅਸੀਂ। ਮੈਂ ਤੇ ਕਹਿੰਦਾ ਕਿਸੇ ਢੰਗ ਨਾਲ ਗਾਓ ਵਾਹਿਗੁਰੂ ਦੇ ਗੁਣ ਗਾਓ, ਬਸ ਸਾਡੀ ਨੀਅਤ ਸਾਫ਼ ਹੋਵੇ, ਸਾਫ਼ ਨੀਅਤ ਨਾਲ ਕਰਮ ਕਰੀਏ, ਜਿੱਦਾਂ ਮਰਜ਼ੀ ਕਰੀਏ, ਬਸ ਸਾਡੀ ਸੋਚ ਇੱਕੋ ਹੀ ਹੋਵੇ। ਤੇਰੇ ਪਾਣੇ ਜੀ ਸਰਬੱਤ ਦਾ ਭਲਾ, 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 ਤੇਰੇ ਪਾਣੇ ਜੀ ਸਰਬੱਤ ਦਾ ਭਲਾ। ਤੇਰੇ ਨਾਮ ਦੀ ਹੋਵੇ ਚੜ੍ਹਦੀ ਕਲਾ, ਤੇਰੇ ਨਾਮ ਦੀ
ਹੋਵੇ ਚੜ੍ਹਦੀ ਕਲਾ ਤੇਰੇ ਨਾਮ ਦੀ ਹੋਵੇ ਚੜ੍ਹਦੀ ਕਲਾ ਤੇਰੇ ਨਾਮ ਦੀ ਹੋਵੇ ਚੜ੍ਹਦੀ ਕਲਾ ਤੇਰੇ ਨਾਮ ਦੀ ਹੋਵੇ ਚੜ੍ਹਦੀ ਕਲਾ ਤੇਰੇ ਨਾਮ ਦੀ ਹੋਵੇ ਚੜ੍ਹਦੀ ਕਲਾ ਬਾਦਸ਼ਾਹ ਪੜ੍ਹਦੇ ਤੇ ਨੇਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੰਦਰ ਝਾਤ ਮਾਰ ਲਿਆ ਕਰੋ ਮਨਾ, ਸੱਚਮੁੱਚ ਕਹਿਣਾ ਵੀ ਸਰਬੱਤ ਦਾ ਭਲਾ। ਖੋਟ ਤੇ ਨਹੀਂ ਕਿਸੇ ਦੇ ਪ੍ਰਤੀ, ਅੰਦਰ ਈਰਖਾ ਤੇ ਨਹੀਂ, ਹਿਰਦੇ 'ਚ ਸ਼ੁੱਧਤਾ। ਭਗਤ ਸਾਹਿਬ ਕਹਿੰਦੇ ਬੁਰੇ ਦਾ ਭਲਾ ਕਰ, ਇਹ ਸੋਚ ਬਣਾ ਲੈ। ਮਾੜਾ ਵੀ ਤੇਰਾ ਕਰੇ ਉਹਦਾ ਵੀ ਸੋਚ, ਉਹਦੇ ਬਾਰੇ ਵੀ ਚੰਗੇ ਖਿਆਲ ਲਿਆਈ, ਫਿਰ ਜੀਵਨ ਬਣੇਗਾ। ਚੰਗਿਆਈਆਂ ਅੰਦਰ ਹਿਰਦੇ 'ਚ ਪ੍ਰਗਟ ਕਰ। ਸਾਹਿਬ ਕਹਿੰਦੇ ਗੁਣਾਂ ਦੀ ਸਾਂਝ ਕਰ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਪਿਆਰ ਨਾਲ ਬੋਲ ਲਈਏ, ਮਿੱਠਤ ਦੇ ਗੁਣ ਅੰਦਰ ਆ ਗਏ, ਦੁਨੀਆ ਜਿੱਤੀ ਜਾ ਸਕਦੀ ਹੈ। ਗੁਰਮੁਖ ਪਿਆਰਿਓ, ਈਰਖਾ ਹੋਵੇ, ਮਹਾਰਾਜ ਕਹਿੰਦੇ ਈਰਖਾ ਵਾਲੇ ਦਾ ਤੇ ਖੁਦ ਦਾ ਭਲਾ ਨਹੀਂ ਹੁੰਦਾ। ਜਿਸ ਕੈ ਅੰਤਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਸਿਆਣੇ ਕਹਿੰਦੇ ਪਹਿਲਾਂ ਤੋਲੋ ਫਿਰ ਬੋਲੋ। ਟੀਚਰਾਂ ਤੋਂ ਮਾਸਟਰਾਂ ਤੋਂ ਸਿੱਖਦੇ ਸੁਣਦੇ ਸਮਝਦੇ ਰਹੇ ਹਾਂ। ਅੱਜ ਪਤਾ ਲੱਗਦਾ ਜਦੋਂ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੜ੍ਹਦੇ ਹਾਂ। ਸੱਚਮੁੱਚ ਗੁਰਮੁਖ ਪਿਆਰਿਓ, ਤਲਵਾਰ ਦੇ ਫੱਟ ਸੀਤੇ ਜਾਂਦੇ ਆ, ਜ਼ਖਮ ਠੀਕ ਹੋ ਜਾਂਦੇ। ਸਾਡੀ ਜਵਾਨ ਦੇ ਦਿੱਤੇ ਜ਼ਖਮ ਸਾਰੀ ਉਮਰ ਠੀਕ ਨਹੀਂ ਹੁੰਦੇ। ਕਿਸੇ ਨੂੰ ਕੋਈ ਰੁੱਖਾ ਬਚਨ ਬੋਲ ਦਈਏ, ਬੰਦਾ ਸਾਰੀ ਉਮਰ ਚੇਤੇ ਰੱਖਦਾ, ਭਾਵੇਂ ਬੋਲਣ ਲੱਗ ਜਾਏ। ਬਜ਼ੁਰਗਾਂ ਦਾ ਸਤਿਕਾਰ, ਮਾਂ ਪਿਓ ਦੀ ਸੇਵਾ ਕਰਨੀ ਸਾਡਾ ਫਰਜ਼ ਬਣਦਾ। ਉੱਚਾ ਬੋਲਣਾ, ਰੁੱਖੇ ਬਚਨ ਨਾ ਬੋਲਿਆ ਕਰੋ। ਮਾਫ਼ ਕਰ ਦਿਓ, ਕਈ ਵਾਰੀ ਐਸਾ ਹੀ ਹੁੰਦਾ ਹੈ। ਇਹ ਤਾਂ ਐਸੀ ਕੀਮਤੀ ਅਮੋਲਕ ਅਮਾਨਤ ਹੈ, ਜਦੋਂ ਹੱਥੋਂ ਚੱਲ ਜਾਂਦੀ ਹੈ ਫਿਰ ਪਤਾ ਲੱਗਦਾ ਹੈ। ਜਦੋਂ ਕੋਈ ਸਮਾਂ ਆ ਜਾਏ, ਅੱਜ ਮਾਂ ਹੁੰਦੀ ਤੇ ਕਿੱਦਾਂ ਹੋਣਾ, ਅੱਜ ਬਾਪੂ ਹੁੰਦਾ ਤੇ ਕਿੱਦਾਂ ਹੋਣਾ ਸੀਗਾ। ਗਿਆਨ ਤੋਂ ਬਾਅਦ ਬਜ਼ੁਰਗਾਂ ਦੀ ਕੀਮਤ ਦਾ ਪਤਾ ਲੱਗਦਾ ਹੈ। ਸੇਵਾ ਕਰਿਆ ਕਰੋ ਭਾਈ, ਬਜ਼ੁਰਗਾਂ ਦੀ, ਮਾਂ ਪਿਓ ਦੀ ਸੇਵਾ ਸਾਡਾ ਫਰਜ਼ ਬਣਦਾ ਹੈ। ਵੱਡਿਆਂ ਦਾ ਸਤਿਕਾਰ, ਛੋਟਿਆਂ ਨਾਲ ਪਿਆਰ, ਜੀਵਨ ਸੋਹਣਾ, ਬਸ ਹਿਰਦੇ 'ਚ ਦਇਆ ਭਾਵਨਾ, ਨਾ ਬੁਰਾ ਵੇਖਣਾ, ਨਾ ਬੁਰਾ ਬੋਲਣਾ, ਨਾ ਬੁਰਾ ਸੁਣਨਾ। ਬਚੀਏ ਨਿੰਦਿਆ ਚੁਗਲੀ ਈਰਖਾ ਤੋਂ, ਅੰਦਰ ਵਿਕਾਰ ਪੈਦਾ ਹੁੰਦੇ ਆ। ਚੰਗਾ ਸੁਣੀਏ, ਚੰਗਾ ਬੋਲੀਏ ਤੇ ਚੰਗਾ ਸਮਝੀਏ। ਜਿਹੜੇ ਬੈਠੇ ਆ ਇਹਨੂੰ ਪਾਤਸ਼ਾਹ ਕਹਿੰਦੇ ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਇੱਥੋਂ ਕੁਝ ਵੀ ਸਹਾਈ ਨਹੀਂ, ਸਰੀਰ ਵੀ ਇੱਥੇ ਹੀ ਰਹਿ ਜਾਣਾ ਹੈ। ਜਿੰਦ ਨੇ ਚੱਲ ਜਾਣਾ, ਨਾਲ ਸਾਡੇ ਕੀਤੇ ਕਰਮਾਂ ਨੇ ਚੱਲ ਜਾਣਾ। ਸੰਭਾਲ ਇਸ ਸਮੇਂ ਨੂੰ। ਜਿਨ੍ਹਾਂ ਨਾਲ ਨਫ਼ਰਤ ਪਾਈ ਬੈਠਾ ਹੈ, ਜਿਨ੍ਹਾਂ ਨਾਲ ਈਰਖਾ ਦੇ ਬੀਜ ਬੀਜੀ ਬੈਠਾ ਹੈ, ਮਟਾ ਦੇ, ਥੋੜਾ ਜਿਹਾ ਝੁਕ ਕੇ ਚੱਲ ਜਾ। ਸੱਚੇ ਪਾਤਸ਼ਾਹ ਕਹਿੰਦੇ ਗੁਣੀ ਗੁਣ ਨੇ ਭਾਈ ਇਹਦੇ ਵਿੱਚ। ਜਿਹੜੇ ਤੈਨੂੰ ਮੁੱਕੀਆਂ ਮਾਰਦੇ, ਘਸੁੰਨ ਨਾ ਮਾਰਿਆ ਕਰ। ਕੋਈ ਤੈਨੂੰ ਰੁੱਖਾ ਬੋਲਦੇ, ਚੁੱਪ ਕਰ ਜਾਇਆ ਕਰ। ਸੁਣੀਏ ਬਾਣੀ ਤੋਂ ਸੇਧ ਲਈਏ ਭਾਈ। ਸਮਾਂ ਮਿਲਿਆ, ਰਿਸ਼ਤੇਦਾਰ ਸਕੇ ਸੰਬੰਧੀ ਕੋਈ ਕਿਸੇ ਢੰਗ ਨਾਲ ਜੁੜਿਆ, ਕੋਈ ਕਿਸੇ ਨਾਲ, ਪਰ ਜਦੋਂ ਇੱਕ ਵਾਰੀ ਚੱਲ ਜਾਏ, ਸ੍ਰੀ ਪਿਰਥੀ ਚੰਦ ਜੀ ਚੱਲ ਗਏ ਆ, ਮੁੜ ਕੇ ਆਉਣਾ ਨਹੀਂ, ਯਾਦਾਂ ਰਹਿ ਗਈਆਂ। ਇਸ ਵਾਸਤੇ ਸਾਡਾ ਵੀ ਸਮਾਂ ਲੰਘਦਾ ਜਾਂਦਾ। ਜੇ ਇੱਕ ਵਾਰੀ ਲੰਘ ਗਿਆ ਨਾ ਗੁਰਮੁਖ ਪਿਆਰਿਓ, ਪਛਤਾਵਾ ਪੱਲੇ ਰਹਿ ਜਾਂਦਾ। ਬਾਅਦ ਵਿੱਚ ਮੈਂ ਆਹ ਨਹੀਂ ਕੀਤਾ, ਆਹ ਨਹੀਂ ਕੀਤਾ। ਹੁਣੇ ਨਵੇੜ ਲਈਏ ਸਾਰਾ ਕੁਝ, ਮੁੜ ਕੇ ਹੱਥ ਆਉਣਾ ਨਹੀਂ। ਇੱਕ ਵਾਰੀ ਲੰਘਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ। ਇੱਕ ਵਾਰੀ ਲੰਘਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ। ਇੱਕ ਵਾਰੀ ਲੰਘਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ। ਇੱਕ ਵਾਰੀ ਲੰਘਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ। ਇੱਕ ਵਾਰੀ ਲੰਘਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ। ਇੱਕ ਵਾਰੀ ਲੰਘਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ। ਇੱਕ ਵਾਰੀ ਲੰਘਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ। ਇੱਕ ਵਾਰੀ ਲੰਘਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ। ਇੱਕ ਵਾਰੀ ਲੰਘਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ। ਇੱਕ ਵਾਰੀ ਲੰਘਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ। ਇੱਕ ਵਾਰੀ ਲੰਘਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ। ਇੱਕ ਵਾਰੀ ਲੰਘਿਆ ਵੇਲਾ। ਆਓ ਗੁਰਮੁਖੋ, ਇੱਕ ਵਾਰੀ ਸਮਾਂ ਲੰਘ ਗਿਆ ਤੇ ਉਹ ਫਿਰ ਹੱਥ ਨਹੀਂ ਆਉਂਦਾ। ਸੰਭਾਲੋ ਇਸ ਸਮੇਂ ਨੂੰ ਭਾਈ।
जितने भी बड़े छोटे सत्कारयोग शख्सियतां श्री प्रिथी चंद जी की अंतिम अरदास विच आप जी पहुँचे हो। सब संगतां दा धन्नवाद है जिहड़े परिवार नाल दुख साझा करन वास्ते पहुँचे हो। गुरमुख प्यारिओ, इंसान अपने कर्म अपने नाल लेके जांदा है। चंगियाइयां वाला उहदा जीवन हमेशा रह जांदा है। जिहदे अंदर बुराइयां होण औगण होण वो तो जिउंदे जी भी दुनिया के नक्कों बुल्लों लै जांदा है। इस वास्ते भाई सोहना जीवन बनाओ, औगुणा तो तौबा कर दीए तो गुणा नूं हिरदे च प्रगट करिए। जिन्ने भी बैठे हो सब संगतां दा धन्नवाद है। बोलदे आ विचार करदे आ, दास तो कोई उच्चा नीवा शब्द बोलिया जाता है। सतगुरु पातशाह बख्शणहार है, गुरु की संगत बख्शणहार है। बख्श लैना प्यारिओ। आओ हुण आनंद साहिब दे पाठ, फिर गुरु चरनां च अरदास बेनतियां। सतगुरु पातशाह भला करन साडा सारियां दा, हिरदे च गुण प्रगट कर देण, बुराइयां खत्म हो जाण, गुरु के शब्द का होड़ा मिल जाए। गुरमुख प्यारिओ, श्री प्रिथी चंद जी उन्हां दी अंतिम अरदास विच होर बेअंत जिहड़े कविसरी जथे सत्कारयोग शख्सियतां सारे उन्हां नूं शरधा दे फुੱਲ भेंट करन वास्ते आए आ। सारियां दा धन्नवाद भाई जिहड़े परमेश्वर दे गुण गा के दुनिया के लोगों नूं सही राह विखाउंदे आ, सही रस्ता दिंदे, किसी ढंग नाल समझा देण। बस कर्म उही है, असीं लोक भी इहो कुछ करदे आ। आओ आनंद साहिब दे पाठ। वाहिगुरु जी राम कली महला तीजा। आनंद एको ओंकार सतगुर प्रसाद। आनंद पाया मेरी माए, सतगुरु मैं पाया। सतगुर तां पाया सहज चेती, मन वजियां वधाइयां। राग रतन परिवार परियां, शब्द गावण आइयां। शब्दों तां गावो हरि केरा, मन जिनी वसाया। कहे नानक आनंद हुआ, सतगुरु मैं पाया। ए मन मेरे तू सदा रहो हर नाले। नाल रहो तू मन मेरे, दुख सब विसारना। अंगीकार करे तेरा, कार्ज सब सवारना। सबना गला समरथ स्वामी, सो क्यों मनो विसारे। कह नानक मन मेरे, सदा रहो हर नाले। साचे साहेबा क्या नहीं कर तेरा। करता तेरा सब किस है, जिस दे सो पावे। सदा सिफत सलाह तेरी, नाम मन वसावे। राम जिन का मन वसया, वाजो शब्द कनेरे। कहे नानक सच्चे साहिब क्या नहीं कर तेरा। सच्चा नाम मेरा आधारो, साच नाम आधार मेरा, जिन भुखा सब गवाइयां। सात सुख माने आए वसया, जिन इच्छा सब पुजाइयां। कुर्बान जिसदियां वडियाइयां। कहे नानक सुन हो संतो, शब्द तरो प्यारो। सच्चा नाम मेरा आधारो। वाजे पंच शब्द तित घर सुभागै, कर सुभागै शब्द वाज। कला जित कर तारिया। पंच दूत तुद वस कीते, काल कंटक मारिया। तुर कर्म पाया तुझ जिन को, से नाम हर पै लागे। नानक तै सुख हुआ, तित कर अनहद वाजे। आनंद सुनो बड़ भागियो, सगल मनोरथ पूरे। पार ब्रह्म प्रपाया, उतरे सगल वसूरे। दुख रोग संताप करे, सुनी सच्ची बानी। संत साजन पे सरसे पूरे, गुर ते जानी। सुनते पुनीत कहते, पवित्र सतगुर रहे पर पूरे। गुणवंत नानक गुर चरण लागे, माजे अनहद तूरे सलोक। पवन गुरु पानी पिता, माता तरत महात। दिवस रात दोए दाई, दया खेल सगल जगत। जग आइया बोरे आइया, वाचै धर्म दूर। कर्मी आपो अपनी, के नेड़ा के दूर। जिनी नाम ते आया, गए
ਸਕਤ ਕਾਲ। ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਊਂਠਾ ਕਰ ਤੁਮ ਪਾਇਰ ਜੀਓ ਪਿੰਡ ਸਭ ਤੇਰੀ ਮਾਤ ਪਿਤਾ ਮੁਬਾਰਕ ਤੁਮਰੀ ਕਿਰਪਾ ਮੈਂ ਸੁਖਕ ਕੋਈ ਨ ਜਾਣੇ ਤੁਮਰਾ सगल समगरी तुम रह सूतर तारी तुम ते तुमरी गत मित तुम ही जानी नानक तुद आगे अरदास हमार कहो नानक सब तेरी वड्या वाहिगुरु 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 तीन ताप निवारण हारा दुख अंता सुखरास ताको विघ्न को लागे जाकी प्रभा के अरदास अरदास एक ओंकार श्री वाहिगुरु जी की फतेह। श्री भगवती जी सुहाए बार श्री भगवती जी की पातशाही दसवीं प्रथम भगवती सिमर कै गुरु नानक लईते आए फिर अंगत गुर ते अमरदास रामदास सेवणी सुहाए अर्जन हर गोविंद नू सिमरो श्री हर राय श्री हर कृष्ण ते आई है जिस डिठे सब दुख जाए तेग बहादुर सिमरै कर नौ निदावै ताए सब ताई होए सुआए सब ताई होए सुआए। दसवीं पातशाह श्री गुरु गोबिंद सिंह जी शमशेर पिता दो जान दे वाली अमृत के दाते सब ताई होए सुआए सब ताई होए सुआए। दसों पातशाह दी आत्म जोत दा स्वरूप श्री गुरु ग्रंथ साहिब जी दे पाठ दर्शन दा ध्यान करके बोलो आप जी दे साजे नवाजे पंज प्यारे चार साहिबजादे 40 मुक्ते हटियां जपियां तपियां शहीदां मरीदां ध्यान करके बोलो जी। जिन्ना ਸਿੰਘਾਂ ਸਿੰਘਣੀਆਂ ने धर्म हे सीस ते बंद बंद कटवाए खोपरियां लोहानियां चरखड़ियां ते चाड़े तां नारियां नाल चराए गए उबलदियां देगां विच वाले गए तत्ते तत्ते रे सीस ते पवाए पर मुखो सी ना चारी तेरे भाणे नू मिठा करके मन्निया। जिन्ना ਸਿੰਘਾਂ ਸਿੰਘਣੀਆਂ ने सिक्खी सिदक केसा स्वासा संग नवाई पुरातन अते वर्तमान शहीद ਸਿੰਘਾਂ दी कमाई दा ध्यान करके बोलो जी। प्रथमे सरबत खालसे जी की अरदास सरबत खालसा जी को वाहिगुरु वाहिगुरु वाहिगुरु। नाम जितावे नाम जिता बंदा सदका सर्व सुख होवे जहाँ जहाँ खालसा तां तां रचया रह देख तेग फतेह बिरद की पैज पंथ की जीत। खालसा साहिब जी के बोल वाले बोलो जी। बख्शो जी आप ही दे सिखा नू सिक्खी दान केस दान रहत दान विवेक दान विसाऊ दान भरोसा दान दाना सिरदान अमृतसर जी के स्नान चौंकियां झंडे बुंगे जुगो जुग अटल धर्म दा जय जयकारा बोलो जी। पंजा तख्तां सरबत गुरुद्वारियां दा ध्यान करके बोलो जी। हे निमाणियां दे मान सतगुरु निताणियां दे ताण निओटियां दी ओट नगत्तियां दी गत नपत्तियां दी पत नतेरियां दे तेरे अपने पंथ दे सदा सहाई दतार जियो। ननकाना साहब होर गुरुद्वारे
ਜਿਨ੍ਹਾਂ ਗੁਰਧਾਮਾਂ ਤੋਂ ਪੰਥ ਖਾਲਸਾ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਦੀਨ ਦਇਆਲ ਜੀ, ਕਰਣਾ ਨਿਧਾਨ ਜੀ, ਹਲਤ ਬਲਤ ਕੇ ਰਾਖੇ, ਸਦਾ ਸਹਾਈ ਭਾਣੇ ਦੇ ਮਾਲਿਕ, ਆਪ ਜੀ ਦੇ ਹੁਕਮ ਅਨੁਸਾਰ ਜਿਹਾ ਚੀਰੀ ਲਿਖਿਆ ਤੇਵੇ ਕਰਮ ਕਮਾਏ, ਕੱਲੇ ਆਵੇ ਨਾਨਕਾ, ਸੱਦੇ ਉੱਠੀ ਜਾਏ ਦੇ ਮਾਂ ਬਾਕਾਂ ਅਨੁਸਾਰ। ਸੱਚੇ ਪਾਤਸ਼ਾਹ ਜੀਓ ਭਾਈ ਸਾਹਿਬ ਭਾਈ ਪਿਰਥੀ ਚੰਦ ਜੀ ਸਵਾਸਾਂ ਰੂਪੀ ਪੂੰਜੀ ਲੈ ਕਰ ਮਾਤ ਲੋਕ ਤੇ ਆਏ। ਆਪਣੀ ਪੂੰਜੀ ਨੂੰ ਸਮਾਪਤ ਕਰਦੇ ਹੋਏ ਆਪ ਜੀ ਦੇ ਚਰਨਾਂ ਵਿੱਚ ਆ ਬਿਰਾਜੇ ਹਨ। ਪਿੱਛੇ ਉਹਨਾਂ ਦੇ ਸੁਪੁੱਤਰ ਪੋਤਰੇ ਪਰਿਵਾਰ, ਸਮੁੱਚੇ ਪਰਿਵਾਰ ਵੱਲੋਂ ਉਹਨਾਂ ਦੀ ਆਤਮਿਕ ਸ਼ਾਂਤੀ ਦੀ ਨਿਮਿਰਤ ਧੁਰ ਕੀ ਬਾਣੀ ਆਈ। ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸਹਿਜ ਪਾਠ ਪ੍ਰਾਰੰਭ ਕਰਵਾਏ ਗਏ, ਜਿਨ੍ਹਾਂ ਦੇ ਅੰਮ੍ਰਿਤ ਵੇਲੇ ਭੋਗ ਪਾਏ ਗਏ। ਸੋ ਅੰਤਮ ਅਰਦਾਸਾਂ ਨੂੰ ਮੁੱਖ ਰੱਖ ਕਰ ਗੁਰਮੁਖ ਪਿਆਰਿਆਂ ਵੱਲੋਂ ਕੀਰਤਨ ਕਥਾ ਵਿਚਾਰਾਂ ਹੋਈਆਂ ਨੇ। ਕਥਾ ਵਿਚਾਰਾਂ ਕਰਦਿਆਂ ਕੋਲੋਂ, ਕੀਰਤਨ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਕਿਰਪਾਲਤਾ ਮਿਹਰਾਂ ਕਰਕੇ ਬਖਸ਼ੋ। ਸੱਚੇ ਪਾਤਸ਼ਾਹ ਜੀਓ, ਬਿਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਦੇ ਮਹਾਂਵਾਕਾਂ ਅਨੁਸਾਰ ਸਾਰੀ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ। ਸੱਚੇ ਪਾਤਸ਼ਾਹ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣਾ, ਪਰਿਵਾਰ ਨੂੰ, ਸਾਕ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਸੱਚੇ ਪਾਤਸ਼ਾਹ ਜੀ ਉਹ ਬਲ ਦੇਣਾ। ਹੋਰ ਸੱਚੇ ਪਾਤਸ਼ਾਹ ਜੀ ਉਹ ਬਾਣੀ ਦਾ ਭਾਵ, ਕਥਾ ਕੀਰਤਨ ਦਾ ਭਾਵ, ਲੰਗਰ ਦਾ ਭਾਵ, ਜੋ ਵੀ ਦਾਨ ਪੁੰਨ ਹੋਇਆ ਸੱਚੇ ਪਾਤਸ਼ਾਹ ਜੀ ਉਹ ਉਸ ਵਿਛੜੀ ਰੂਹ ਨੂੰ ਸਹਾਈ ਹੋਵੇ। ਅੰਤਮ ਅਰਦਾਸਾਂ ਨੂੰ ਮੁੱਖ ਰੱਖ ਕਰ ਆਪ ਜੀ ਦੇ ਪਿਆਰੇ ਸੇਵਕਾਂ ਵੱਲੋਂ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਕੜਾਹ ਪ੍ਰਸਾਦ ਦੀ ਦੇਗ ਸਜ ਕੇ ਆਈ ਹੈ। ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਵਿਅੰਜਨ ਮਿਸਤਾਏ, ਕਰੀ ਪਾਕਸ਼ਾਲ ਸੋਚ ਪਵਿੱਤਰ, ਹੁਣ ਲਾਭੋ ਭੋਗ ਹਰ ਰਾਏ। ਲੱਗਿਆ ਹੋਇਆ ਭੋਗ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਸੱਚੇ ਪਾਤਸ਼ਾਹ ਜੀਓ, ਆਈਆਂ ਸੰਗਤਾਂ ਵੱਲੋਂ ਆਪ ਜੀ ਦੇ ਦਰ 'ਤੇ ਤਿਲ ਫੁੱਲ ਭੇਟਾਵਾਂ ਹੋਈਆਂ ਨੇ। ਜਿਨ੍ਹਾਂ ਖਜ਼ਾਨਿਆਂ ਵਿੱਚੋਂ ਭੇਟਾਵਾਂ ਹੋਈਆਂ ਸੋ ਖਜ਼ਾਨੇ ਭਰਪੂਰ ਕਰਨੇ, ਹਰਮਦਾਨ ਫਤਿਹ ਬਖਸ਼ਣੀ, ਦੁੱਖਾਂ ਦਾ ਨਾਸ਼ ਕਰਨਾ, ਸੁੱਖਾਂ ਦੀ ਪ੍ਰਾਪਤੀ ਕਰਨੀ। ਆਈ ਸੰਗਤ ਦਾ ਕਦਮ ਕਦਮ ਲੇਖੇ ਵਿੱਚ ਲਾਉਣਾ। ਇਸ ਵਕਤ ਆਪ ਜੀ ਲਾਈ ਪ੍ਰਮਾਨ ਬਖਸ਼ ਕੇ ਆਈਆਂ ਸੰਗਤਾਂ ਨੂੰ ਕਿਰਤਾਰਥ ਕਰੋ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਦੋਹਰਾ ਆਗਿਆ ਭਈ ਅਕਾਲ ਕੀ, ਤਵੇ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲੋ ਚਾਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲेंगे। ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਵ ਦੇ, ਜੋ ਸ਼ਰਧਾ ਕਰ ਸੇਵ ਦੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵਹਿ ਨਾਨਕਾ, ਸੱਦੇ ਉਠੀ ਜਾਹੇ। ਰਾਣਾ ਰਾਹੁਣ ਨਾ ਕੁਰ ਹੈ, ਰੰਗ ਨਾ ਤੁੰਗ ਫਕੀਰ। ਬਾਰਹੀ ਆਪੋ ਆਪਣੀ, ਕੋਹੇ ਨਾ ਬੰਧੈ ਤੀਰ।
ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ। ਜੋ ਤਿਸ ਭਾਵੈ ਨਾਨਕਾ, ਸਾਈ ਗਲ ਚੰਗੀ। ਜੋ ਤਿਸ ਭਾਵੈ ਨਾਨਕਾ, ਸਾਈ ਗਲ ਚੰਗੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਪੂਰਹਿ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾਂ ਸਹਿਲੇ, ਕਰ ਕਿਰਪਾ ਪ੍ਰਭ ਮਿਲੇ। ਗੁਰ ਪੂਰਹਿ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾਂ ਸਹਿਲੇ, ਕਰ ਕਿਰਪਾ ਪ੍ਰਭ ਮਿਲੇ। ਹਰ ਗੁਣ ਗਾਵਹੁ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵਹੁ। ਜਿਹ ਕੈ ਸੰਗ ਸਹਾਈ ਰਹਾਉ, ਨਾਰਾਇਣ ਪ੍ਰਾਣ ਆਧਾਰਾ। ਹਮ ਸੰਤ ਜਨਾਰੇ ਨਾਰਾ, ਪਤਿਤ ਪਨੀਤ ਕਰ ਲੀਨੇ। ਕਰ ਕਿਰਪਾ ਹਰ ਜਸ ਦੀਨੇ, ਪਾਰ ਬ੍ਰਹਮ ਕਰੇ ਪ੍ਰਿਤਪਾਲਾ। ਸਦ ਜਿਹ ਸੰਗ ਰਖਵਾਲਾ, ਹਰ ਦਿਨ ਰੈਣ ਕੀਰਤਨ ਗਾਈਐ। ਬਹੁੜ ਨਾ ਜੋਨੀ ਪਾਈਐ, ਜਿਸ ਦੇਵੈ ਪੁਰਖ ਵਿਦਾਤਾ। ਹਰ ਰਸ ਤਿਨਹਿ ਜਾਤਾ, ਜਮ ਕੰਕਰ ਨੇੜ ਨ ਆਇਆ। ਸੁਖ ਨਾਨਕ ਸਰਣੀ ਪਾਇਆ। ਜਿਸ ਦੇਵੈ ਪੁਰਖ ਵਿਦਾਤਾ, ਹਰ ਰਸ ਤਿਨਹਿ ਜਾਤਾ। ਜਮ ਕੰਕਰ ਨੇੜ ਨ ਆਇਆ, ਸੁਖ ਨਾਨਕ ਸਰਣੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਤੇ ਨਿਵਾਜੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਲਵਾਓ ਆਪੋ ਆਪਣੀਆਂ ਹਾਜ਼ਰੀਆਂ। ਕਰੋ ਆਪਣੀ ਰਸਨਾ ਨੂੰ ਪਵਿੱਤਰ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਉਸ ਬਹੁਤ ਹੀ ਮਿੱਠ ਬੋਲੜੀ ਰੂਹ ਸੱਚੇ ਪਾਤਸ਼ਾਹ ਜੀਓ, ਉਹਨਾਂ ਦੀ ਜੋ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਅੱਜ ਸਾਰੀਆਂ ਸੰਗਤਾਂ ਇਕੱਤਰ ਹੋਈਆਂ। ਵੈਸੇ ਤੇ ਕੋਈ ਇਹੋ ਜਿਹੇ ਸ਼ਬਦ ਹਨ ਨਹੀਂ ਜਿਹੜੇ ਸ਼ਬਦਾਂ ਦੇ ਨਾਲ ਉਹਨਾਂ ਦੀ ਸ਼ਲਾਘਾ ਕੀਤੀ ਜਾਵੇ। ਵੈਸੇ ਇਕੱਠ ਤੋਂ ਹੀ ਭਾਵ ਲੱਗ ਜਾਂਦਾ ਬਈ ਜਿਹੜੇ ਬੰਦੇ ਦੇ ਕੋਈ ਚੰਗੇ ਕਰਮ ਜਾਂ ਨੇਕੀਆਂ ਕੀਤੀਆਂ ਹੁੰਦੀਆਂ ਨੇ, ਉਹਨਾਂ ਦੀ ਕੋਈ ਦੱਸਣ ਦੀ ਲੋੜ ਨਹੀਂ ਹੁੰਦੀ। ਸੋ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੇਮ ਕੁਮਾਰ ਸ਼ਰਮਾ, ਉਹਨਾਂ ਦੇ ਸਾਰੇ ਆਪਾਂ ਅੱਜ ਦੁੱਖ ਦੇ ਸੀਰੀ ਹੋਏ ਹਾਂ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।